ये तो ਅਸੀਂ ਕੱਲ ਛੱਡਿਆ ਸੀਗਾ ਜੀ, ਉੱਥੋਂ ਆਪਾਂ ਸਟਾਰਟ ਕਰਦੇ ਆਂਗੇ। ਕੱਲ ਅਸੀਂ ਐਫੀਸ਼ੀਐਂਸੀ ਤੋਂ ਛੱਡਿਆ ਸੀਗਾ ਨਾ, ਸਟ੍ਰਿੰਗ ਐਫੀਸ਼ੀਐਂਸੀ ਤੋਂ। ਸਟ੍ਰਿੰਗ ਐਫੀਸ਼ੀਐਂਸੀ ਸਮਝ ਆ ਗਈ ਸੀ ਬੱਚੇ ਸਾਰਿਆਂ ਦੇ? ਦੇਖੋ ਇਹ ਸਟ੍ਰਿੰਗ ਐਫੀਸ਼ੀਐਂਸੀ ਦੇ ਵਿੱਚ ਜਿਹੜਾ ਮੇਨ ਆਪਾਂ ਕਨਸੈਪਟ ਪੜ੍ਹਿਆ ਸੀਗਾ ਉਹ ਇਹੀ ਪੜ੍ਹਿਆ ਸੀਗਾ, ਬਸ ਇੱਕ ਕਪੈਸਿਟੈਂਸ ਹੁੰਦੀ ਹੈਗੀ, ਜਿਹੜੀ ਕਪੈਸਿਟੈਂਸ ਅਸੀਂ ਨੈਗਲੈਕਟ ਕਰਨੀ, ਜਿਹੜੀ ਅਸੀਂ ਐਲੀਮੀਨੇਟ ਕਰਨੀ ਹੁੰਦੀ ਹੈ, ਖਤਮ ਕਰਨੀ ਹੁੰਦੀ ਹੈ। ਉਸ ਕਪੈਸਿਟੈਂਸ ਦਾ ਨਾਮ ਕੀ ਸੀਗਾ? ਉਸ ਕਪੈਸਿਟੈਂਸ ਦਾ ਨਾਮ ਕੀ ਸੀਗਾ? ਸ਼ੰਟ ਕਪੈਸਿਟੈਂਸ ਸੀ। ਬਿਲਕੁਲ ਜੀਗਾ, ਇਹ ਸ਼ੰਟ ਕਪੈਸਿਟੈਂਸ ਸੀਗਾ। ਇਹ ਸ਼ੰਟ ਕਪੈਸਿਟੈਂਸ ਹੁੰਦੀ ਕੀ ਹੈਗੀ? ਜਿਹੜੀ ਕੰਡਕਟਰ ਦੇ ਪੋਲ ਦੇ ਵਿਚਕਾਰ ਹੁੰਦੀ ਹੈ। ਬਿਲਕੁਲ ਰਾਜੇ, ਆਪਾਂ ਕਹਿੰਦੇ ਜਿਹੜੀ ਕਪੈਸਿਟੈਂਸ ਹੈ ਜਿਹੜੀ ਸਾਡੀ ਇੱਕ ਕੰਡਕਟਰ ਦੇ ਵਿਚਕਾਰ ਤੇ ਦੂਜਾ ਕਿਸੇ ਵੀ, ਇਹ ਆਪਾਂ ਟਾਵਰ ਕੋਈ ਜ਼ਰੂਰੀ ਨਹੀਂ ਹੈਗਾ ਜੇ ਆਪਾਂ ਟਾਵਰ ਹੀ ਕਹਾਂਗੇ, ਕਿਸੇ ਵੀ ਅਰਥ ਬਾਡੀ ਦੇ ਵਿਚਕਾਰ, ਅਰਥ ਜਿਹੜੀ ਹੋਊਗੀ ਨਾ, ਜਿਹੜੀ ਬਾਡੀ ਅਰਥ ਬਾਡੀ ਦੇ ਵਿਚਕਾਰ ਜਿਹੜੀ ਸਾਡੀ ਕਪੈਸਿਟੈਂਸ ਬਣੇਗੀ, ਉਸ ਕਪੈਸਿਟੈਂਸ ਨੂੰ ਅਸੀਂ ਕਹਿੰਦੇ ਆਂਗੇ ਸ਼ੰਟ ਕਪੈਸਿਟੈਂਸ। ਠੀਕ ਹੈ ਜੀ। ਤੇ ਜਿਹੜੀ ਸਾਡੀ ਡਿਸਕਾਂ ਦੀ ਹੁੰਦੀ ਹੈਗੀ ਉਸ ਕਪੈਸਿਟੈਂਸ ਨੂੰ ਅਸੀਂ ਕੀ ਕਹਿੰਦੇ ਆ ਜੀ? ਇਹਨਾਂ ਨੂੰ ਸੀਰੀਜ਼ ਕਪੈਸਿਟੈਂਸ ਸੀ। ਸੀਰੀਜ਼, ਜਾਂ ਫਿਰ ਉਸ ਤੋਂ ਬਿਨਾਂ ਉਹਦਾ ਨਾਂ ਇੱਕ ਹੋਰ ਸੀਗਾ ਜੀ। ਮਿਊਚੁਅਲ ਕਪੈਸਿਟੈਂਸ, ਸੈਲਫ ਕਪੈਸਿਟੈਂਸ ਸੀ। ਨਹੀਂ ਜੀ, ਇੱਕ ਹਾਂ ਹੋਰ ਸੀਗਾ, ਇੱਕ ਦਾ ਨਾਮ ਇਹਦਾ। ਹਾਂਜੀ ਪਰ ਮਿਊਚੁਅਲ ਬਿਲਕੁਲ ਜੀ, ਮਿਊਚੁਅਲ ਕੈਪੈਸਿਟੈਂਸ। ਤਾਂ ਸਟ੍ਰਿੰਗ ਐਫੀਸ਼ੀਐਂਸੀ ਇੰਪਰੂਵ ਕਰਨ ਦਾ ਜਿਹੜਾ ਮੇਨ ਸਾਡਾ ਤਰੀਕਾ ਜਿਹੜਾ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ, ਜਿਹੜਾ ਵਰਤੋਂ ਦੇ ਵਿੱਚ ਹੈਗਾ, ਉਹ ਕਿਹੜਾ ਹੈਗਾ ਪਤਾ ਜੀ? ਗਾਰਡ ਰਿੰਗ ਹੀ। ਗਾਰਡ ਰਿੰਗ, ਹਨਾ। ਗਾਰਡ ਰਿੰਗ ਬਾਰੇ ਥੋੜਾ ਜਿਹਾ ਆਪਾਂ ਚੰਗੀ ਤਰ੍ਹਾਂ ਐਕਸਪਲੇਨ ਕਰ ਲੈਂਦੇ ਹਾਂ। ਕੱਲ ਤੁਹਾਨੂੰ ਇੱਕ ਇਨਸੂਲੇਟਰ ਦੀ ਜਿਵੇਂ ਉਹ ਦਿਖਾਈ ਸੀਗੀ, ਮੈਂ ਸਾਰਾ ਸਾਡਾ ਇਨਸੂਲੇਟਰ ਹੈਗਾ ਹਨਾ, ਸਾਰਾ ਇਹਦੇ ਵਿੱਚ ਆਹ ਦੇਖ ਰਹੇ ਹੋ ਤੁਸੀਂ, ਜਿਹੜੀ ਆ ਵਾਇਰ ਹੈਗੀ ਸਾਡੀ, ਆ ਜਿਹੜਾ ਆਹ ਨਹੀਂ ਹੈਗਾ ਬੱਚੇ, ਆਹ ਦੇਖਿਓ, ਆਹ ਲੋਹੇ ਦਾ ਜਿਹੜਾ ਪੀਸ ਜਿਹਾ ਰੱਖਿਆ ਹੋਇਆ ਹੈਗਾ ਸੀ, ਇਹ ਕਾਹਦੇ ਵਾਸਤੇ ਰੱਖਿਆ ਹੋਇਆ ਹੈਗਾ? ਹਮੇਸ਼ਾ ਕੀ ਹੁੰਦਾ ਹੈਗਾ ਬੱਚੇ, ਇਹ ਕੰਡਕਟਿੰਗ ਪੀਸ ਹੈਗਾ, ਜਿਹੜਾ ਸਾਡਾ ਇਹ ਪੀਸ ਹੈ ਨਾ, ਇਹ ਸਾਡਾ ਇਹ ਕੰਡਕਟਿੰਗ ਹੈਗਾ ਸਾਡਾ। ਤਾਂ ਹੁਣ ਜਿਹੜੀ ਵੀ ਸਾਡਾ ਜਿਹੜਾ ਹੋਊਗਾ ਬੱਚੇ, ਇਹਦੇ ਵਿੱਚ ਜਿਹੜੀ ਵੀ ਸਾਡਾ ਇਹਦੇ ਅੰਦਰਲੇ ਪਾਸੇ ਵੋਲਟੇਜ ਹੋਏਗੀ, ਇਸ ਵੋਲਟੇਜ ਦੇ ਕਰਕੇ ਜਿਹੜਾ ਪ੍ਰਭਾਵ ਹੋਊਗਾ ਇਹਦੇ ਬਾਹਰਲੇ ਪਾਸੇ, ਉਹ ਇਹਦੇ ਵਿੱਚ ਆ ਜਾਏਗਾ। ਇਹਦੇ ਵਿੱਚ ਜਿਹੜਾ ਏਰੀਆ ਹੋਏਗਾ ਉਹ ਡਿਸਟ੍ਰੀਬਿਊਟ ਹੋ ਜਾਏਗਾ, ਕੱਲੀ ਇਸ ਡਿਸਕ ਦੇ ਨਾਲ ਨਹੀਂ ਲਿੰਕ ਕਰੇਗਾ। ਹੁਣ ਉਹ ਕੁਝ ਕਿਤੇ ਦੇਖੋ, ਆ ਇਹਦੇ ਨੇੜੇ ਪਿਆ ਹੈ ਜੀ, ਜਿਹੜਾ ਇੱਥੇ ਕਰੰਟ ਪੈਦਾ ਹੋਏਗਾ, ਜਿਹੜੀ ਇੱਥੇ ਵੋਲਟੇਜ ਹੈਗੀ ਜਿਹੜੀ ਇੰਡਿਊਸ ਹੋਈ ਹੋਈ ਹੈਗੀ, ਉਹ ਵੋਲਟੇਜ ਆ ਡਿਸਕ ਦੇ ਨਾਲ ਇੱਥੇ ਵੀ ਪੈਦਾ, ਇੱਧਰ ਦੀ ਵੀ ਕਰੰਟ ਕੁਛ ਨਾ ਕੁਛ ਫਲੋ ਕਰਵਾਏਗੀ। ਕੁਛ ਕਰਾ ਜੀ ਇੱਥੋਂ ਜਾਏਗਾ, ਕੁਛ ਕਿ ਇੱਥੋਂ ਜਾਏਗਾ, ਕੁਛ ਕਿ ਇੱਥੋਂ ਜਾਏਗਾ, ਏਦਾਂ ਚਾਰੇ ਪਾਸਿਆਂ ਦਾ ਜੀ ਕਰੰਟ ਜਿਹੜਾ ਸਾਡਾ ਏਦਾਂ ਜਾਏਗਾ। ਜੇ ਆ ਨਾ ਹੁੰਦਾ, ਗਾਰਡ ਰਿੰਗ ਨਾ ਹੁੰਦਾ, ਜਿਹੜਾ ਇੰਨਾ ਕੁ ਪਾਇਆ ਹੋਏਗਾ ਜਿਹੜਾ ਪੀਸ ਆ, ਜੇ ਨਾ ਹੁੰਦਾ ਤਾਂ ਸਾਰਾ ਜਿਹੜਾ ਕਰੰਟ ਸੀਗਾ ਉਹ ਸਿਰਫ ਇਸੇ ਡਿਸਕ ਨੂੰ, ਸਿਰਫ ਇਸੇ ਡਿਸਕ ਨਾਲ ਇੱਥੇ ਲੱਗਣਾ ਸੀਗਾ ਰਾਜੇ, ਉਹ ਇੱਥੇ ਹੋਣਾ ਸੀਗਾ ਸਾਰਾ ਇਨਫਲੂਐਂਸ। ਠੀਕ ਹੈ ਜੀ, ਸਾਫ਼ ਦਿਖ ਰਿਹਾ ਨਾ ਸਾਨੂੰ? ਇੱਕ ਆਹ ਪਏ ਆ ਬੱਚੇ, ਇਹਨਾਂ ਨੂੰ ਕੀ ਕਹਿੰਦੇ ਹੈਗੇ? ਆਹ ਜਿਹੜੇ ਆਹ ਪਏ ਹੈਗੇ, ਕਹਿੰਦੇ ਆਪਾਂ ਡੈਂਪਰਸ। ਇਹ ਵੀ ਟਰਾਂਸਮਿਸ਼ਨ ਲਾਈਨ ਦਾ ਇੱਕ ਬੜਾ ਇੰਪੋਰਟੈਂਟ ਕੰਪੋਨੈਂਟ ਹੈਗਾ। ਡੈਂਪਰਸ ਕੀ ਹੁੰਦੇ ਨੇਗੇ? ਸਾਡੀਆਂ ਲਾਈਨ ਦੇ ਵਿੱਚ ਜਿਹੜੀਆਂ ਵਾਈਬ੍ਰੇਸ਼ਨਸ ਆਉਂਦੀਆਂ ਨੇਗੀਆਂ, ਉਹਨਾਂ ਨੂੰ ਡੰਪ ਕਰਦੇ ਨੇਗੇ, ਉਹਨਾਂ ਨੂੰ ਡੈਂਪ ਆਊਟ ਕਰਦੇ ਨੇ। ਡੈਂਪ ਕਰਨਾ ਹੁੰਦਾ ਰਾਜੇ, ਉਹਨੂੰ ਖਤਮ ਕਰਦੇ ਨੇਗੇ। ਇਹਦੀ ਐਗਜ਼ਾਮਪਲ ਮੈਂ ਦਿੰਦਾ, ਤੋਂ ਇੱਕ ਕੈਂਟੀਲੀਵਰ, ਪਤਾ ਕਿਹਨੂੰ ਕਹਿੰਦੇ ਕੈਂਟੀਲੀਵਰ? ਮੰਨ ਲਓ ਇੱਕ ਸਕੇਲ ਹੈਗਾ, ਮੰਨ ਲਓ ਇੱਕ ਆ ਵੁਡਨ ਦਾ ਬਲੌਕ ਹੈਗਾ, ਤੁਸੀਂ ਇੱਥੇ ਇੱਕ ਸਕੇਲ ਰੱਖਿਆ, ਸਕੇਲ ਜਿਹੜਾ ਆਪਣੇ ਸਿੰਪਲ ਜਿਹੜਾ ਛੋਟੇ ਹੁੰਦੇ ਸੀ ਯੂਜ਼ ਕਰਦੇ ਸੀ, ਸਕੇਲ ਲੋਹੇ ਦਾ ਸਕੇਲ ਜਿਹੜਾ ਹੁੰਦਾ ਸੀਗਾ, ਉਹਦੇ ਉੱਪਰ ਤੁਸੀਂ ਕੋਈ ਨਾ ਕੋਈ ਭਾਰ ਰੱਖਤਾ, ਇੱਥੇ ਹੱਥ ਨਾਲ ਇਹਨੂੰ ਦੱਬ ਲਿਆ, ਤੇ ਤੁਸੀਂ ਇਸ ਪੀਸ ਨੂੰ ਇੱਥੋਂ ਤੁਸੀਂ ਪ੍ਰੈਸ਼ਰ ਅਪਲਾਈ ਕੀਤਾ, ਤਾਂ ਤੁਹਾਡਾ ਇਹ ਇੱਧਰ ਨੂੰ ਬੈਂਡ ਹੋ ਜਾਏਗਾ ਨਾ। ਜਦੋਂ ਬੈਂਡ ਹੋ ਜਾਏਗਾ, ਬੈਂਡ ਹੋ ਕੇ ਜਦੋਂ ਇਹਨੂੰ ਛੱਡਾਂਗੇ ਆਪਾਂ, ਤਾਂ ਉਹ ਏਦਾਂ ਵਾਈਬਰੇਟ ਕਰੂਗਾ, ਉੱਪਰ ਤੇ ਥੱਲੇ, ਏਦਾਂ ਉੱਪਰ ਥੱਲੇ, ਉੱਪਰ ਥੱਲੇ, ਉੱਪਰ, ਏਦਾਂ ਉੱਪਰ ਥੱਲੇ, ਕਰੇ ਹੇਠਾਂ ਜਾਏਗਾ, ਕਰੇ ਉੱਪਰ ਜਾਇਆ ਕਰੇ, ਹੇਠਾਂ ਜਾਇਆ ਕਰੇ, ਉੱਪਰ ਜਾਏਗਾ। ਹੋਏਗੀ ਨਾ ਇਹ ਚੀਜ਼? ਤਾਂ ਇਹ ਜੇ ਬੱਚੇ, ਇਹ ਕਿਵੇਂ ਖੜਦਾ, ਕਿਵੇਂ ਹੁੰਦਾ ਹੈਗਾ? ਜੇ ਤੁਸੀਂ ਇਹਦੇ ਇੱਥੇ ਭਾਰ ਪਾ ਦੋਗੇ ਨਾ, ਇੱਥੇ, ਇਹਦੀਆਂ ਵਾਈਬ੍ਰੇਸ਼ਨਸ ਆਪਦੇ ਆਪੇ ਘਟ ਜਾਣਗੀਆਂ। ਤਾਂ ਇਹਨਾਂ ਵਾਈਬ੍ਰੇਸ਼ਨ ਨੂੰ ਰੋਕਣ ਵਾਸਤੇ ਅਸੀਂ ਹੈਵੀ ਡੈਂਪਰਸ ਲਗਾਏ ਹੁੰਦੇ ਹੈਗੇ, ਤਾਂ ਕਿ ਇਸ ਲਾਈਨ ਦੇ ਟਰਾਂਸਮਿਸ਼ਨ ਲਾਈਨ ਦੇ ਵਿੱਚ ਵਾਈਬ੍ਰੇਸ਼ਨਸ ਨਾ ਹੋਣ। ਜੇ ਤੁਸੀਂ ਇਸ ਜਿਹੜਾ ਕੈਂਟੀਲੀਵਰ ਜਿਹੜਾ ਸਕੇਲ ਦੀ ਮੈਂ ਗੱਲ ਕਰਦਾ ਪਿਆ, ਜੇ ਇਹਨੂੰ ਹੇਠਾਂ ਦੱਬ ਕੇ ਉਸ ਤੋਂ ਬਾਅਦ ਇੱਥੇ ਤੁਸੀਂ ਜ਼ੋਰ ਪਾਓ, ਥੋੜਾ ਜਿਹਾ ਭਾਰ ਲਮਕਾ ਦਿਓ,
ਤੈਨੂੰ ਔਖਾ ਹੋ ਜਾਏਗਾ ਨਾ ਇਹਨੂੰ ਜੇ ਇਦਾਂ ਅਪ ਡਾਊਨ ਕਰਨਾ, ਤੇ ਡੈਂਪਰ 'ਚ ਹੁੰਦੇ ਨੇਗੇ। ਕਲੀਅਰ ਹੋ ਗਈ ਜੀ ਗੱਲ ਇਹ? ਚਲੋ, ਇੱਕ ਸਾਡੇ ਕੋਲ ਟਰਮ ਹੁੰਦੀ ਹੈ ਰਾਜੇ, ਕਿਉਂਕਿ ਅੱਜ ਅਸੀਂ ਕਰੋਨਾ ਪੜ੍ਹਨ ਜਾ ਰਹੇ ਹਾਂ, ਤਾਂ ਕਰੋਨਾ ਪੜ੍ਹਨ ਵਾਸਤੇ ਸਾਨੂੰ ਇੱਕ ਟਰਮ ਬੜੀ ਚੰਗੀ ਤਰ੍ਹਾਂ ਕਲੀਅਰ ਹੋਣੀ ਚਾਹੀਦੀ ਹੈਗੀ। ਉਹ ਹੁੰਦੀ ਹੈਗੀ ਇਲੈਕਟ੍ਰੋਸਟੈਟਿਕ ਚਾਰਜ। ਇਲੈਕਟ੍ਰੋਸਟੈਟਿਕ ਚਾਰਜ ਦੇਖੋ ਕੀ ਹੈਗਾ। ਇਲੈਕਟ੍ਰੋਸਟੈਟਿਕ ਚਾਰਜ ਦੋ ਤਰ੍ਹਾਂ ਦੇ ਚਾਰਜ ਹੁੰਦੇ ਰਹੇ ਸਾਡੇ ਕੋਲੇ, ਦੋ ਤਰ੍ਹਾਂ ਦਾ ਕਰੰਟ ਫਲੋ ਹੁੰਦਾ ਗਾ। ਇੱਕ ਕਰੰਟ ਦਾ ਫਲੋ ਹੁੰਦਾ ਰਾਜੇ ਕਲੋਜ਼ ਸਰਕਟ ਦੇ ਵਿੱਚ। ਕਲੋਜ਼ ਸਰਕਟ ਦੇ ਵਿੱਚ ਫਲੋ ਹੋਣ ਵਾਲਾ ਜਿਹੜਾ ਕਰੰਟ ਹੁੰਦਾ ਉਹਨੂੰ ਆਪਾਂ ਇਲੈਕਟ੍ਰਿਕ ਕਰੰਟ ਕਹਿੰਦੇ ਆਗੇ। ਠੀਕ ਹੈ ਜੀ, ਇਲੈਕਟ੍ਰਿਕ ਚਾਰਜ ਕਹਿੰਦੇ ਆਗੇ। ਜਿਹੜਾ ਸਾਡਾ ਕਾਹਦੇ ਵਿੱਚ ਫਲੋ ਹੁੰਦਾ ਗਾ, ਮੰਨ ਲਓ ਤੁਹਾਡੇ ਕੋਲ ਇੱਕ ਇੱਥੇ ਬੈਟਰੀ ਲੱਗੀ ਹੋਈ ਹੈਗੀ ਤੇ ਇੱਕ ਆਪਣੇ ਕੋਲੇ ਕਲੋਜ਼ ਸਰਕਟ ਹੈਗਾ, ਇਹਦੇ ਵਿੱਚ ਇੱਕ ਦਾ ਫਲੋ ਹੁੰਦਾ ਕਰੰਟ, ਇਹਦੇ ਇਨਫਲੂਐਂਸ ਕਰਕੇ ਵੋਲਟੇਜ ਦੇ ਕਰਕੇ। ਇਹਨੂੰ ਤਾਂ ਆਪਾਂ ਕਲੋਜ਼ ਸਰਕਟ ਦੇ ਵਿੱਚ ਫਲੋ ਹੋਣ ਵਾਲੇ ਕਰੰਟ ਨੂੰ ਕਹਿੰਦੇ ਆਗੇ ਅਸੀਂ ਇਲੈਕਟ੍ਰਿਕ ਕਰੰਟ। ਇਹ ਕਰੰਟ ਕੀ ਕਰਦਾ ਗਾ, ਇਹ ਕਰੰਟ ਮੂਵਮੈਂਟ ਆਫ ਇਲੈਕਟ੍ਰੋਨ ਕਰਕੇ ਪੈਦਾ ਹੁੰਦਾ, ਮੂਵਮੈਂਟ ਆਫ ਇਲੈਕਟ੍ਰੋਨ ਕਰਕੇ ਪੈਦਾ ਹੁੰਦਾ ਗਾ। ਠੀਕ ਹੈ ਜੀ। ਦੂਜਾ ਬੱਚੇ ਜਿਹੜਾ ਇਲੈਕਟ੍ਰੋਸਟੈਟਿਕ ਚਾਰਜ ਹੁੰਦਾ ਗਾ, ਇਲੈਕਟ੍ਰੋਸਟੈਟਿਕ ਚਾਰਜ ਆ ਜਿਹੜਾ ਸਾਡਾ, ਇਹ ਕਦੇ ਵੀ ਇਹ ਕਲੋਜ਼ ਪਾਥ ਦੇ ਵਿੱਚ ਨਹੀਂ ਹੁੰਦਾ ਹੈਗਾ। ਇਹ ਮੰਨ ਲਓ ਜੇ ਸਾਡੇ ਕੋਲੇ ਕੋਈ ਇੱਥੇ ਕੰਡਕਟਰ ਪਿਆ ਗਾ, ਇਸ ਕੰਡਕਟਰ ਦੇ ਅੰਦਰਲੇ ਪਾਸੇ ਕੋਈ ਨਾ ਕੋਈ ਕਰੰਟ ਜਾ ਰਿਹਾ 2 ਐਂਪੀਅਰ ਜਾਂ 3 ਐਂਪੀਅਰ ਦਾ। ਹੁਣ 2 ਐਂਪੀਅਰ ਦਾ ਕਰੰਟ ਸਾਡਾ 10 ਵੋਲਟ ਦੇ ਨਾਲ ਫਲੋ ਹੋ ਰਿਹਾ ਹੈਗਾ ਇਸ ਲਾਈਨ ਦੇ ਵਿੱਚ। ਹੁਣ ਵੋਲਟੇਜ ਕਿੰਨੀ ਹੈਗੀ ਇਸ ਲਾਈਨ ਦੇ ਵਿੱਚ, ਵੋਲਟੇਜ ਕਿੰਨੀ ਆ? ਇੱਥੇ ਜਿਹੜੀ ਵੋਲਟੇਜ ਅਪਲਾਈਡ ਵੋਲਟੇਜ ਜਿਹੜੀ ਕੀਤੀ ਹੋਈ ਹੈਗੀ, ਉਹ ਕੀ ਸਾਡੀ 10 kV ਹੈਗੀ ਕਿ 50 kV ਹੈਗੀ ਕਿ ਸਾਡੀ 66 kV ਹੈਗੀ ਜਾਂ 132 kV ਆ? ਇਹ ਜਿਹੜੀ ਇੰਨੀ ਜ਼ਿਆਦਾ ਜਿਹੜੀ ਆ ਵੋਲਟੇਜ, ਅਸੀਂ 132 kV ਦੀ ਗੱਲ ਕਰਦੇ ਪਏ ਆ ਰਾਜੇ, ਇੰਨੀ ਜ਼ਿਆਦਾ ਵੋਲਟੇਜ ਕੀ ਕਰਦੀ ਹੁੰਦੀ ਹੈ ਕਿ ਹਮੇਸ਼ਾ ਕਿਸੇ ਇੱਕ ਕੰਡਕਟਰ ਦੇ ਅੰਦਰਲੇ ਪਾਸੇ ਨਹੀਂ ਰਹਿ ਸਕਦੀ। ਸਾਨੂੰ ਪਤਾ ਨਾ ਜਿਹੜਾ ਵੋਲਟੇਜ ਦਾ ਜਿਹੜਾ ਇਨਫਲੂਐਂਸ ਹੁੰਦਾ ਹੈਗਾ, ਨਾ ਸਿਰਫ ਉਹ ਕਰੰਟ ਦੇ ਅੰਦਰ ਫਲੋ ਕਰਵਾਉਣ ਵਾਸਤੇ ਯੂਜ਼ ਕਰਦੇ ਆਂਗੇ। ਦੇਖੋ ਜਿਹੜਾ ਵੋਲਟੇਜ ਹੁੰਦੀ ਹੈਗੀ, ਉਹ ਤਾਰ ਦੇ ਅੰਦਰਲੇ ਪਾਸੇ ਵੀ ਕਰੰਟ ਫਲੋ ਕਰਵਾਉਂਦਾ ਹੈਗਾ। ਜੇ ਆਪਾਂ ਇੱਥੇ ਬਾਹਰੇ ਹੱਥ ਲਗਾ ਲਈਏ ਤਾਂ ਜਿਹੜੀ ਇੰਨੀ ਵੋਲਟੇਜ ਸਾਨੂੰ ਵੀ ਤਾਂ ਤੰਗ ਕਰੇਗੀ ਨਾ, ਸਾਨੂੰ ਵੀ ਤਾਂ ਇਨਫਲੂਐਂਸ ਦੇਵੇਗੀ ਨਾ, ਕੋਈ ਨਾ ਕੋਈ ਕਰੰਟ ਸਾਡੇ ਅੰਦਰ ਵੀ ਤਾਂ ਫਲੋ ਕਰਵਾਉਣ ਲੱਗ ਜਾਏਗਾ ਜੇ ਅਸੀਂ ਇੱਥੇ ਹੱਥ ਲਗਾਵਾਂਗੇ। ਜੇ ਬਾਹਰਲੇ ਪਾਸੇ ਅਸੀਂ ਹੱਥ ਲਗਾਵਾਂਗੇ ਤਾਂ ਹੀ ਤਾਂ ਅਸੀਂ ਇਨਸੂਲੇਸ਼ਨ ਰਖਾਈ ਹੁੰਦੀ ਹੈ ਚਾਰੇ ਪਾਸੇ। ਇੰਸੂਲੇਸ਼ਨ ਹੋਣ ਦੇ ਬਾਵਜੂਦ ਵੀ ਬੇਸ਼ੱਕ ਜਿਹੜਾ ਹਵਾ ਦੇ ਵਿੱਚ ਸਾਡਾ ਕਨੈਕਟਰ ਪਿਆ ਗਾ, ਬੇਸ਼ੱਕ ਉਹ ਹਵਾ ਦੇ ਵਿੱਚ ਇੱਕ ਦੂਜੇ ਤੋਂ ਦੂਰ ਪਏ ਨੇਗੇ। ਠੀਕ ਹੈ ਜੀ, ਬਟ ਹਵਾ ਦੇ ਅੰਦਰ ਵੀ ਤਾਂ ਕੁਝ ਨਾ ਕੁਝ ਤਾਂ ਵਿੱਚ ਹੈਗਾ ਹੀ ਹੈਗਾ। ਹਵਾ ਕਿਹੜਾ ਬਿਲਕੁਲ ਖਾਲੀ ਹੁੰਦੀ ਹੈ, ਕੋਈ ਨਾ ਕੋਈ ਪਾਰਟੀਕਲਸ ਤਾਂ ਹੁੰਦੇ ਹੀ ਹੁੰਦੇ ਨੇਗੇ। ਤਾਂ ਜਿਹੜਾ ਵੋਲਟੇਜ ਜਿਹੜੀ ਹੁੰਦੀ ਹੈਗੀ, ਉਹ ਬਾਹਰਲੇ ਪਾਸੇ ਜਿਹੜੇ ਵੀ ਬਾਹਰਲੇ ਪਾਸੇ ਜਿਹੜੇ ਕਣ ਪਏ ਹੁੰਦੇ ਨੇਗੇ, ਜਿਹੜੇ ਫ੍ਰੀ ਪਾਰਟੀਕਲਸ ਹੁੰਦੇ ਨੇਗੇ, ਉਹਨਾਂ ਨੂੰ ਫ੍ਰੀ ਪਾਰਟੀਕਲਸ ਨੂੰ ਇਹ ਚਾਰਜ ਕਰ ਦਿੰਦੀ ਹੈਗੀ, ਜਿਹੜੀ ਵੋਲਟੇਜ ਹੁੰਦੀ ਆ। ਹੁਣ ਇੱਥੇ ਯਾਦ ਰੱਖਣੀ ਇਹ ਗੱਲ ਹੈਗੀ ਅਸੀਂ ਵੀ ਚਾਰਜ ਕਰਦਾ ਕੌਣ ਹੈਗਾ। ਕਰੰਟ ਕਿਸੇ ਵਾਇਰ ਦੇ ਅੰਦਰ ਕਰੰਟ ਕਿੰਨਾ ਫਲੋ ਹੋ ਰਿਹਾ ਹੈਗਾ, ਇਹਦੇ ਨਾਲ ਕੋਈ ਵੀ ਇਲੈਕਟ੍ਰੋਸਟੈਟਿਕ ਸਟ੍ਰੈਸ ਪੈਦਾ ਨਹੀਂ ਹੁੰਦਾ, ਇਲੈਕਟ੍ਰੋਸਟੈਟਿਕ ਚਾਰਜ ਪੈਦਾ ਨਹੀਂ ਹੁੰਦਾ ਹੈਗਾ। ਇਲੈਕਟ੍ਰੋਸਟੈਟਿਕ ਚਾਰਜ ਜਿਹੜਾ ਪੈਦਾ ਹੁੰਦਾ ਸਿਰਫ ਔਰ ਸਿਰਫ ਕਿਹਦਾ ਫਿਨੋਮੇਨਾ ਹੈਗਾ, ਹਾਈ ਵੋਲਟੇਜ ਦਾ। ਹਾਈ ਵੋਲਟੇਜ, ਜਿੰਨੀ ਜ਼ਿਆਦਾ ਵੋਲਟੇਜ ਹੋਊਗੀ ਤੁਹਾਡੀ ਕਿਸੇ ਕਨੈਕਟਰ ਦੇ ਵਿੱਚ, ਉਹਨਾਂ ਤੁਹਾਡੇ ਅੰਦਰਲੇ ਪਾਸੇ ਦਾ ਕਰੰਟ ਫਲੋ ਹੋਏਗਾ ਹੀ ਹੋਏਗਾ। ਨਾਲ ਹੀ ਨਾਲ ਇਹਦੇ ਬਿਲਕੁਲ ਆਲੇ ਦੁਆਲੇ ਜਿਹੜਾ ਫੀਲਡ ਹੋਊਗਾ, ਇਲੈਕਟ੍ਰਿਕ ਫੀਲਡ ਜਿਹੜਾ ਹੋਊਗਾ, ਉਹ ਇਲੈਕਟ੍ਰਿਕ ਫੀਲਡ ਕੀ ਕਰੂਗਾ, ਤੁਹਾਡੇ ਜਿਹੜੇ ਆਲੇ ਦੁਆਲੇ ਪਾਰਟੀਕਲਸ ਪਏ ਹੈਗੇ ਉਹਨਾਂ ਨੂੰ ਆਇਓਨਾਈਜ਼ਡ ਕਰ ਦੂਗਾ। ਮੀਨਸ ਕੀ ਆਊਗਾ, ਕੰਡਕਟਿੰਗ ਸਟੇਟ ਦੇ ਵਿੱਚ ਲੈ ਆਊਗਾ। ਉਹਨਾਂ ਜਿਹੜੇ ਇਲੈਕਟ੍ਰੋਨਸ ਹੋਣਗੇ ਉਹਨਾਂ ਨੂੰ ਕੰਡਕਟਿੰਗ ਸਟੇਟ ਦੇ ਵਿੱਚ ਲੈ ਆਊਗਾ। ਜੇ ਉਹ ਇਲੈਕਟ੍ਰੋਨ ਸਾਡੇ ਕੰਡਕਟਿੰਗ ਸਟੇਟ ਦੇ ਵਿੱਚ ਆ ਗਏ ਤਾਂ ਇੱਕ ਤਰ੍ਹਾਂ ਦਾ ਇੱਕ ਸਾਡੇ ਕੋਲੇ ਬਾਹਰਲੇ ਪਾਸੇ ਇੱਕ ਇਹੋ ਜਿਹਾ ਇਲੈਕਟ੍ਰਿਕ ਫੀਲਡ ਬਣ ਜਾਊਗਾ ਜਿੱਥੇ ਸਾਡੇ ਇਲੈਕਟ੍ਰਿਕ ਕਰੰਟ ਦਾ ਪ੍ਰਭਾਵ ਹੋਏ। ਕਲੀਅਰ ਹੋ ਗਈ ਜੀ ਗੱਲ ਇਹ? ਤੇ ਜਿਹੜਾ ਇਹਨੂੰ ਆਪਾਂ ਜਿਹੜਾ ਇਹ ਬਾਹਰਲੇ ਪਾਸੇ ਦਾ ਜਿਹੜਾ ਪ੍ਰਭਾਵ ਆ ਗਿਆ, ਇਹਨੂੰ ਕਹਿੰਦੇ ਆਂਗੇ ਆਪਾਂ ਇਲੈਕਟ੍ਰੋਸਟੈਟਿਕ ਸਟ੍ਰੈਸ। ਤੇ ਜਿਹੜਾ ਇਲੈਕਟ੍ਰੋਸਟੈਟਿਕ ਸਟ੍ਰੈਸ ਹੁੰਦਾ ਹੈਗਾ, that is directly inversely proportional to diameter। ਇੱਕ ਚੀਜ਼ ਇਹਨੂੰ ਬਹੁਤ ਧਿਆਨ ਨਾਲ ਸਮਝਣਾ ਬੱਚੇ, ਇਹਨੂੰ ਬਹੁਤ ਧਿਆਨ ਨਾਲ ਸਮਝਿਓ ਵੀ ਜਿੰਨਾ ਡਾਇਆਮੀਟਰ ਸਾਡਾ ਵੱਧ ਜਾਂਦਾ ਹੁੰਦਾ ਗਾ, ਉਹਨਾਂ ਸਾਡਾ ਇਲੈਕਟ੍ਰੋਸਟੈਟਿਕ ਸਟ੍ਰੈਸ ਘਟ ਜਾਂਦਾ ਹੁੰਦਾ। ਕਿਵੇਂ ਦੇਖੋ,
ਸਾਡੇ ਕੋਲੇ ਆ ਦੋ ਕਨੈਕਟਰ ਪਏ ਹੈਗੇ। ਇੱਕ ਆ ਕਨੈਕਟਰ ਹੈ ਬੱਚੇ, ਇੱਕ ਆ ਕਨੈਕਟਰ ਹੈਗਾ। ਇੱਥੇ ਵੀ 220 kV ਹੈ ਇਸ ਕਨੈਕਟਰ ਦੇ ਆਲੇ ਦੁਆਲੇ ਵੀ, ਇਹਦੇ ਅੰਦਰ ਵੀ, ਇਹਦੇ ਵਿੱਚ ਵੀ 220 kV ਹੈ ਵੋਲਟੇਜ। ਤਾਂ ਵੱਧ ਖਤਰਨਾਕ ਫੀਲਡ ਆ ਜਿਹੜਾ ਕਿਹਦੇ ਆਲੇ ਦੁਆਲੇ ਪੈਦਾ ਹੋਇਆ ਹੋਊਗਾ ਪਤਾ? ਇਲੈਕਟ੍ਰਿਕ ਫੀਲਡ ਦੀ ਜਿਹੜੀ ਇੰਟੈਂਸਿਟੀ ਹੈਗੀ ਕਿਹਦੇ ਆਲੇ ਦੁਆਲੇ ਜ਼ਿਆਦਾ ਹੋਊਗੀ? ਦੋਨਾਂ ਦੀ ਵੋਲਟੇਜ ਸੇਮ ਹੈਗੀ, ਪਤਾ ਜੀ? ਜਿਹੜਾ ਘੱਟ ਡਾਇਮੀਟਰ ਹੈ ਜੀ। ਕਾਰਨ ਉਹਦਾ ਰਾਜੇ ਕਿਉਂ ਕਹਿ ਰਹੇ ਆਂਗੇ, ਇਦਾਂ ਕਿਉਂ ਕਹਿ ਰਹੇ ਆਂਗੇ ਆਪਾਂ? ਉਹਦਾ ਤਾਂ ਦੱਸਿਆ ਨਹੀਂ ਹਲੇ ਜੀ। ਹਾਂਜੀ, ਧਿਆਨ ਨਾਲ ਸੁਣੋ ਰਾਜੇ। ਮੰਨ ਲਓ ਸਪੋਜ਼ ਕਰੋ ਜਿਹਦਾ ਡਾਇਆ ਹੈਗਾ, ਜੇ ਆਪਾਂ ਇਹਦੇ ਆਲੇ ਦੁਆਲੇ ਦੇਖੀਏ, ਸਪੋਜ਼ ਕਰੋ 1 2 3 4 5 6 7 8 9 10 11 12 13 14 15, ਤਾਂ ਬਿਲਕੁਲ ਆਲੇ ਦੁਆਲੇ ਡਾਇਆਮੀਟਰ ਦੇ ਆਲੇ ਦੁਆਲੇ 15 ਪਾਰਟੀਕਲਸ ਨੇ ਸਾਡੇ। ਸਪੋਜ਼ ਕਰੋ, ਚਲੋ 15 ਛੱਡੋ 22 ਕਹਿ ਲਓ। ਅਬ ਇੱਕ ਪਾਰਟੀਕੂਲਰ ਥਾਂ ਵਾਸਤੇ ਦੇਖਦੇ ਆ, ਬਈ 22 ਹੁੰਦੇ ਨਹੀਂ, ਇਹ ਤਾਂ ਲੱਖਾਂ ਕਰੋੜਾਂ ਦੇ ਵਿੱਚ ਹੁੰਦੇ ਆ। ਮੈਂ ਸਿਰਫ ਇੱਕ ਐਗਜ਼ਾਮਪਲ ਲੈ ਕੇ ਚੱਲਦਾ ਵੀ ਇੰਨੇ ਕੁ ਥਾਂ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਆ ਵੀ ਸਾਡੇ ਕਿੰਨੇ ਪਾਰਟੀਕਲਸ ਨੇ ਇੱਥੇ? 22 ਪਾਰਟੀਕਲਸ ਨੇਗੇ, ਠੀਕ ਹੈ ਜੀ। ਤੇ ਜੇ 22 ਪਾਰਟੀਕਲ ਨੇਗੇ, ਹਰੇਕ ਪਾਰਟੀਕਲ ਦੇ ਉੱਪਰ ਕਿੰਨੀ ਵੋਲਟੇਜ? ਇਹ ਟੋਟਲ ਵੋਲਟੇਜ ਹੈਗੀ ਆ 220। ਹਰੇਕ ਪਾਰਟੀਕਲ ਦੇ ਉੱਪਰ ਵੋਲਟੇਜ ਆਈ ਹੈਗੀ 22, ਸੌਰੀ ਜਿਹੜੀ ਹਰੇਕ ਟੋਟਲ ਪਾਰਟੀਕਲ ਕਿੰਨੇ ਨੇ? 22। ਟੋਟਲ ਵੋਲਟੇਜ ਕਿੰਨੀ ਆ? 220 kV। ਤੇ ਜੇ ਆਪਾਂ ਇਹਨੂੰ ਕੱਟੀਏ ਤਾਂ ਇੱਕ ਪਾਰਟੀਕਲ ਦੇ ਉੱਪਰ ਕਿੰਨੀ ਵੋਲਟੇਜ ਆ ਰਹੀ ਹੈ? 10 kV ਵੋਲਟੇਜ ਆ ਰਹੀ ਹੈ। ਇਹ ਗੱਲ ਸਹੀ ਹੈਗੀ? ਇਹ ਗੱਲ ਸਹੀ ਆ? ਹਾਂਜੀ ਸਹੀ ਹੈ। ਤੇ ਜੇ ਬੱਚੇ ਏਰੀਆ ਸਾਡਾ ਵੱਧ ਜਾਏਗਾ, ਜੇ ਏਰੀਆ ਵੱਧ ਜਾਏਗਾ ਤਾਂ ਆਬਵੀਅਸਲੀ ਜੇ ਆਪਾਂ ਇਹਦੇ ਆਲੇ ਦੁਆਲੇ ਇੱਕ ਲਾਈਨ ਖਿੱਚਾਂਗੇ ਤਾਂ ਹੁਣ ਪਾਰਟੀਕਲ ਵੱਧ ਆਉਣਗੇ ਨਾ ਸਾਡੇ ਇਹਦੇ ਆਲੇ ਦੁਆਲੇ। ਜੇ ਆਪਾਂ ਇੱਥੇ ਦੇਖਾਂਗੇ ਜਿਹੜੇ ਪਾਰਟੀਕਲਸ ਹੋਣਗੇ, ਜਿੰਨਾ ਕਿ ਆ ਦੇਖੋ, ਇੱਕ ਤਾਂ ਆਹ ਡਾਇਆ, ਇੱਕ ਆਹ ਡਾਇਆ, ਇਹਦੇ ਡਾਏ ਦੇ ਆਲੇ ਦੁਆਲੇ 1 2 3 4 5 6 7 8 9 10 11 12, ਇਹ ਤਾਂ 22 ਹੋ ਗਏ। ਪਰ ਏਰੀਆ ਜਿਹਦਾ ਵੱਡਾ ਗਾ ਉਹਦੇ ਆਲੇ ਦੁਆਲੇ ਪਾਰਟੀਕਲਸ ਕਿੰਨੇ ਨੇਗੇ? ਉਹਦੇ ਆਲੇ ਦੁਆਲੇ ਤਾਂ ਪਾਰਟੀਕਲਸ ਵੱਧ ਹੋਣਗੇ ਨਾ ਬੱਚੇ। ਤਾਂ ਇਹਦੇ ਵਿੱਚ ਜੇ ਮੰਨ ਲਓ 44 ਨੇਗੇ ਤਾਂ ਅਸੀਂ 220 ਨੂੰ ਡਿਵਾਈਡ ਕਰਾਂਗੇ 44 ਨਾਲ, ਸਾਡੇ ਕੋਲੇ ਵੋਲਟੇਜ ਕਿੰਨੀ ਆਊਗੀ? 5 kV ਆਊਗੀ। 5 kV ਪਰ ਪਾਰਟੀਕਲ ਆਊਗੀ। ਕਲੀਅਰ ਹੋਈ ਰਾਜੀ ਗੱਲ ਇਹ? ਤਾਂ ਜਿੰਨਾ ਵੀ ਸਾਡਾ ਕਿਸੇ ਵੀ ਚੀਜ਼ ਦਾ ਏਰੀਆ, ਜਿਹੜਾ ਏਰੀਆ ਆਫ ਕਨੈਕਟਰ ਜਿੰਨਾ ਜ਼ਿਆਦਾ ਹੋਊਗਾ, ਏਰੀਆ ਆਫ ਕਨੈਕਟਰ ਜਿੰਨਾ ਬੱਚੇ ਜ਼ਿਆਦਾ ਹੋਊਗਾ, ਉਹਦੇ ਨਾਲ ਇਲੈਕਟ੍ਰੋਸਟੈਟਿਕ ਸਟ੍ਰੈਸ ਕੀ ਹੋਣਗੇ? ਹਾਂਜੀ, ਰਿਡਿਊਸ ਹੋ ਜਾਣਗੇ ਬੱਚੇ, ਰਿਡਿਊਸ ਹੋ ਜਾਣਗੇ। ਇਲੈਕਟ੍ਰੋਸਟੈਟਿਕ ਸਟ੍ਰੈਸ ਸਾਡੇ ਘਟ ਜਾਣਗੇ। ਸਟ੍ਰੈਸ ਦੇਖੋ ਇਹਦੇ ਵਿੱਚ ਕਿੰਨਾ ਸਟ੍ਰੈਸ ਸੀਗਾ? ਇੱਕ ਪਾਰਟੀਕਲ ਦੇ ਉੱਪਰ 10 kV ਦਾ ਸਟ੍ਰੈਸ ਸੀਗਾ, ਇਹਦੇ ਵਿੱਚ ਕਿੰਨੇ ਦਾ ਸਟ੍ਰੈਸ ਹੈਗਾ? ਸਿਰਫ 5 kV ਦਾ ਸਟ੍ਰੈਸ ਹੈਗਾ। ਤਾਂ ਕਲੀਅਰ ਹੋ ਗਿਆ? ਡਾਏ ਦੇ ਵਧਣ ਦੇ ਨਾਲ ਸਾਡੇ ਹਮੇਸ਼ਾ ਜਿਹੜੇ ਸਾਡਾ ਸਟ੍ਰੈਸ ਹੁੰਦਾ ਹੈਗਾ ਉਹ ਹਮੇਸ਼ਾ ਇਲੈਕਟ੍ਰੋਸਟੈਟਿਕ ਸਟ੍ਰੈਸ ਸਾਡਾ ਘਟਦਾ ਹੈਗਾ। ਕਲੀਅਰ ਜੀ ਇਹ ਗੱਲ? ਤਾਂ ਹਾਂਜੀ ਸਰ। ਤਾਂ ਹੋਇਆ ਕੀ ਆ ਬੱਚੇ, ਇੱਥੇ ਵੀ ਸਾਡਾ ਜਿਹੜਾ ਕੰਡਕਟਰ ਸੀਗਾ, ਜਿਹੜਾ ਸਾਡਾ ਕੰਡਕਟਰ ਜਾ ਰਿਹਾ ਸੀ, ਜਿਹੜਾ ਸਾਡਾ ਕੰਡਕਟਰ ਜਾ ਰਿਹਾ ਸੀਗਾ ਬੱਚੇ, ਆਹ ਇਹ ਕੰਡਕਟਰ ਦਾ ਜਿਹੜਾ ਸਾਈਜ਼ ਸੀਗਾ ਉਹ ਪਤਲਾ ਸੀਗਾ ਨਾ ਪਹਿਲਾਂ। ਇਹਦਾ ਸਾਈਜ਼ ਜਿਹੜਾ ਸੀਗਾ ਉਹ ਸਪੋਜ਼ ਕਰੋ ਪਤਲਾ ਗਿਆ ਦਾ ਸਾਈਜ਼। ਜੇ ਇਹ ਵਾਇਰ ਸਾਡੀ ਬਹੁਤ ਜ਼ਿਆਦਾ ਮੋਟੀ ਤਾਂ ਹੁੰਦੀ ਨਹੀਂ ਹੈਗੀ। ਇਹਦੇ ਆਲੇ ਦੁਆਲੇ ਜਿਹੜੇ ਇਲੈਕਟ੍ਰੋਸਟੈਟਿਕ ਸਟ੍ਰੈਸ ਨੇਗੇ, ਜਿਹੜੇ ਆਲੇ ਦੁਆਲੇ ਇਲੈਕਟ੍ਰੋਸਟੈਟਿਕ ਸਟ੍ਰੈਸ ਘੱਟ ਹੋਣਗੇ ਵੱਧ ਹੋਣਗੇ? ਵੱਧ ਹੋਣਗੇ ਬੱਚੇ। ਇਹਦੇ ਆਲੇ ਦੁਆਲੇ ਇਲੈਕਟ੍ਰੋਸਟੈਟਿਕ ਸਟ੍ਰੈਸ ਜਿਹੜੇ ਹੁੰਦੇ ਹੈਗੇ, ਇਲੈਕਟ੍ਰੋਸਟੈਟਿਕ ਸਟ੍ਰੈਸ ਬਹੁਤ ਜ਼ਿਆਦਾ ਹੁੰਦੇ ਹੈਗੇ ਜਦੋਂ ਅਸੀਂ ਕਿਸੇ ਏਦਾਂ ਇਹ ਜੁੜਿਆ ਹੋਏਗਾ ਨਾ ਕਿਸੇ ਇਹਦੇ ਨਾਲ, ਇਨਸੂਲੇਟਰ ਨਾਲ, ਏਦਾਂ ਕਰਕੇ ਇਹਨੂੰ ਏਦਾਂ ਕਰਕੇ ਜੋੜ ਕੇ ਰੱਖਿਆ ਹੋਇਆ ਇਨਸੂਲੇਟਰ ਦੇ ਨਾਲ। ਇੱਥੇ ਅਸੀਂ ਰੱਖਿਆ ਹੋਇਆ ਕਿ ਏਦਾਂ ਦਾ ਰਿੰਗ। ਇੱਕ ਜ਼ਰੂਰੀ ਨਹੀਂ ਹੈਗਾ ਜਿਹੜਾ ਮੈਂ ਦਿਖਾਇਆ ਸੀਗਾ ਵੀ ਏਦਾਂ ਦਾ ਹੀ ਹੋਊਗਾ, ਕੋਈ ਜ਼ਰੂਰੀ ਨਹੀਂ ਹੈਗਾ ਬੱਚੇ। ਇਹ ਏਦਾਂ ਦਾ ਵੀ ਹੋ ਸਕਦਾ ਹੈਗਾ, ਇਹ ਬਿਲਕੁਲ ਗੋਲ ਵੀ ਹੋ ਸਕਦਾ ਹੈਗਾ, ਏਦਾਂ ਵੀ ਹੋ ਸਕਦਾ ਹੈ। ਇਹ ਕੰਡਕਟਿੰਗ ਹੁੰਦਾ ਰਹੇ, ਸੇਮ ਮਟੀਰੀਅਲ ਹੁੰਦਾ ਹੈਗਾ ਇਹਦਾ। ਜਿਹੜਾ ਮਟੀਰੀਅਲ ਸਾਡੇ ਇਹਦਾ ਹੁੰਦਾ ਨਾ ਐਲੂਮੀਨੀਅਮ ਦਾ ਵੀ ਹੋ ਸਕਦਾ ਹੈਗਾ ਇਹ, ਜਾਂ ਫਿਰ ਕਿਸੇ ਵੀ ਮਟੀਰੀਅਲ ਦਾ ਹੋ ਸਕਦਾ ਜਿਹੜਾ ਕੰਡਕਟਿੰਗ ਹੋਵੇ। ਤਾਂ ਜਿਹੜਾ ਜਿੰਨਾ ਵੀ ਇਹਦੇ ਨਾਲ ਦੇਖੋ, ਕਿਸੇ ਰਾਜੇ ਹਵਾ ਦੇ ਵਿੱਚ ਮਿੱਟੀ ਨੂੰ, ਜਿਹੜੀ ਮਿੱਟੀ ਦੇ ਕਣ ਉਹਨਾਂ ਨੂੰ ਆਇਓਨਾਈਜ਼ ਕਰਨਾ ਸੌਖਾ ਕਿ ਜਿਹੜਾ ਕੰਡਕਟਿੰਗ ਮਟੀਰੀਅਲ ਪਏ ਇਹਨੂੰ ਆਇਓਨਾਈਜ਼ ਕਰਨਾ ਸੌਖਾ? ਇਹਨੂੰ ਆਇਓਨਾਈਜ਼ ਕਰਨਾ ਬਹੁਤ ਸੌਖਾ। ਤਾਂ ਜ਼ਿਆਦਾਤਰ ਜਿੰਨਾ ਵੀ ਇਸ ਤਾਰ ਦੇ ਆਲੇ ਦੁਆਲੇ ਸਟ੍ਰੈਸ ਹੋਊਗਾ ਉਹ ਸਾਰਾ ਸਟ੍ਰੈਸ ਕਿਹਦੇ ਵਿੱਚ ਚਲਾ ਜਾਊਗਾ? ਇਹਦੇ ਵਿੱਚ ਚਲਾ ਜਾਊਗਾ ਰਾਜੇ। ਤੇ ਜਿਹੜਾ ਸਟ੍ਰੈਸ ਹੈਗਾ, ਜਿਹੜਾ ਇਹ ਇਲੈਕਟ੍ਰੋਸਟੈਟਿਕ ਸਟ੍ਰੈਸ ਹੈਗਾ, ਉਹ ਸਾਰਾ ਇਹਦੇ ਵਿੱਚ ਚਲਾ ਗਿਆ, ਇੱਕ ਗਾਰਡ ਰਿੰਗ ਦੇ ਵਿੱਚ ਚਲਾ ਗਿਆ।
ਜੇ ਗਾਰਡ ਰਿੰਗ ਦੇ ਵਿੱਚ ਚਲਾ ਗਿਆ, ਹੁਣ ਗਾਰਡ ਰਿੰਗ ਦਾ ਏਰੀਆ ਕੀ ਹੈ ਜੇ ਏਰੀਆ ਬਹੁਤ ਜ਼ਿਆਦਾ ਵੱਡਾ ਹੈਗਾ, ਇਹਦਾ ਮਤਲਬ ਉੱਥੇ ਜਿਹੜਾ ਸਟ੍ਰੈਸ ਜਿਹੜਾ ਇੱਕ ਕੰਡਕਟਰ ਦੁਆਰਾ ਪੈਦਾ ਕੀਤਾ ਗਿਆ ਸਟ੍ਰੈਸ ਸੀਗਾ ਉਹਦੇ ਨਾਲੋਂ ਤਾਂ ਗਾਰਡ ਰਿੰਗ ਦੁਆਰਾ ਪੈਦਾ ਕੀਤੇ ਗਏ ਸਟ੍ਰੈਸ ਜਿਹੜਾ ਉਹ ਬਹੁਤ ਜ਼ਿਆਦਾ ਘੱਟ ਹੈਗਾ। ਕਿਉਂ ਘੱਟ ਹੈ ਇਹ ਪਤਾ ਲੱਗ ਗਿਆ ਰਾਜੇ? ਕਿਉਂਕਿ ਜਿੰਨਾ ਵੱਡਾ ਏਰੀਆ ਹੋਊਗਾ ਉਨੇ ਸਾਡੇ ਪਾਰਟੀਕਲ, ਸਾਡੇ ਨੰਬਰ ਆਫ ਪਾਰਟੀਕਲਸ ਵੱਧ ਜਾਣਗੇ, ਤਾਂ ਪਰ ਪਾਰਟੀਕਲ ਜਿਹੜੇ ਵੋਲਟੇਜ ਸਟ੍ਰੈਸ ਹੋਊਗਾ ਉਹ ਸਾਡਾ ਘਟ ਜਾਊਗਾ। ਪਰ ਆਹ ਕਨੈਕਟਰ ਦੇ ਆਲੇ ਦੁਆਲੇ ਤਾਂ ਪਾਰਟੀਕਲ ਬਹੁਤ ਥੋੜੇ ਸੀਗੇ। ਤਾਂ ਕੀ ਇਹ ਗੱਲ ਕਲੀਅਰ ਹੋ ਗਈ ਬੱਚੇ? ਤਾਂ ਜਿੰਨਾ ਜ਼ਿਆਦਾ ਜੀ ਆਪਣਾ ਏਰੀਆ ਵੱਧਦਾ ਹੁੰਦਾਗਾ ਉਹਨਾਂ ਸਾਡਾ। ਦੂਸਰੀ ਚੀਜ਼ ਤੁਹਾਨੂੰ ਦੱਸੀ ਹੋ ਸੀਗੀ ਵੀ ਇਹਦੇ ਵਿੱਚ ਜਿਹੜਾ ਆਹ ਵੋਲਟੇਜ ਹੋਊਗੀ ਇਹ ਕੁਛ ਨਾ ਕੁਛ ਕਰੰਟ ਇੱਧਰ ਨੂੰ ਵੀ ਭੇਜੇਗੀ ਇੱਦਾਂ, ਜਿਹਦੇ ਨਾਲ ਸਾਡੇ ਥਰੂ ਆਊਟ ਦਾ ਡਿਸਕ ਜਿਹੜਾ ਕਰੰਟ ਹੈਗਾ ਉਹ ਸਾਡਾ ਸੇਮ ਜਾਏਗਾ। ਚਲੋ ਓਕੇ ਜੀ, ਇਹ ਟੌਪਿਕ ਦਾ ਸਾਡਾ ਹੋ ਗਿਆ ਜੀ ਕੰਪਲੀਟ। ਇਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਟੌਪਿਕ ਹੈਗਾ ਉਹ ਦੇਖਦੇ ਆਂਗੇ। ਉਹ ਨੈਕਸਟ ਟੌਪਿਕ ਸਾਡਾ ਸੈਗ ਹੈਗਾ। ਸੈਗ ਹੁੰਦਾ ਕੀ ਹੈ ਬੱਚੇ? ਸੈਗ ਆ ਜਿਹੜਾ ਸਾਡਾ ਦੋ ਸਾਡੇ ਸਪੋਰਟਿੰਗ ਸਟਰਕਚਰ ਦੇ ਵਿਚਕਾਰ the highest point of two supporting structure and the lowest point between the conductor। ਆਹ ਕੰਡਕਟਰ ਦਾ ਹੈਗਾ ਰਾਜੇ ਲੋਐਸਟ ਪਾਰਟ ਜਿਹੜਾ ਆਹ ਤੇ ਆਹ ਹੈਗਾ ਹਾਈਐਸਟ ਪਾਰਟ ਆਫ ਸਪੋਰਟਰ ਦਾ। ਇਹਨਾਂ ਦਾ ਲੈ ਕੇ ਇੱਥੋਂ ਤੇ ਲੈ ਕੇ ਇੱਥੇ ਤੱਕ ਜਿਹੜੀ ਇਹ ਦੂਰੀ ਹੈਗੀ ਇਹਨੂੰ ਅਸੀਂ ਕਿਹਾ ਜਾਂਦਾ ਹੈਗਾ ਸੈਗ ਕਹਿੰਦੇ ਇਹਨੂੰ ਆਪਾਂ। ਜਿਹੜਾ ਕੰਡਕਟਰ ਝੂਲ ਨਹੀਂ ਰਿਹਾ ਹੁੰਦਾ, ਕੰਡਕਟਰ ਦੇ ਇਸ ਝੂਲਣ ਨੂੰ ਅਸੀਂ ਸੈਗ ਕਹਿੰਦੇ ਆਂਗੇ। ਇਹਦੀ ਇੰਪੋਰਟੈਂਸ ਕੀ ਹੈਗੀ ਹੈ, ਕੀ ਹੁੰਦਾ, ਇਹ ਸਾਰਾ ਕੁਝ ਆਪਾਂ ਦੇਖਾਂਗੇ ਹੁਣ। ਸਭ ਤੋਂ ਪਹਿਲਾਂ ਤਾਂ ਕੀ ਹੈਗਾ, ਇਹਨੂੰ ਜਿਹੜੀ ਡੈਫੀਨੇਸ਼ਨ ਆ ਜੇ ਲਿਖਣੀ ਹੈ ਲਿਖ ਲਓ। ਡਿਫਰੈਂਸ ਇਨ ਦਾ ਲੈਵਲ, ਇਟ ਇਜ਼ ਦਾ difference in level between the highest point of supporting structure and lowermost point of conductor। ਆ ਜਿਹੜਾ ਡਿਫਰੈਂਸ ਹੈਗਾ, ਆ ਹੈਗਾ ਮੰਨ ਲਓ 10 ਫੁੱਟ, ਆ ਹੈਗਾ 15 ਫੁੱਟ, ਤਾਂ 15 ਮਾਈਨਸ 10 ਇਜ਼ੀਕਲ ਟੂ ਕਿੰਨਾ ਫੁੱਟ ਦਾ ਫਰਕ ਹੈਗਾ? 5 ਫੁੱਟ ਦਾ ਫਰਕ ਹੈਗਾ। ਇਹਨੂੰ ਆਪਾਂ ਸੈਗ ਕਹਿੰਦੇ ਆਂਗੇ ਬੱਚੇ। ਕਲੀਅਰ ਹੋ ਗਈ ਬੱਚੇ ਗੱਲ ਇਹ? ਤੇ ਕੀ ਇਹ ਸੈਗ ਦੀ ਸਾਨੂੰ ਲੋੜ ਹੁੰਦੀ ਹੈਗੀ ਜਾਂ ਨਹੀਂ ਹੁੰਦੀ ਹੈਗੀ? ਕੋਈ ਦੱਸ ਸਕਦੇ ਹੋ ਸੈਗ ਬਾਰੇ? ਇਹਦਾ ਫਾਇਦਾ ਕੀ ਹੈ, ਨੁਕਸਾਨ? ਇਹਦਾ ਫਾਇਦਾ ਹੈ ਕੋਈ ਸੈਗ ਦਾ? ਇਹ ਸੈਗ ਜਿਹੜਾ ਪੈਦਾ ਹੁੰਦਾ ਇਹ ਕਿਉਂ ਹੁੰਦਾ ਹੈਗਾ? ਜਿਹੜਾ ਇਸ ਕੰਡਕਟਰ ਦਾ ਆਪਣਾ ਭਾਰ ਹੈਗਾ, ਇਸ ਕੰਡਕਟਰ ਜਿਹੜਾ ਆਪਣਾ ਭਾਰ ਆ, ਉਹ ਜਿਹੜੇ ਗ੍ਰੈਵਿਟੇਸ਼ਨ ਪੁੱਲ ਆ ਜਿਹੜਾ ਸਾਡਾ ਗ੍ਰੈਵਿਟੇਸ਼ਨ ਫੋਰਸ ਹੈਗੀ, ਉਹ ਗ੍ਰੈਵਿਟੇਸ਼ਨ ਫੋਰਸ ਨੂੰ ਆਪਣੇ ਵੱਲ ਖਿੱਚਦੀ ਹੈਗੀ ਬੱਚੇ। ਜਿਹੜਾ ਇਹ ਗ੍ਰੈਵਿਟੇਸ਼ਨ ਪੁੱਲ ਹੈਗਾ ਇਹ ਸਾਡੇ ਜਿਹੜੇ ਕੰਡਕਟਰ ਨੂੰ ਆਪਾਂ ਨੂੰ ਹੇਠਾਂ ਨੂੰ ਖਿੱਚੇਗਾ, ਜਿਹਦੇ ਕਰਕੇ ਜਦੋਂ ਅਸੀਂ ਇਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਾਂਗੇ ਨਾ, ਦੂਰ ਇੱਧਰਲੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਾਂਗੇ ਕੰਡਕਟਰ ਨੂੰ, ਵੀ ਇਹ ਸਿੱਧਾ ਹੋ ਜਾਵੇ, ਉਹ ਹੋਣਾ ਨਹੀਂ ਹੈਗਾ। ਇਹ ਤੇ ਬਹੁਤ ਜ਼ਿਆਦਾ ਜ਼ੋਰ ਲੱਗੇਗਾ ਬੱਚੇ ਇੱਧਰ ਨੂੰ ਖਿੱਚਣ ਨੂੰ, ਬਹੁਤ ਜ਼ਿਆਦਾ ਸਾਨੂੰ ਫੋਰਸ ਦੀ ਲੋੜ ਪਏਗੀ। ਤੇ ਜੇ ਬਾਈ ਚਾਂਸ ਇੰਨਾ ਜ਼ਿਆਦਾ ਫੋਰਸ ਲਗਾਵਾਂਗੇ ਤਾਂ ਇਹਦੀ ਜਿਹੜੀ ਟੈਨਸ਼ਨ ਹੈਗੀ ਇਹਦੇ ਅੰਦਰ, ਟੈਨਸ਼ਨ ਸਟਰੈਂਥ ਹੈਗੀ, ਉਹ ਸਾਡੀ ਜਵਾਬ ਵੀ ਦੇ ਸਕਦੀ ਹੈ। ਸਾਡਾ ਜਿਹੜਾ ਕੰਡਕਟਰ ਆ ਉਹ ਟੁੱਟ ਸਕਦਾ, ਬ੍ਰੇਕ ਹੋ ਸਕਦਾ। ਕਲੀਅਰ ਹੋ ਗਈ ਬੱਚੇ ਗੱਲ ਇਹ? ਵੀ ਜੇ ਅਸੀਂ ਤਾਰਾਂ ਨੂੰ ਬਹੁਤ ਜ਼ਿਆਦਾ ਖਿੱਚਾਂਗੇ ਤਾਂ ਖਿੱਚਣ ਦੇ ਨਾਲ ਕੀ ਹੋਊਗਾ? ਤਾਰਾਂ ਨੂੰ ਖਿੱਚਣ ਦੇ ਨਾਲ ਤਾਰਾਂ ਦੇ ਵਿੱਚ ਮਕੈਨੀਕਲ ਸਟਰੈਂਥ ਆ ਜਿਹੜੀ ਉਹ ਜਵਾਬ ਦੇ ਸਕਦੀ, ਜਿਹਦੇ ਕਰਕੇ ਸਾਡਾ ਕੰਡਕਟਰ ਆ ਜਿਹੜਾ ਉਹ ਟੁੱਟ ਸਕਦਾ। ਤਾਂ ਜ਼ਰੂਰੀ ਹੈਗਾ ਵੀ ਅਸੀਂ ਕੁਛ ਨਾ ਕੁਛ ਸੈਗ ਦੇਈਏ। ਜੇ ਕੁਛ ਨਾ ਕੁਛ ਸੈਗ ਹੋਊਗਾ ਤਾਂ ਉਹ ਕੰਡਕਟਰ ਦਾ ਜਿਹੜਾ ਉਹਦੇ ਵਿੱਚ ਥੋੜੀ ਬਹੁਤੀ ਝੂਲਣ ਦੀ ਸਮਰੱਥਾ ਹੋਊਗੀ। ਜਿਹੜਾ ਕੰਡਕਟਰ ਉਹਦੇ ਵਿੱਚ ਟੈਨਸ਼ਨ ਜਿਹੜੀ ਹੋਊਗੀ ਉਹ ਬਹੁਤ ਜ਼ਿਆਦਾ ਨਹੀਂ ਪੈਦਾ ਹੋਊਗੀ, ਤਾਂ ਮਕੈਨੀਕਲ ਟੈਨਸ਼ਨ ਜਿਹੜੀ ਹੈਗੀ ਸਾਡੀ ਉਹ ਘੱਟ ਹੋਊਗੀ। ਕਲੀਅਰ ਹੋ ਗਈ ਜੀ ਗੱਲ ਇਹ? ਤਾਂ ਇੰਪੋਰਟੈਂਸ ਸੈਗ ਦੀ ਜੇ ਆਪਾਂ ਗੱਲ ਕਰੀਏ, ਇੰਪੋਰਟੈਂਸ ਆਫ ਸੈਗ ਹੁੰਦੀ ਕੀ ਹੈ ਇਹਦੇ ਬਾਰੇ ਦੇਖਦੇ ਆਂਗੇ ਆਪਾਂ। ਪਹਿਲੀ ਤਾਂ ਹੈਗੀ ਆ ਜੀ ਟੈਨਸ਼ਨ। ਕੰਡਕਟਰ ਦੀ ਟੈਨਸ਼ਨ ਆ ਜਿਹੜੀ ਸਾਡੀ
ਜੇ ਕਨੈਕਟਰ ਦੋ ਦੇ ਵਿਚਕਾਰ ਜੇ ਆਪਾਂ ਰਾਜੇ ਬਹੁਤ ਜ਼ਿਆਦਾ ਸਟ੍ਰੈਚ ਕਰਾਂਗੇ ਤਾਂ ਟੈਨਸ਼ਨ ਸਾਡੀ ਕੀ ਹੋਏਗੀ, ਟੈਨਸ਼ਨ ਸਾਡੀ ਇੰਕਰੀਜ਼ ਹੋਏਗੀ। ਤੇ ਅਸੀਂ ਟੈਨਸ਼ਨ ਨੂੰ ਬੈਲੈਂਸ ਕਰਨ ਵਾਸਤੇ, ਟੈਨਸ਼ਨ ਸਮਝਦੇ ਹੋ ਬੱਚੇ ਕੀ ਹੁੰਦੀ ਹੈਗੀ, ਸੁਣਿਓ ਟੈਨਸ਼ਨ ਪਤਾ ਕੀ ਹੁੰਦੀ ਹੈਗੀ, ਜਿਹੜੀ ਮਕੈਨੀਕਲ ਟੈਨਸ਼ਨ ਕੀ ਹੁੰਦੀ ਹੈਗੀ, ਤਾੜ, ਜਿਹਨੂੰ ਅਸੀਂ ਤਾੜ ਨਹੀਂ ਕਹਿੰਦੇ ਹੈਗੇ, ਤਾੜ ਆ ਰਬੜ ਹੈਗੀ ਸਾਡੀ, ਸਪੋਜ਼ ਕਰੋ ਰਬੜ ਹੈਗੀ, ਰਬੜ ਨੂੰ ਆਪਾਂ ਜੇ ਇੱਧਰ ਨੂੰ ਖਿੱਚੀਏ ਇੱਧਰ ਨੂੰ ਖਿੱਚੀਏ ਤਾਂ ਇਹਦੇ ਵਿਚਕਾਰ ਜਿਹੜੀ ਸਾਡੀ ਕੀ ਹੋਏਗੀ, ਇਹ ਸਟ੍ਰੈਸ ਹੋਏਗੀ ਨਾ, ਇਹਦੀ ਟੈਨਸ਼ਨ ਵਧੇਗੀ, ਇਹਦੀ ਕੋਈ ਹੈ ਪੁਆਇੰਟ ਜਿੱਥੇ ਆ ਕੇ ਇਹ ਟੁੱਟ ਜਾਏਗੀ। ਟੁੱਟੀ ਕਿਉਂ? ਕਿਉਂਕਿ ਟੈਨਸ਼ਨ ਅਸੀਂ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਇਹਨੂੰ ਚਾਰੇ ਪਾਸੇ ਖਿੱਚ ਲਿਆ ਇਹਨੂੰ। ਲੋਕ ਕਿਸੇ ਵੀ ਦਿਮਾਗ ਦੇ ਵਿੱਚ ਟੈਨਸ਼ਨ ਕਦੋਂ ਹੁੰਦੀ ਹੈ? ਚਾਰੇ ਪਾਸੇ ਬੰਦਾ ਘਿਰਿਆ ਹੋਵੇ, ਜੌਬ ਤੋਂ ਵੀ ਔਖਾ ਹੋਵੇ, ਆਪਦੀ ਜੌਬ ਦੇ ਘਰੋਂ ਵੀ ਔਖਾ ਹੋਵੇ, ਹਨਾ, ਆਪਦੇ ਪੈਸਿਆਂ ਵੱਲੋਂ ਵੀ ਔਖਾ ਹੋਵੇ, ਜੇ ਸਾਰੇ ਪਾਸੇ ਔਖਾ ਹੋਵੇ, ਚਾਰੇ ਪਾਸੇ ਖਿੱਚ ਰਹੀਆਂ ਹੋਣ ਚੀਜ਼ਾਂ, ਜਿਹੜੀ ਖਿੱਚ ਹੁੰਦੀ ਹੈ ਨਾ, ਖਿੱਚ ਕਹਿ ਸਕਦੇ ਆ ਪੰਜਾਬੀ। ਚਲੋ ਪੰਜਾਬੀ ਜਿਹੜਾ ਵਰਡ ਹੈਗਾ ਉਹ ਖਿੱਚ ਹੈਗਾ ਬੱਚੇ, ਟੈਨਸ਼ਨ ਦਾ ਵਰਡ। ਬੰਦਾ ਕਹਿੰਦਾ ਚਾਰੇ ਪਾਸੇ ਖਿੱਚ ਰਹੀ ਹੈ ਕਬੀਲਦਾਰੀ, ਹਨਾ, ਉਹ ਗੱਲ ਆ ਵੀ ਇੱਕ ਤਾਰ ਆ ਗਈ ਜਿਹੜੀ ਸਾਡੀ, ਇਹ ਤਾਰ ਨੂੰ ਦੋਨੇ ਪਾਸੇ ਤੋਂ ਜੇ ਆਪਾਂ ਇੰਨਾ ਜ਼ਿਆਦਾ ਖਿੱਚ ਲਾਂਗੇ, ਇੰਨਾ ਜ਼ਿਆਦਾ ਖਿੱਚਾਂਗੇ ਇਹਨੂੰ, ਇਹ ਵੈਸੇ ਇਦਾਂਗੇ ਇਹ, ਤੇ ਜਿਹਨੂੰ ਆਪਾਂ ਬਹੁਤ ਜ਼ਿਆਦਾ ਦੋਨੇ ਪਾਸੇ ਖਿੱਚੀ ਜਾਵਾਂਗੇ ਤੇ ਇਹਦੇ ਅੰਦਰਲੇ ਪਾਸੇ ਟੈਨਸ਼ਨ ਪੈਦਾ ਹੋਈ ਜਾਵੇ। ਤਾਂ ਅਸੀਂ ਚਾਹੁੰਦੇ ਹੁੰਦੇ ਆਂਗੇ ਵੀ ਸਾਡੇ ਕੋਲੇ ਜਿਹੜੀ ਟੈਨਸ਼ਨ ਹੈਗੀ ਉਹ ਘੱਟ ਤੋਂ ਘੱਟ ਹੋਵੇ ਕਨੈਕਟਰ ਦੇ ਵਿੱਚ, ਅਦਰਵਾਈਜ਼ ਕਨੈਕਟਰ ਕਿਸੇ ਵੇਲੇ ਵੀ ਟੁੱਟ ਜੂਗਾ। ਜਿੰਨੀ ਟੈਨਸ਼ਨ ਤੁਸੀਂ ਜ਼ਿਆਦਾ ਰੱਖੋਗੇ ਕਿਸੇ ਕਨੈਕਟਰ ਦੇ ਅੰਦਰ, ਤਾਂ ਉਹ ਜਿਹੜਾ ਕਨੈਕਟਰ ਆ ਉਹ ਬਹੁਤ ਛੇਤੀ ਟੁੱਟ ਸਕਦਾ ਹੈਗਾ। ਤਾਂ ਉਸ ਟੁੱਟਣ ਤੋਂ ਬਚਾਉਣ ਦੇ ਵਾਸਤੇ ਅਸੀਂ ਟੈਨਸ਼ਨ ਜਿਹੜੀ ਹੁੰਦੀ ਹੈ ਘੱਟ ਰੱਖੀ ਹੁੰਦੀ ਹੈ। ਤੇ ਟੈਨਸ਼ਨ ਘੱਟ ਕਿਵੇਂ ਹੋਊਗੀ ਬੱਚੇ? ਜੇ ਅਸੀਂ ਸੈਗ ਜ਼ਿਆਦਾ ਰੱਖਾਂਗੇ। ਤਾਂ ਕੁਛ ਸੈਗ ਆ ਜਿਹੜਾ ਸਾਨੂੰ ਸੈਗ ਮੇਨਟੇਨ ਕਰਨਾ ਪੈਂਦਾ ਹੈਗਾ, ਸੈਗ, ਟੂ ਰਿਡਿਊਸ ਦਾ ਟੈਨਸ਼ਨ ਆਫ ਕੰਡਕਟਰ, ਟੂ ਰਿਡਿਊਸ ਦਾ ਟੈਨਸ਼ਨ ਇਨ ਕੰਡਕਟਰ। ਕਲੀਅਰ ਹੋ ਗਈ ਜੀ ਗੱਲ ਇਹ, ਵੀ ਸੈਗ ਸਾਨੂੰ ਧੱਕੇ ਨਾਲ ਦੇਣਾ ਹੀ ਪਊਗਾ। ਕਲੀਅਰ ਹੋ ਗਈ ਜੀ ਗੱਲ ਇਹ, ਪ੍ਰੋਪਰ ਅਮਾਊਂਟ ਆਫ ਸੈਗ ਇਜ਼ ਰਿਕੁਆਇਰਡ ਟੂ ਰਿਡਿਊਸ ਦਾ ਟੈਨਸ਼ਨ ਆਫ ਕੰਡਕਟਰ। ਦੂਜਾ ਜਿਹੜਾ ਸਾਡਾ ਹੈਗਾ ਬੱਚੇ, ਉਹ ਹੈਗੀ ਆ ਹਾਈਟ ਆਫ ਟਾਵਰ। ਆ ਸਪੈਲਿੰਗ ਗਲਤ ਹੈ ਕਿ HEIGHT ਹੁੰਦਾ, ਹਾਈਟ ਆਫ ਟਾਵਰ। ਹਾਈਟ ਆਫ ਟਾਵਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਰਾਜੇ ਸੈਗ, ਦੱਸੋਗੇ? ਹਾਈਟ ਆਫ ਟਾਵਰ ਨੂੰ ਦੇਖੋ, ਹਰੇਕ ਟਰਾਂਸਮਿਸ਼ਨ ਲਾਈਨ ਦੀ ਜਿਹੜੀ ਵੋਲਟੇਜ ਹੁੰਦੀ ਹੈਗੀ, ਉਸ ਵੋਲਟੇਜ ਦੇ ਹਿਸਾਬ ਨਾਲ 220 kV ਹੈਗੀ, ਚਾਹੇ ਉਹ 132 kV ਹੈਗੀ, ਹਰੇਕ ਵੋਲਟੇਜ ਦੇ ਹਿਸਾਬ ਨਾਲ ਇਟ ਇਜ਼ ਰਿਕੁਆਇਰਡ ਟੂ ਮੇਨਟੇਨ ਏ ਮਿਨੀਮਮ ਗਰਾਊਂਡ ਕਲੀਅਰੈਂਸ। ਵੀ ਆਪਾਂ ਨੂੰ ਪਤਾ ਹੁੰਦਾ ਵੀ ਜੇ ਮੰਨ ਲਓ ਹੈਗੀ 66 kV ਲਾਈਨ ਘੱਟੋ ਘੱਟ 25 ਫੁੱਟ ਉੱਚੀ ਹੋਣੀ ਚਾਹੀਦੀ, ਸਪੋਜ਼ ਤਾਂ 25 ਫੁੱਟ ਉੱਚਾ ਰੱਖਣਾ ਗਾ ਜੇ ਆਪਾਂ। ਤਾਂ ਜੇ ਸਾਡੇ ਕੋਲੇ ਸੈਗ ਜ਼ਿਆਦੇ ਹੋਊਗੀ, ਸੈਗ ਸਾਡੀ ਜ਼ਿਆਦੇ ਹੋਊਗੀ, ਤਾਂ ਜੇ 25 ਫੁੱਟ ਵੀ ਮੇਨਟੇਨ ਤਾਂ ਕਰਨਾ ਜ਼ਰੂਰੀ ਹੈ ਨਾ, ਤਾਂ ਸਾਨੂੰ ਟਾਵਰਾਂ ਦੀ ਹਾਈਟ ਰਾਜੇ ਵਧਾਉਣੀ ਪਊਗੀ, ਫੇਰ ਕਿਤੇ ਜਾ ਕੇ ਇੱਥੇ ਤੱਕ ਫੇਰ ਸਾਡਾ ਪ੍ਰੋਪਰ 25 ਫੁੱਟ ਆਏਗਾ। ਕਿਉਂਕਿ ਕੰਡਕਟਰ ਜਿਹੜੇ ਹੈਗੇ, ਬੇਸ਼ੱਕ ਸਾਨੂੰ ਟਾਵਰ ਜਿਹੜੇ ਹੈਗੇ ਸਾਨੂੰ ਉਹ ਲੋਡ ਤੋਂ ਵੱਧ ਉੱਚੇ ਲਾਉਣੇ ਪੈਣਗੇ ਟੂ ਮੇਨਟੇਨ ਔਰ ਮੇਕ ਬੈਲੈਂਸ। ਜੇ ਅਸੀਂ ਬੈਲੈਂਸ ਬਣਾਉਣਾ ਕਾਰੇ ਵਿਚਕਾਰ ਬਿਟਵੀਨ ਦਾ ਸੈਗ ਐਂਡ ਗਰਾਊਂਡ ਕਲੀਅਰੈਂਸ, ਇਹ ਪ੍ਰੋਪਰ ਹਾਈਟ ਆਫ ਟਾਵਰ ਇਜ਼ ਰਿਕੁਆਇਰਡ। ਕਲੀਅਰ ਹੋ ਗਈ ਜੀ ਗੱਲ ਇਹ ਬੱਚੇ? ਸੁਣ ਦੱਸੋ ਮੈਨੂੰ। ਤਾਂ ਟਾਵਰ ਸਾਨੂੰ ਲੋਡ ਤੋਂ ਵੱਧ ਉੱਚੇ ਰੱਖਣੇ ਪੈਣਗੇ ਜੀ। ਠੀਕ ਹੈ ਜੀ। ਲਾਸਟ ਹੈਗਾ ਸਾਡਾ ਤੀਜਾ ਜਿਹੜਾ ਹੈਗਾ ਕੰਡਕਟਰ ਮਟੀਰੀਅਲ। ਤਾਂ ਸੈਗ ਦੇ ਵਧਣ ਘਟਣ ਨਾਲ ਮਟੀਰੀਅਲ ਤੇ ਕੀ ਡਿਪੈਂਡ ਕਰੂਗਾ ਰਾਜੇ? ਜਿੰਨਾ ਜ਼ਿਆਦਾ ਸੈਗ ਉਨਾ ਕੰਡਕਟਰ ਦਾ ਮਟੀਰੀਅਲ ਸਾਨੂੰ ਵੱਧ ਚਾਹੀਦਾ ਹੋਊਗਾ ਬੱਚੇ। ਜੇ ਸੈਗ ਅਸੀਂ ਬਹੁਤ ਜ਼ਿਆਦਾ ਰੱਖਾਂਗੇ, ਜਿੰਨਾ ਸੈਗ ਵੱਧਦਾ ਇਹਦਾ ਮਤਲਬ ਜਿਹੜੀ ਆਹ ਲੈਂਥ ਆ ਗਈ ਕੰਡਕਟਰ ਦੀ, ਉਹ ਲੈਂਥ ਜਿਹੜੀ ਸਾਡੀ ਇਹ ਵੱਧ ਗਈ ਨਾ। ਜਿੰਨੀ ਲੈਂਥ ਵੱਧ ਹੋਊਗੀ ਸਾਡੀ, ਉਨੇ ਹੀ ਬੱਚੇ ਸਾਨੂੰ ਕੰਡਕਟਰ ਜਿਹੜਾ ਉਹ ਹੈਗਾ ਮਟੀਰੀਅਲ ਹੈਗਾ ਉਹ ਵੱਧ ਲੈ ਕੇ ਆਉਣਾ ਪਊਗਾ। ਕਲੀਅਰ ਹੋ ਗਈ ਬੱਚੇ ਗੱਲ ਇਹ?
ਆਪਾਂ ਨੇ ਹੁਣ ਤੱਕ ਤਾਂ ਇਹੀ ਦੇਖਿਆ ਗਾ ਵੀ ਜੇ ਅਸੀਂ ਕੰਡਕਟਰ ਦਾ ਸਾਈਜ਼ ਘਟਾਉਣਾ ਗਾ, ਕੰਡਕਟਰ ਦਾ ਮਟੀਰੀਅਲ ਵੀ ਘਟਾਉਣਾ ਗਾ, ਜੇ ਅਸੀਂ ਗਰਾਊਂਡ ਕਲੀਅਰੈਂਸ ਇਹਦੇ ਖਰਚਾ ਵੀ ਘਟਾਉਣਾ ਗਾ ਟਾਵਰਾਂ ਦਾ, ਤਾਂ ਸਾਨੂੰ ਇੱਕੋ ਹੀ ਕੰਮ ਕਰਨਾ ਪਊ। ਕੀ ਕਰਨਾ ਪਊਗਾ ਬੱਚੇ? ਸੈਗ ਸਾਨੂੰ ਘੱਟ ਤੋਂ ਘੱਟ ਰੱਖਣੀ ਪਊਗੀ। ਤੇ ਸੈਗ ਘੱਟ ਤੋਂ ਘੱਟ ਰੱਖਣ ਵਾਸਤੇ ਕੰਡਕਟਰ ਦਾ ਕੀ ਜ਼ਿਆਦਾ ਹੋਣਾ ਚਾਹੀਦਾ ਰਾਜੇ? ਪਤਾ ਕੀ ਜ਼ਿਆਦਾ? ਮਕੈਨੀਕਲ ਸਟਰੈਂਥ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈਗੀ। ਮਕੈਨੀਕਲ ਸਟਰੈਂਥ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਅਸੀਂ ਸੈਗ ਘੱਟ ਰੱਖ ਸਕਾਂਗੇ, ਨਹੀਂ ਤਾਂ ਸਾਡਾ ਕੰਡਕਟਰ ਜਿਹੜਾ ਉਹ ਟੁੱਟੇ ਜਾਵੇਗਾ। ਓਕੇ ਜੀ, ਚਲੋ। ਤਾਂ ਹੁਣ ਇਸ ਤੋਂ ਬਾਅਦ ਰਾਜੇ ਇਹਦੀਆਂ ਕੈਲਕੂਲੇਸ਼ਨ ਆਉਂਦੀਆਂ ਨੇਗੀਆਂ। ਆਪਾਂ ਦੋ ਤਿੰਨ ਚੀਜ਼ਾਂ ਮੇਨ, ਜਿਹੜਾ ਸੈਗ ਆ ਸਾਡਾ ਉਹ ਕਿੰਨਾ ਦੇ ਡਿਪੈਂਡ ਕਰਦਾ ਰਾਜੇ। ਸੈਗ ਸਾਡਾ ਡਾਇਰੈਕਟ ਜਿੰਨਾ ਰਾਜੇ ਲੈਂਥ, ਮੇਰੀ ਗੱਲ ਸੁਣੋ, ਜਿੰਨੀ ਬੱਚੇ ਦੋ ਪੋਲਾਂ ਦੇ ਵਿਚਕਾਰ ਦੀ ਸਪੈਨ ਜਿੰਨੀ ਜ਼ਿਆਦਾ ਹੋਏਗੀ, ਉਹਨਾਂ ਸਾਡਾ ਸੈਗ ਵੀ ਵੱਧ ਹੋਵੇਗਾ ਨਾ। ਉਹਨਾਂ ਸੈਗ ਵੱਧ ਹੋਵੇਗਾ ਨਾ। ਤਾਂ ਇੱਕ ਤਾਂ ਸੈਗ ਡਿਪੈਂਡ ਕਰਦਾ ਹੈਗਾ, ਸੈਗ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੈਂਥ। ਲੈਂਥ ਕਿਹਦੇ ਵਿੱਚ? ਲੈਂਥ ਇਨ ਮੀਟਰਸ। ਇਹਦਾ SI ਯੂਨਿਟ ਕੀ ਆ? ਮੀਟਰ ਨੇ ਨਾ, ਤਾਂ ਲੈਂਥ ਇਨ ਮੀਟਰਸ। ਦੂਜਾ ਬੱਚੇ ਸੈਗ, ਜਿਹੜਾ ਵੇਟ ਹੈਗਾ, ਜਿਹੜਾ ਵੇਟ ਆ ਬੱਚੇ, ਵੇਟ ਆਫ ਕੰਡਕਟਰ। ਜਿੰਨਾ ਵੇਟ ਵੱਧ ਹੋਊਗਾ, ਜਿੰਨਾ ਵੇਟ ਵੱਧ ਹੋਊਗਾ ਉਨਾ ਸੈਗ ਵੱਧ ਹੋਊ ਘੱਟ ਹੋਊਗਾ? ਵੱਧ ਹੋਊਗਾ। ਵੱਧ ਹੋਊਗਾ। ਤਾਂ ਵੇਟ ਪਰ ਮੀਟਰ ਦੇਖਾਂਗੇ ਆਪਾਂ, ਵੇਟ ਪਰ ਮੀਟਰ ਆਫ ਕੰਡਕਟਰ। ਕਿੰਨਾ ਵੇਟ ਹੈਗਾ ਪਰ ਮੀਟਰ ਆਫ ਕੰਡਕਟਰ? ਠੀਕ ਹੈ ਜੀ, ਇਨ ਕਿਲੋਗ੍ਰਾਮ ਦੇ ਵਿੱਚ ਦੇਖਾਂਗੇ ਵੀ ਕਿੰਨੇ ਕਿਲੋਗ੍ਰਾਮ ਪਰ ਮੀਟਰ ਸਾਡੇ ਕੋਲ ਇਹਦੇ ਆ ਯੂਨਿਟ ਹੋਣਗੇ ਜੀ। ਲਾਸਟ ਅਜੇ ਤੀਜੀ ਚੀਜ਼ ਹੈਗੀ ਸਾਡੀ ਟੈਨਸ਼ਨ। ਹੁਣ ਜਿੰਨਾ ਸੈਗ ਵੱਧ ਹੋਊਗਾ ਉਨੀ ਟੈਨਸ਼ਨ ਕੀ ਹੋਊਗੀ? ਘੱਟ ਹੋਊਗੀ। ਠੀਕ ਹੈ ਜੀ, ਜੇ ਅਸੀਂ ਟੈਨਸ਼ਨ ਨਹੀਂ ਬਹੁਤੀ ਪਾਉਣਾ ਚਾਹੁੰਦੇ ਕਿਸੇ ਕਨੈਕਟਰ ਦੇ ਉੱਪਰ, ਤਾਂ ਸਾਨੂੰ ਸੈਗ ਵੱਧ ਰੱਖਣੀ ਪਊਗੀ ਨਾ। ਤਾਂ ਜਿਹੜੀ ਟੈਨਸ਼ਨ ਹੁੰਦੀ ਹੈਗੀ, ਜਿਹੜੀ ਟੈਨਸ਼ਨ ਹੁੰਦੀ ਹੈ, ਦੈਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਸੈਗ ਹੁੰਦੀ ਹੈਗੀ। ਜਿੰਨਾ ਸਾਡਾ ਸੈਗ ਜ਼ਿਆਦਾ ਹੋਊਗਾ, ਉਹਨਾਂ ਸਾਡਾ ਕੰਡਕਟਰ ਦੇ ਉੱਪਰ ਜਿਹੜੀ ਟੈਨਸ਼ਨ ਹੈਗੀ ਉਹ ਕੀ ਹੋਊਗੀ ਬੱਚੇ? ਘੱਟ ਹੋਊਗੀ। ਟੈਨਸ਼ਨ ਘੱਟ ਹੋਊਗੀ। ਕਲੀਅਰ ਹੋ ਗਈ ਬੱਚੇ ਗੱਲ ਇਹ? ਤਾਂ ਇੱਥੋਂ ਸਾਡੇ ਕੋਲ ਇੱਕ ਫਾਰਮੂਲਾ ਬਣਦਾ ਹੈਗਾ ਬੱਚੇ, ਬੜਾ ਇੰਪੋਰਟੈਂਟ ਫਾਰਮੂਲਾ, ਛੋਟਾ ਜਿਹਾ ਫਾਰਮੂਲਾ ਹੈਗਾ ਸੈਗ ਦਾ। ਉਹ ਸੈਗ ਦਾ ਫਾਰਮੂਲਾ ਤੁਸੀਂ ਯਾਦ ਕਰਨਾ ਗਾ। ਉਹ ਹੈਗਾ ਬੱਚੇ WL² upon 8T। WL² upon 8T। W ਇੱਥੇ ਕੀ ਹੈਗਾ? ਵੇਟ ਆਫ ਕੰਡਕਟਰ ਇਨ ਕਿਲੋਗ੍ਰਾਮਸ ਪਰ ਮੀਟਰ। L ਕੀ ਹੈ ਰਾਜੇ? L ਕੀ ਹੈਗਾ? ਲੈਂਥ ਜੀ। ਕਿਹਦੀ ਲੈਂਥ ਬੱਚੇ? ਕੰਡਕਟਰ। ਕੰਡਕਟਰ ਦੀ ਟੋਟਲ ਲੈਂਥ। ਸਪੈਨ ਤੇ ਬਿਲਕੁਲ ਸਪੈਨ ਆ ਬੱਚੇ, ਸਪੈਨ ਨੂੰ ਕਹਿੰਦੇ ਆ ਆਪਾਂ। ਤੇ T ਕੀ ਹੈ ਸਾਡੀ? ਟੈਨਸ਼ਨ। ਓਕੇ ਜੀ। ਅੱਛਾ, ਇਹਦਾ ਮਤਲਬ ਕੀ ਹੈ ਰਾਜੇ? ਸੈਗ ਉਨਾ ਹੀ ਵੱਧ ਹੋਊਗਾ ਜਿੰਨਾ ਸਾਡਾ, ਹਾਂਜੀ, ਵੇਟ ਵੱਧ ਹੋਊਗਾ, ਹਨਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਸਪੋਜ਼ ਕਰੋ ਇੱਕ ਤੁਹਾਨੂੰ ਮੈਂ ਕੇਸ ਪੁੱਛਦਾ ਮੈਂ ਤੋਂ ਵੀ ਜਿਹੜਾ ਵੇਟ ਹੈਗਾ ਇਹ ਕਾਂਸਟੈਂਟ ਰਹਿੰਦਾ ਕਿ ਵੇਰੀਏਬਲ ਹੁੰਦਾ ਰਾਜੇ? ਕਿਸੇ ਵੀ ਕਨੈਕਟਰ ਦਾ ਵੇਟ ਕਾਂਸਟੈਂਟ ਰਹਿੰਦਾ ਹੁੰਦਾ ਹੈਗਾ? ਇਹਦਾ ਮਤਲਬ ਸੈਗ ਕਾਂਸਟੈਂਟ ਰਹੂ ਹਰ ਵੇਲੇ, ਜਾਂ ਇਹ ਵੇਰੀਏਬਲ ਹੋ ਸਕਦਾ? ਵੇਰੀਏਬਲ ਹੁੰਦਾ ਮੰਨ ਲਓ ਬੱਚੇ ਤੁਹਾਡੀ ਹਵਾ ਚੱਲ ਰਹੀ ਹੈਗੀ, ਵਿੰਡ ਬਹੁਤ ਜ਼ਿਆਦਾ ਚੱਲ ਰਹੀ ਹੈ, ਸਟਰੋਂਗ। ਜਿਹੜਾ ਤੁਹਾਡਾ ਕਨੈਕਟਰ ਪਿਆ ਹੈਗਾ, ਇਹਨੂੰ ਇੱਧਰ ਪਾਸੇ ਨੂੰ ਹਵਾ ਖਿੱਚ ਸਕਦੀ ਹੈ ਨਾ। ਜਦੋਂ ਹਵਾ ਇੱਧਰ ਨੂੰ ਖਿੱਚੇਗੀ, ਕਿ ਇਹ ਆ ਜਿਹੜਾ ਇਹਦੇ ਨਾਲ ਪ੍ਰੈਸ਼ਰ ਪਵੇਗਾ ਰਾਜੇ ਕਨੈਕਟਰ ਦੇ ਉੱਪਰ? ਬਿਲਕੁਲ ਪਵੇਗਾ। ਤਾਂ ਵੇਟ ਨੂੰ ਇਨਕਰੀਜ਼ ਕਰੂਗਾ ਕਿ ਡਿਕਰੀਜ਼ ਕਰੂਗਾ? ਇਨਕਰੀਜ਼ ਕਰੂ ਜੀ। ਬਿਲਕੁਲ ਇਨਕਰੀਜ਼ ਕਰੂਗਾ ਜੀ। ਇਹਦਾ ਮਤਲਬ ਵਿੰਡ ਦੇ ਪ੍ਰੈਸ਼ਰ ਦੇ ਨਾਲ ਵੀ ਤੁਹਾਡਾ ਜਿਹੜਾ ਵੇਟ ਹੈਗਾ ਉਹ ਇਨਕਰੀਜ਼ ਹੁੰਦਾ ਹੈਗਾ। ਪਹਿਲੀ ਗੱਲ, ਸਪੋਜ਼ ਕਰੋ ਇਹ ਕਨੈਕਟਰ ਆ, ਤੁਹਾਡਾ ਇਹ ਪਹਾੜਾਂ 'ਚ ਲੱਗਿਆ ਹੋਇਆ ਹੈ ਇਹ ਕਨੈਕਟਰ, ਜਿਹਦੇ ਕਰਕੇ ਕੀ ਹੋ ਗਿਆ? ਇਹਦੇ ਆਲੇ ਦੁਆਲੇ ਬਰਫ਼ ਜੰਮ ਗਈ। ਜਦੋਂ ਆਲੇ ਦੁਆਲੇ ਬਰਫ਼ ਜੰਮੂਗੀ ਰਾਜੇ, ਇਹਦਾ ਭਾਰ ਡਾਇਰੈਕਟਲੀ ਪ੍ਰੋਪੋਰਸ਼ਨਲ, ਦਾ ਭਾਰ ਵਧੂਗਾ ਨਾ।
ਉਹ ਕਿੱਧਰ ਨੂੰ ਵਧੂਗਾ, ਉਹਦਾ ਕਿੱਧਰ ਨੂੰ ਭਾਰ ਕਿੱਧਰ ਨੂੰ ਪਊ, ਹੇਠਾਂ ਨੂੰ ਪਊਗਾ। ਤਾਂ ਜੇ ਅਸੀਂ ਵਿੰਡ ਦਾ ਤੇ ਆਈਸ ਦਾ ਇਫੈਕਟ ਦੇਖਣਾ ਹੋਵੇ, ਉਹ ਕਿਵੇਂ ਕਿਵੇਂ ਹੁੰਦਾ, ਦੇਖੋ ਰਾਜੇ। ਵਿੰਡ ਦਾ ਜਿਹੜਾ ਹੁੰਦਾ ਗਾ ਹਮੇਸ਼ਾ ਉਹ ਜਾਂ ਤਾਂ ਇੱਧਰਲੇ ਪਾਸੇ ਨੂੰ ਹੋਊਗਾ ਜਾਂ ਇੱਧਰਲੇ ਪਾਸੇ ਨੂੰ ਹੋਊਗਾ। ਤੇ ਇਹਦੇ ਵਾਲਾ ਪੱਕਾ ਹੀ ਹੈਗਾ ਵੀ ਜਿੱਧਰਲੇ ਭਾਰ ਸਾਡਾ ਕਿੱਧਰ ਨੂੰ ਹੁੰਦਾ, ਗ੍ਰੈਵਿਟੇਸ਼ਨ ਫੋਰਸ ਸਾਡੀ ਕਿੱਧਰ ਨੂੰ ਹੁੰਦੀ, ਹੇਠਾਂ ਨੂੰ ਹੁੰਦੀ ਹੈ ਨਾ। ਤੇ ਜਿਹੜੀ ਇਹਦੇ ਆਲੇ ਦੁਆਲੇ ਵਿੱਚ ਜੰਮੀ ਹੁੰਦੀ ਹੈ ਸਾਡੀ ਆਹ ਬਰਫ਼, ਇਹਦਾ ਜਿਹੜਾ ਇਫੈਕਟ ਹੋਊਗਾ ਇਹ ਵੀ ਕਿੱਧਰ ਨੂੰ ਹੇਠਾਂ ਇਫੈਕਟ ਹੋਊਗਾ, ਇਹ ਵੀ ਹੇਠਾਂ ਨੂੰ ਹੋਊਗਾ। ਤਾਂ ਆਹ ਇਫੈਕਟ ਵੀ ਹੇਠਾਂ ਗਾ ਬੱਚੇ, ਆਹ ਇਫੈਕਟ ਹੇਠਾਂ ਗਾ, ਆਹ ਇਫੈਕਟ ਇੱਧਰ ਹੈਗਾ। ਜਿਹੜਾ ਦੋਨਾਂ ਰਿਜ਼ਲਟੈਂਟ ਨਿਕਲੂਗਾ ਹੁਣ W ਵਾਲਾ, ਉਹ ਇੱਧਰ ਨਿਕਲੂਗਾ। ਆਹ ਟੋਟਲ ਇਫੈਕਟ ਹੋ ਜਾਊਗਾ। ਤਾਂ ਟੋਟਲ weight ਜਿਹੜਾ ਹੋਊਗਾ ਉਹਦੇ ਵਿੱਚ ਦੋ ਚੀਜ਼ਾਂ ਹੋਣਗੀਆਂ, ਇੱਕ ਤਾਂ W ਵਿੰਡ ਕਰਕੇ weight ਵਧਿਆ ਜਿਹੜਾ, ਇੱਕ ਕਿਹੜਾ ਆਈਸ ਕਰਕੇ weight ਵਧਿਆ, ਪਲੱਸ ਇੱਕ ਕਿਹੜਾ ਆਪਦਾ weight ਸੀਗਾ। ਓਕੇ ਜੀ। ਤਾਂ ਹੁਣ ਇੱਥੋਂ ਬੱਚੇ ਕੀ ਨਿਕਲਦਾ ਸਾਡੇ ਕੋਲ ਵੀ, ਜਿਹੜਾ ਆਪਾਂ W ਕੱਢਣਾ ਹੈਗਾ, W ਜਿਹੜਾ ਹੁੰਦਾ ਟੋਟਲ W ਹੁੰਦਾ ਗਾ, ਉਹ ਕੀ ਹੁੰਦਾ ਗਾ, ਇੱਕ ਤਾਂ ਬੱਚੇ ਇਹਦਾ ਆਪਦਾ weight, ਜਿਹੜਾ ਆਪਦਾ weight ਆ ਕਰੈਕਟਰ ਦਾ, ਪਲੱਸ ਹੇਠਾਂ ਵਾਲੇ ਪਾਸੇ ਨੂੰ ਕਿਹੜਾ weight ਪੈ ਰਿਹਾ ਜੀ, ਆਈਸ ਦਾ ਕਿ ਵਿੰਡ ਦਾ? ਆਈਸ ਦਾ ਹੀ। ਇਹਦਾ ਡਾਇਰੈਕਟ ਜੁੜ ਜਾਣਗੇ ਰਾਜੇ, ਦੋਨੇ ਇਨ ਫੇਸ ਦੇ ਵਿੱਚ ਨੇ ਨਾ। ਪਰ ਆਹ 90 ਡਿਗਰੀ ਦੇ ਉੱਪਰ ਹੈਗਾ, ਤਾਂ ਵਿੰਡ ਦਾ ਜਿਹੜਾ ਪ੍ਰੈਸ਼ਰ ਹੁੰਦਾ ਹੈਗਾ ਇਹਨੂੰ ਪਾ ਕੇ ਰੂਟ ਦੇ ਵਿੱਚ ਜੋੜਾਂਗੇ। ਤੇ ਜੇ ਕਿਸੇ ਵਿੰਡ ਤੇ ਆਈ ਤਾਂ ਦੱਸਿਆ ਬਸ। ਇਹ ਸ਼ਾਇਦ ਰਾਜੇ ਇਹਦੇ ਵਾਸਤੇ ਸਾਨੂੰ ਇਹ ਕੁਐਸਚਨ ਨਹੀਂ ਕੋਈ ਪੁੱਛਦਾ ਹੈਗਾ, ਇਸ ਫਾਰਮੂਲੇ ਦੇ ਵਿੱਚੋਂ ਸਿਰਫ ਥਿਓਰੇਟੀਕਲ ਚੀਜ਼ ਪੁੱਛੀ ਜਾ ਸਕਦੀ ਹੈ। ਵੀ ਕੌਣ ਐਟਮੋਸਫੇਅਰ ਦਾ ਵੀ ਤੇ ਫਰਕ ਪੈਂਦਾ ਜੀ, ਜਿਵੇਂ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਸਰਦੀਆਂ ਵੀ ਕੰਡਕਟਰ ਤੇ ਹੋ ਸਕਦਾ ਜੀ, ਬਿਲਕੁਲ। ਲੀਨੀਅਰ ਐਕਸਪੈਂਸ਼ਨ ਜਿਹੜੀ ਹੁੰਦੀ ਹੈਗੀ, ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈਗੀ, ਗਰਮੀ ਹੋਣ ਦੇ ਨਾਲ ਕੀ ਹੋਏਗਾ, ਸਾਡਾ ਸੈਗ ਵਧੇਗਾ, ਸਰਦੀ ਦੇ ਨਾਲ ਸੈਗ ਸਾਡਾ ਘਟੇਗਾ ਬੱਚੇ। ਪਰ ਉਹ ਜਿਹੜੇ ਇਫੈਕਟ ਨੇਗੇ ਨਾ, ਉਹ ਬਾਅਦ ਦੇ ਇਫੈਕਟ ਨੇਗੇ। ਅਸੀਂ ਸਟਾਰਟਿੰਗ ਦੇ ਵਿੱਚ ਗੱਲ ਕਰ ਰਹੇ ਹਾਂ ਵੀ ਅਸੀਂ ਜਿਹੜੀ ਸਾਡੇ ਮਕੈਨੀਕਲ ਚੀਜ਼ਾਂ ਨੇਗੀਆਂ ਉਹਦੇ ਉੱਪਰ ਕਿਹੜੀ ਜਾਂ ਕਿਵੇਂ ਇਫੈਕਟ ਪਾਉਂਦੀਆਂ ਨੇਗੀਆਂ। ਠੀਕ ਹੈ ਜੀ। ਫਰਕ ਤਾਂ ਪੈਂਦਾ ਰਹੇ, ਸੈਗ ਤਾਂ ਸਾਡੀ ਵੱਧਦੀ ਹੈ ਜੀ ਗਰਮੀਆਂ ਦੇ ਵਿੱਚ, ਪਤਾ ਹੀ ਹੈ ਤੁਹਾਨੂੰ। ਕਿਉਂਕਿ ਗਰਮੀਆਂ ਦੇ ਵਿੱਚ ਕੀ ਹੁੰਦਾ, ਜਿਹੜਾ ਕਨੈਕਟਰ ਸਾਡਾ ਉਹ ਲੱਫ ਜਾਂਦਾ ਹੈਗਾ, ਉਹ ਇੱਕ ਤਰ੍ਹਾਂ ਦਾ ਜਿਹੜਾ ਵੋਲਿਊਮ ਹੈ ਇਨਕਰੀਜ਼ ਹੋ ਜਾਂਦਾ। ਠੀਕ ਹੈ ਜੀ। ਚਲੋ ਹੁਣ ਇੱਕ ਕੁਐਸਚਨ ਦੱਸੋ ਫਿਰ ਮੈਨੂੰ। ਕਹਿੰਦਾ ਕੋਈ ਲਾਈਨ ਸੀਗੀ ਜਿਹੜੀ 220 kV ਦੀ ਲਾਈਨ ਹੈਗੀ, ਤੇ ਉਹਦਾ ਕੋਈ ਨਾ ਕੋਈ L ਮੀਟਰ ਸੈਗ ਸੀਗਾ। ਹਾਈਟ ਜਿਹੜੀ ਹੈਗੀ ਟਾਵਰ ਦੀ ਉਹ 2 ਗੁਣਾ ਵਧਾਤੀ, ਸੈਗ ਦੇ ਉੱਪਰ ਕੀ ਫਰਕ ਪਊਗਾ ਦੱਸੋ? 2 ਗੁਣਾ ਹਾਈਟ ਅਸੀਂ ਵਧਾਤੀ ਤਾਂ ਸੈਗ ਦੇ ਉੱਪਰ ਕੀ ਫਰਕ ਪਏਗਾ? ਹਾਂਜੀ, ਹੋਰ ਕੋਈ? ਸੇਮ ਰਹੂਗਾ। ਬਿਲਕੁਲ ਰਾਜੇ। ਕਿਵੇਂ ਪਤਾ ਲੱਗੇ ਸੇਮ ਰਹੂਗਾ? ਆਹ ਫਾਰਮੂਲੇ ਦੇ ਵਿੱਚ, ਆਹ ਫਾਰਮੂਲੇ ਦੇ ਵਿੱਚ ਬੱਚੇ ਕਿਤੇ ਵੀ ਇੱਕ ਚੀਜ਼ ਨਹੀਂ ਹੈਗੀ, ਕਿਹੜੀ? ਹਾਈਟ ਨਹੀਂ ਹੈਗੀ ਬੱਚੇ। ਸਿਰਫ ਮੇਨ ਗੱਲਾਂ ਦੋ ਹੀ ਨੇਗੀਆਂ, ਜਾਂ ਤਾਂ ਲੈਂਥ, ਜੇ ਤੁਸੀਂ ਲੈਂਥ ਵਧਾਓਗੇ ਤਾਂ ਜਿਹੜਾ, ਜੇ ਲੈਂਥ ਦੁੱਗਣੀ ਕਰੋਗੇ ਤਾਂ ਸੈਗ ਤੁਹਾਡਾ 4 ਗੁਣਾ ਵਧੂਗਾ। ਲੈਂਥ ਤੁਸੀਂ ਦੁੱਗਣੀ ਕਰੋਗੇ ਨਾ ਤਾਂ ਸੈਗ ਸਾਡਾ 4 ਗੁਣਾ ਵਧੂਗਾ। ਜਾਂ weight ਵਧਾਓਗੇ ਤਾਂ ਤੁਹਾਡਾ ਸੈਗ ਵਧੂਗਾ। ਜੇ ਭਾਰੀ ਕਨੈਕਟਰ ਤਾਂ ਹੀਟਾਂ ਨੂੰ ਹੋਏਗਾ ਇਹਦੇ ਨਾਲੋਂ। ਜੇ ਟੈਨਸ਼ਨ ਤੁਸੀਂ ਵਧਾਓਗੇ ਤਾਂ ਸੈਗ ਸਾਡਾ ਘਟੂਗਾ, ਜੇ ਟੈਨਸ਼ਨ ਨੂੰ ਘਟਾਓਗੇ ਤਾਂ ਸੈਗ ਸਾਡਾ ਵਧੂਗਾ। ਕਲੀਅਰ ਹੋ ਗਈ ਬੱਚੇ ਗੱਲ ਇਹ? ਹਾਂਜੀ। ਤਾਂ ਇੱਕ ਨੂਮੈਰੀਕਲ ਕਰ ਲਓ ਰਾਜੇ, ਸਾਰਾ ਕੁਝ ਕਲੀਅਰ ਹੋ ਜਾਊਗਾ। ਲਓ, ਪੇਪਰ ਦੇ ਵਿੱਚ ਆਇਆ ਹੋਇਆ ਨੂਮੈਰੀਕਲ ਹੈਗਾ। ਇੱਕ ਓਵਰਹੈਡ ਕੰਡਕਟਰ ਆ ਜਿਹਦਾ ਸਪੈਨ ਆ, ਜਿਹੜਾ ਬੱਚੇ ਸਪੈਨ ਆ, ਇੱਕ ਓਵਰਹੈਡ ਕੰਡਕਟਰ ਆ ਜਿਹਦਾ ਸਪੈਨ ਹੈਗਾ ਤੁਹਾਡਾ ਉਹ 220 ਮੀਟਰ ਹੈਗਾ। weight ਆਫ ਕੰਡਕਟਰ ਆ ਜਿਹੜਾ ਤੁਹਾਡਾ ਉਹ ਹੈਗਾ ਤੁਹਾਡਾ 684 ਕਿਲੋਗ੍ਰਾਮ ਪਰ 1000 ਮੀਟਰ। 684 ਕਿਲੋਗ੍ਰਾਮ। ਤੇ ਜਿਹੜੀ ਵਰਕਿੰਗ ਟੈਨਸ਼ਨ ਹੈਗੀ ਤੁਹਾਡੀ, ਜਿਹੜੀ ਵਰਕਿੰਗ ਟੈਨਸ਼ਨ ਜਿਹੜੀ ਲਾਈਨ ਦੀ ਉਹ ਹੈਗੀ 1450 ਕਿਲੋਗ੍ਰਾਮ। ਤੁਸੀਂ ਸੈਗ ਕੈਲਕੂਲੇਟ ਕਰਨਾ, ਇਸ ਲਾਈਨ ਦਾ ਸੈਗ ਕਿੰਨਾ ਰੱਖਣਾ ਪਏਗਾ ਤੁਹਾਨੂੰ।
ਦੱਸੋ ਬੱਚੇ, ਕਰੋ ਇਹਨੂੰ ਸੋਲਵ ਹੌਲੀ ਹੌਲੀ ਆਪਦੇ ਆਪ। ਸਭ ਤੋਂ ਪਹਿਲਾਂ ਤਾਂ ਰਾਜੇ ਲੈਂਥ ਕਾਹਦੇ ਵਿੱਚ ਹੁੰਦੀ ਹੈਗੀ? ਮੀਟਰਾਂ ਦੇ ਵਿੱਚ ਹੁੰਦੀ ਹੈ, ਤਾਂ ਮੀਟਰ ਤਾਂ ਸਹੀ ਲਿਖੇ ਹੋਏ ਨੇਗੇ, ਇਹਦੇ ਵਿੱਚ ਤਾਂ ਕੋਈ ਚੇਂਜ ਨਹੀਂ ਕਰਨਾ ਅਸੀਂ। ਦੂਜਾ ਇਹ ਦਿੱਤਾ ਹੋਇਆਗਾ ਸਾਨੂੰ weight of connector। weight of connector ਦਿੱਤਾ ਹੋਇਆ ਸਾਨੂੰ 684 ਕਿਲੋਗ੍ਰਾਮ ਪਰ 1000 ਮੀਟਰ। ਪਰ 1000 ਮੀਟਰ ਦੇ ਵਿੱਚ ਦਿੱਤਾ ਹੋਇਆਗਾ ਸਾਨੂੰ। ਇਹ ਜਿਹੜਾ ਦਿੱਤਾ ਹੋਇਆ ਸਾਨੂੰ ਕਿਹਾ 684 ਪਰ 1000 ਮੀਟਰ, 684 ਕਿਲੋਗ੍ਰਾਮ ਪਰ 1000 ਮੀਟਰ। ਅਸੀਂ ਪਰ ਮੀਟਰ ਕੱਢਣਾ ਅਜੇ, ਅਸੀਂ ਕਿਲੋਗ੍ਰਾਮ ਪਰ ਮੀਟਰ ਇੱਥੇ ਲਿਖਿਆ ਸੀਗਾ ਅਸੀਂ ਕਿਲੋ weight ਦਾ, weight ਦੀ ਇਕਾਈ ਕੀ ਲਿਖੀ ਸੀ? ਕਿਲੋਗ੍ਰਾਮ। ਦੇਖੋ ਧਿਆਨ ਨਾਲ, ਕਿਲੋਗ੍ਰਾਮ ਪਰ ਮੀਟਰ, ਕਿਲੋਗ੍ਰਾਮ ਪਰ ਮੀਟਰ ਕੱਢਣਾ ਬੱਚੇ। ਤਾਂ ਪਰ ਮੀਟਰ ਕੱਢਣ ਵਾਸਤੇ 684 ਨੂੰ ਡਿਵਾਈਡ ਕਰਨਾ ਪਊਗਾ ਬੱਚੇ 1000 ਦੇ ਨਾਲ। ਇਹਦਾ ਮਤਲਬ ਤੇ 0.684 ਆ ਜਾਊਗਾ। ਠੀਕ ਹੈ ਜੀ। ਆ ਜਿਹੜੀ ਟੈਨਸ਼ਨ ਹੁੰਦੀ ਹੈ ਸਾਡੀ ਕਿ ਉਹਦੇ ਵਿੱਚ ਹੁੰਦੀ ਹੈ, ਕਿਲੋਗ੍ਰਾਮ ਤੇ ਹੁੰਦੀ ਹੈ। ਜਿਹੜਾ ਐਸ ਦਾ ਫਾਰਮੂਲਾ ਹੁੰਦਾ W L ਸਕੁਅਰ ਅਪੋਨ 8T। W ਦੀ ਵੈਲਿਊ ਕਿੰਨੀ ਆ ਗਈ ਸਾਡੀ? 0.684। 220 ਗੁਣਾ 220 ਡਿਵਾਈਡ ਬਾਈ 8 ਗੁਣਾ T। T ਕਿੰਨਾ ਹੈ ਸਾਡਾ? 1450। 2.85 ਆਉਂਦਾ ਸਰ। ਬਿਲਕੁਲ ਜੀ, 2.85 ਮੀਟਰ ਆਊਗਾ ਬੱਚੇ। ਇਹਦਾ ਮਤਲਬ ਜਿਹੜੀ ਆਹ ਲੈਂਥ ਹੋਊਗੀ, ਆਹ ਜਿਹੜੀ ਆ 220 ਸੀਗੀ, ਆਹ ਜਿਹੜੀ ਹੈਗੀ ਇੰਨੀ ਕੁ, ਇਹ 2.85 ਮੀਟਰ ਹੇਠਾਂ ਨੂੰ ਆ ਸਾਡੀ ਲਾਈਨ। ਇੱਕ ਇਹਦੇ ਵਿੱਚ ਹੋਰ ਦੇਖੋ ਰਾਜੇ, ਕਈ ਵਾਰੀ ਸਾਨੂੰ ਨਾ ਸੇਫਟੀ ਫੈਕਟਰ ਦਿੱਤਾ ਹੁੰਦਾ, ਬ੍ਰੇਕਿੰਗ ਸਟਰੈਂਥ ਜਿਹੜੀ ਦਿੱਤੀ ਹੁੰਦੀ ਤੇ ਇੱਕ ਸੇਫਟੀ ਫੈਕਟਰ ਦਿੱਤਾ ਹੁੰਦਾ ਵੀ ਸੇਫਟੀ ਫੈਕਟਰ ਅਸੀਂ ਰੱਖਣਾਗਾ, ਸੇਫਟੀ ਫੈਕਟਰ ਜਿਹੜਾ ਰੱਖਣਾਗਾ ਅਸੀਂ 2 ਰੱਖਣਾਗਾ। ਸੇਫਟੀ ਫੈਕਟਰ 2 ਰੱਖਣਾ। ਦੇਖੋ ਆਹ ਜਿਹੜੀ ਵਰਕਿੰਗ ਟੈਨਸ਼ਨ ਆ ਗਈ, ਇਹ ਵਰਕਿੰਗ ਟੈਨਸ਼ਨ ਵੱਧ ਤੋਂ ਵੱਧ ਟੈਨਸ਼ਨ ਆ ਵੀ ਇਸ ਤੋਂ ਵੱਧ ਖਿੱਚਿਆ ਨਹੀਂ ਜਾਣਾ ਚਾਹੀਦਾ। ਅਸੀਂ ਸੇਫਟੀ ਫੈਕਟਰ ਦੁੱਗਣਾ ਰੱਖਣਾ ਵੀ ਦੁੱਗਣੀ ਸੇਫਟੀ ਵਰਤਣੀ। ਇਹਦਾ ਮਤਲਬ ਕੀ ਹੈਗਾ? ਇੰਨੀ ਟੈਨਸ਼ਨ ਅਸੀਂ ਪੈਣ ਨਹੀਂ ਦੇਣੀ ਹੈਗੀ, ਅਸੀਂ ਇਦੋਂ ਅੱਧੀ ਟੈਨਸ਼ਨ ਹੀ ਪੈਣ ਦੇਣੀ ਹੈ। ਮੇਰੀ ਗੱਲ ਸਮਝ ਰਹੇ ਹੋ ਜੀ? ਜੇ ਉਹਨੇ ਕਦੇ ਵੀ ਸੇਫਟੀ ਫੈਕਟਰ ਦੀ ਗੱਲ ਕਰੀ ਤਾਂ ਸੇਫਟੀ ਫੈਕਟਰ ਦਾ ਡਾਇਰੈਕਟਲੀ ਰਿਲੇਸ਼ਨ ਹੋਏਗਾ ਸਾਡੀ ਵਰਕਿੰਗ ਟੈਨਸ਼ਨ ਦੇ ਨਾਲ। ਸਾਡੀ ਸੇਫਟੀ ਉਨੀ ਜ਼ਿਆਦਾ ਵਧੇਗੀ ਜਿੰਨੀ ਸਾਡੀ ਟੈਨਸ਼ਨ ਘੱਟ ਹੋਏਗੀ ਕਿਸੇ ਕਨੈਕਟਰ ਦੇ ਉੱਪਰ। ਤਾਂ ਜੇ ਉਹਨੇ ਸੇਫਟੀ ਫੈਕਟਰ ਜੇ 2 ਦਿੱਤਾ ਹੈਗਾ, ਤਾਂ 2 ਸੇਫਟੀ ਫੈਕਟਰ ਦਾ ਮਤਲਬ ਕੀ ਵੀ 1450 ਨੂੰ ਅਸੀਂ 2 ਨਾਲ ਡਿਵਾਈਡ ਕਰਕੇ ਅਸੀਂ ਟੈਨਸ਼ਨ ਕਿੰਨੀ ਕੁ ਲੈਣੀ ਹੈ? ਸਿਰਫ ਔਰ ਸਿਰਫ 725 ਹੀ ਲੈਣੀ ਹੈਗੀ। ਤਾਂ ਜਦੋਂ ਇੱਥੇ ਰਹੀ 1450 725 ਭਰਾਂਗੇ, ਤੁਹਾਡੀ ਸੈਗ ਕੀ ਹੋਊਗੀ? ਵਧੂਗੀ ਨਾ ਪਹਿਲਾਂ ਨਾਲੋਂ। ਇਹੀ ਤਾਂ ਅਸੀਂ ਗੱਲ ਕਹਿ ਕੇ ਹਟੇ ਵੀ ਜਿੰਨੀ ਸੈਗ ਵੱਧ ਹੁੰਦੀ ਹੈਗੀ ਉਨੀ ਸਾਡੀ ਜਿਹੜੀ ਟੈਨਸ਼ਨ ਹੁੰਦੀ ਹੈ ਉਹ ਘੱਟ ਹੁੰਦੀ ਹੈ। ਜੇ ਕਿਸੇ ਨੇ ਕਿਹਾ ਵੀ ਸੇਫਟੀ ਫੈਕਟਰ 2 ਲੈਣਾਗਾ, ਤਾਂ ਜਿੰਨੀ ਟੈਨਸ਼ਨ ਦਿੱਤੀ ਹੋਈ ਹੈਗੀ ਅਸੀਂ ਉਹਨੂੰ ਦੁੱਗਣਾ, ਉਹਨੂੰ ਸਿੱਧਾ ਕਰ ਦਾਂਗੇ। ਜਿਹਨਾਂ ਸਾਡਾ ਜਿਹੜਾ ਸੈਗ ਹੋਊਗਾ ਉਹ ਦੁੱਗਣਾ ਹੋ ਜਾਊਗਾ। ਜੇ ਸੇਫਟੀ ਫੈਕਟਰ ਵਿੱਚ ਸਾਡਾ 3 ਦਿੱਤਾ ਹੁੰਦਾ ਤਾਂ ਅਸੀਂ 1450 ਨੂੰ 3 ਨਾਲ 1450 ਨੂੰ ਵਿੱਚ 3 ਨਾਲ ਡਿਵਾਈਡ ਕਰ ਲੈਂਦੇ, ਤੁਹਾਡੀ ਇਹ ਜਿਹੜੀ ਸੈਗ ਸੀ ਉਹ 3 ਗੁਣਾ ਵੱਧ ਜਾਂਦੀ। ਕਲੀਅਰ ਹੋ ਗਈ ਜੀ ਗੱਲ? ਜਿੰਨਾ ਸੇਫਟੀ ਫੈਕਟਰ ਕਹੂਗਾ ਵੀ ਇੰਨਾ ਕੁ ਸੇਫਟੀ ਫੈਕਟਰ ਲਾਓ ਹੈਗਾ, ਉਹਦੇ ਹਿਸਾਬ ਨਾਲ ਅਸੀਂ ਆਨਸਰ ਕੱਢ ਲਾਂਗੇ। ਪਤਾ ਕੀ ਹੁੰਦਾ ਵੈਸੇ, ਜੇ ਵੀ ਜਿਹੜਾ ਵੀ ਕਿਸੇ ਵੀ ਚੀਜ਼ ਦਾ ਆਨਸਰ ਬਣਦਾ ਨਾ, ਕਿਸੇ ਫਾਰਮੂਲੇ ਦਾ, ਆਹ ਫਾਰਮੂਲੇ ਜਿਹੜਾ ਆਨਸਰ ਬਣੂਗਾ ਉਹ ਮੀਟਰ ਦੇ ਵਿੱਚ ਤਾਂ ਬਣੂਗਾ ਜੇ ਤੁਸੀਂ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਕਿਹਾ ਹੈਗਾ, ਆਹ ਜੇ ਆਹ ਤੁਸੀਂ ਜਿਹੜੀ ਆਹ ਲੈਤੇ ਹੈਗੇ ਆਪਾਂ ਆਹ ਯੂਨਿਟਾਂ, ਜੇ ਆਹ ਸੇਮ ਲਵੋਗੇ ਵੀ ਲੈਂਥ ਤੁਸੀਂ ਮੀਟਰਾਂ ਦੇ ਵਿੱਚ ਲਵੋਗੇ, weight ਤੁਸੀਂ ਕਿਲੋਗ੍ਰਾਮ ਪਰ ਮੀਟਰ ਲਾਓਗੇ, ਤੇ ਟੈਨਸ਼ਨ ਤਾਂ ਕੋਈ ਕਿਲੋਗ੍ਰਾਮਾਂ ਦੇ, ਜਿਹੜੀ ਟੈਨਸ਼ਨ ਹੈਗੀ ਉਹ ਸਾਡੀ ਕਾਹਦੇ ਵਿੱਚ ਲਾਓਗੇ? ਜੇ ਤੁਸੀਂ ਕਿਲੋਗ੍ਰਾਮ ਦੇ ਵਿੱਚ ਲਾਓਗੇ ਫਿਰ ਸਾਡਾ ਆਨਸਰ ਇੱਥੇ ਮੀਟਰਾਂ ਦੇ ਵਿੱਚ ਆਊਗਾ। ਅਦਰਵਾਈਜ਼ ਜੇ ਤੁਸੀਂ ਇਹਨਾਂ ਨੂੰ ਛੇੜੋਗੇ ਰਾਜੇ ਆਹ ਮੀਟਰ ਹਾਂ ਤਾਂ ਨਹੀਂ ਪਤਾ ਕਿਲੋਮੀਟਰ ਚ ਆ ਜਾਏ ਕੁਝ ਹੋਰ ਆ ਜਾਏ। ਠੀਕ ਹੈ ਜੀ। ਤਾਂ ਅਸੀਂ ਆਨਸਰ ਜੇ ਮੀਟਰਾਂ ਤੇ ਕੱਢਣਾਗਾ ਤਾਂ ਸਾਡੇ SI ਯੂਨਿਟ ਜਿਹੜੇ ਉਹ ਯੂਜ਼ ਕਰਨੇ ਪੈਣਗੇ ਸਾਰੀਆਂ ਟਰਮਾਂ ਦੇ। ਓਕੇ, ਠੀਕ ਹੈ ਜੀ। ਅਗਲਾ ਟੌਪਿਕ ਜਿਹੜਾ ਸਾਡਾ ਬੜਾ ਇੰਪੋਰਟੈਂਟ ਟੌਪਿਕ ਹੈ ਜੀ, ਉਹ ਹੈਗਾ ਕਰੋਨਾ। ਇੱਕ ਤਾਂ ਉਹ ਕਰੋਨਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਪਰ ਇਹ ਸਾਡਾ ਕਰੋਨਾ ਉਹ ਨਹੀਂ ਹੈਗਾ। ਇਹ ਪੁਰਾਣਾ ਕਰੋਨਾ, ਇਹ ਤਾਂ ਨਵਾਂ ਕਰੋਨਾ ਵਰਡ ਆਇਆ ਨਾ, ਇਹ ਪੁਰਾਣਾ ਕਰੋਨਾ। ਕਰੋਨਾ ਕੀ ਹੈਗਾ? ਦੇਖੋ ਬੱਚੇ, ਅਸੀਂ ਹੁਣੇ ਗੱਲ ਕਰ ਰਹੇ ਸੀਗੇ ਇਲੈਕਟ੍ਰੋਸਟੈਟਿਕ ਸਟ੍ਰੈਸਿਸ ਦੀ। ਜੇ ਕਿਸੇ ਟਰਮੀਨਲ 2 ਸਾਡੇ ਕਨੈਕਟਰ ਨੇਗੇ, 2 ਸਾਡੇ ਕਨੈਕਟਰਸ ਨੇਗੇ, ਇਹਨਾਂ ਦੋਨਾਂ ਕਨੈਕਟਰ ਦੇ ਵਿੱਚ ਜਿਹੜੀ ਵੋਲਟੇਜ ਹੈਗੀ, ਜੇ ਇਹ ਬਹੁਤ ਜ਼ਿਆਦਾ ਹੈਗੀ, ਜੇ ਇਹ 132 kV ਤੋਂ ਉੱਪਰ ਹੈਗੀ, ਜੇ 132 kV ਤੋਂ ਉੱਪਰ ਹੈਗੀ, ਤਾਂ ਜਦੋਂ ਇਹਦੇ ਅੰਦਰਲੇ ਪਾਸੇ ਆਪਾਂ AC ਅਲਟਰਨੇਟਿੰਗ ਕਰੰਟ ਦੇਵਾਂਗੇ ਤਾਂ ਦੋਨਾਂ ਦੇ ਆਲੇ ਦੁਆਲੇ ਇੱਕ ਇਲੈਕਟ੍ਰੋਸਟੈਟਿਕ ਸਟ੍ਰੈਸਿਸ ਜਨਰੇਟ ਹੋਣਗੇ। ਇਲੈਕਟ੍ਰੋਸਟੈਟਿਕ
ਸਟ੍ਰੈਸ ਪੈਦਾ ਹੋਣਗੇ ਤੇ ਜਿਹੜੇ ਇਲੈਕਟ੍ਰੋਸਟੈਟਿਕ ਸਟ੍ਰੈਸ ਹੋਣਗੇ ਇਹਦੇ ਆਲੇ ਦੁਆਲੇ ਜਿਹੜੀ ਹਵਾ ਗਈ ਉਹਨੂੰ ਆਇਓਨਾਈਜ਼ਡ ਕਰਨਗੇ ਜਿਹੜਾ ਆਇਓਨਾਈਜੇਸ਼ਨ ਹੋਊਗੀ ਇਹਦੇ ਕਰਕੇ ਕੀ ਹੋਊਗਾ ਜਿਹੜੇ ਆਲੇ ਦੁਆਲੇ ਪਾਰਟੀਕਲਸ ਪਏ ਹੈਗੇ ਚਾਰਜ ਹੋ ਕੇ ਰਾਜੇ ਇੱਕ ਦੂਜੇ ਦੇ ਵਿੱਚ ਕੋਲੀਜ਼ਨ ਕਰਨੇ ਸਟਾਰਟ ਕਰਨ ਲੱਗ ਜਾਣਗੇ ਜਿਹੜੇ ਆਲੇ ਦੁਆਲੇ ਪਾਰਟੀਕਲ ਜੋ ਇੰਨੀ ਛੇਤੀ ਤੇਜ਼ੀ ਨਾਲ ਮੂਵ ਕਰਨਗੇ ਇੱਕ ਦੂਜੇ ਦੇ ਵਿੱਚ ਵੱਜਣਗੇ ਹਨਾ ਤਾਂ ਉੱਥੇ ਇੱਕ ਆਵਾਜ਼ ਪੈਦਾ ਹੋਊਗੀ ਰਾਜੇ ਜਿਹਨੂੰ ਅਸੀਂ ਹਿਜ਼ਿੰਗ ਨੋਇਸ ਕਹਿੰਦੇ ਆਂਗੇ ਹਿਜ਼ਿੰਗ ਨੋਇਸ ਪੈਦਾ ਹੋਊਗੀ ਜਾਂ ਫਿਰ ਇੱਕ ਵਾਇਲਟ ਕਲਰ ਦੀ ਲਾਈਟ ਪੈਦਾ ਹੋਊਗੀ ਇਹ ਇਫੈਕਟ ਆ ਜਿਹੜਾ ਸਾਡਾ ਜਿਹਦੇ ਕਰਕੇ ਹਿਜ਼ਿੰਗ ਨੋਇਸ ਪੈਦਾ ਹੁੰਦੀ ਹੈਗੀ ਬਹੁਤ ਜ਼ਿਆਦਾ ਹਾਈ ਵੋਲਟੇਜ ਦੇ ਕਰਕੇ ਇਸ ਇਫੈਕਟ ਨੂੰ ਕਿਹਾ ਜਾਂਦਾ ਹੈਗਾ ਕਰੋਨਾ ਇਫੈਕਟ ਤਾਂ ਬੱਚੇ ਕਰੋਨਾ ਗਾ ਜਿਹੜਾ ਸਾਡਾ ਕਰੋਨਾ ਕੀ ਹੈਗਾ ਕਰੋਨਾ ਪਹਿਲੀ ਗੱਲ ਤਾਂ ਇੱਕ ਹਾਈ ਵੋਲਟੇਜ ਦੀ ਨਿਸ਼ਾਨੀ ਹੈਗੀ ਹਾਈ ਵੋਲਟੇਜ ਕਰਕੇ ਪੈਦਾ ਹੋਣ ਵਾਲਾ ਇੱਕ ਫਿਨੋਮੇਨਾ ਹੈਗਾ ਕਰੋਨਾ ਕਿਸੇ ਕੰਡਕਟਰ ਦੇ ਵਿੱਚ ਕਰੰਟ ਕਿੰਨਾ ਮਰਜ਼ੀ ਵੱਧ ਜਾਂ ਘੱਟ ਹੋਵੇ ਕਰੰਟ ਦੇ ਨਾਲ ਕਰੋਨਾ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤਾਂ ਇਹਨੂੰ ਸਾਫ਼ ਸ਼ਬਦਾਂ ਦੇ ਵਿੱਚ ਲਿਖ ਲਓ ਜੀ ਕਰੋਨਾ ਇਜ਼ ਏ ਵੋਲਟੇਜ ਫਿਨੋਮੇਨਾ ਹਾਈ ਵੋਲਟੇਜ ਦੇ ਉੱਪਰ ਕਰੋਨਾ ਹੁੰਦਾ ਹੈਗਾ ਤੇ ਇਹਦੇ ਵਾਸਤੇ ਰਿਕੁਆਇਰਮੈਂਟ ਕੀ ਹੁੰਦੀ ਹੈਗੀ ਇਹਦੇ ਵਾਸਤੇ ਰਿਕੁਆਇਰਮੈਂਟ ਕਰੋਨਾ ਸਿਰਫ ਉੱਥੇ ਹੁੰਦਾ ਹੈਗਾ ਵੈਨ the distance between two conductors is very large as compared to their individual radius ਇੱਕ ਕੰਡਕਟਰ ਜਿਹੜਾ ਰੇਡੀਅਸ ਹੈਗਾ ਮੰਨ ਲਓ ਆ ਹੈਗਾ ਰਾਜੇ ਸਾਡਾ ਇਹ 0.5 ਮੀਟਰ ਆ ਇਸ ਪੁਆਇੰਟ ਮੀਟਰ ਦੇ ਹਿਸਾਬ ਨਾਲ ਸਾਡੇ ਕੋਲ ਆ ਜਿਹੜਾ ਰੇਡੀਅਸ ਹੈ ਬਹੁਤ ਜ਼ਿਆਦਾ ਹੋਣਾ ਚਾਹੀਦਾ 10 ਮੀਟਰ ਜਾਂ 15 5 ਮੀਟਰ ਜਾਂ 7 ਮੀਟਰ ਦੀ ਜਦੋਂ ਇਹ 5 ਮੀਟਰ ਦੀ ਜਿਹੜੀ ਆਸ-ਪਾਸ ਦੇ ਵਿੱਚ ਜਿਹੜੀ ਹੋਊਗੀ ਜਿਹਨਾਂ ਦੀ ਦੂਰੀ ਹੋਊਗੀ ਇੱਥੋਂ ਲੈ ਕੇ ਸੈਂਟਰਾਂ ਤੋਂ ਲੈ ਕੇ ਇੱਥੇ ਤਾਂ ਇਹਦੇ ਵਿੱਚ ਕਰੋਨਾ ਆਊਗਾ ਜੇ ਅਸੀਂ ਕਰੈਕਟਰਾਂ ਨੂੰ ਬਹੁਤ ਨੇੜੇ ਰੱਖਤਾ ਰਾਜੇ ਇਸ ਤੋਂ ਪਹਿਲਾਂ ਕਿ ਕਰੋਨਾ ਇੱਥੇ ਕੋਈ ਹਿਜ਼ਿੰਗ ਨੋਇਸ ਹੋਵੇ ਜਾਂ ਕੁਝ ਹੋਰ ਇਹਦੇ ਵਿੱਚ ਜਦੋਂ ਆਪਾਂ ਵੋਲਟੇਜ 132 kV ਵੋਲਟੇਜ ਦੇਤੀ ਇਹਨਾਂ ਦੇ ਵਿੱਚ ਤਾਂ ਇਸ ਤੋਂ ਪਹਿਲਾਂ ਕਿ ਕੋਈ ਕਰੋਨਾ ਹੁੰਦਾ ਆਲੇ ਦੁਆਲੇ ਆਇਓਨਾਈਜ਼ਡ ਹੁੰਦੇ ਪਾਰਟੀਕਲ ਉਹ ਤੋਂ ਪਹਿਲਾਂ ਹੀ ਰਾਜੇ ਨੇ ਫਲੈਸ਼ ਓਵਰ ਹੋ ਜਾਣਾ ਇੱਥੇ ਸ਼ਾਰਟ ਸਰਕਟ ਹੋ ਜਾਣਾ ਪੜਾਕਾ ਪੈ ਜਾਣਾ ਤੁਹਾਡਾ ਕਲੀਅਰ ਹੋ ਗਈ ਬੱਚੇ ਗੱਲ ਇਹ ਤਾਂ ਆਹ ਡਿਫਰੈਂਸ ਜਿਹੜਾ ਡਿਸਟੈਂਸ ਹੈਗਾ ਡਿਸਟੈਂਸ ਬਿਟਵੀਨ ਟੂ ਕੰਡਕਟਰ ਸ਼ੁੱਡ ਬੀ ਲਾਰਜ ਐਜ਼ ਕੰਪੇਅਰ ਟੂ देयर ਇੰਡੀਵਿਜੂਅਲ ਰੇਡੀਆਈ ਉਹਨਾਂ ਦੇ ਰੇਡੀਅਸ ਨਾਲੋਂ ਸਾਡਾ ਜਿਹੜਾ ਡਿਸਟੈਂਸ ਹੈ ਬਹੁਤ ਜ਼ਿਆਦਾ ਹੋਣਾ ਚਾਹੀਦਾ ਤਾਂ ਕਿਤੇ ਜਾ ਕੇ ਉੱਥੇ ਕਰੋਨਾ ਇਫੈਕਟ ਹੋਊਗਾ ਅਦਰਵਾਈਜ਼ ਕਰੋਨਾ ਹੋਣਾ ਹੀ ਨਹੀਂ ਹੈਗਾ ਓਕੇ ਜੀ ਤੇ ਜੇ ਕਰੋਨਾ ਦਾ ਰਾਜ ਤੁਸੀਂ ਡੈਫੀਨੇਸ਼ਨ ਲਿਖਣੀ ਹੈ ਤਾਂ ਲਿਖ ਲਓ ਦਾ ਫਿਨੋਮੇਨਾ ਇਨ ਵਿਚ ਹਿਜ਼ਿੰਗ ਨੋਇਸ ਲਿਖ ਲਓ ਜੀ ਦਾ ਫਿਨੋਮੇਨਾ ਇਨ ਵਿਚ ਹੀਜ਼ਿੰਗ ਰਾਜੇ ਇਲੈਕਟ੍ਰੀਕਲ ਦੇ ਵਿੱਚ ਪਤਾ ਕਿੰਨੇ ਤਰ੍ਹਾਂ ਦੀਆਂ ਆਵਾਜ਼ਾਂ ਹੁੰਦੀਆਂ ਨੇ ਇਹ ਦੱਸ ਸਕਦੇ ਹੋਗੇ 2 ਤਰ੍ਹਾਂ ਦੀਆਂ ਆਵਾਜ਼ਾਂ ਹੁੰਦੀਆਂ ਨੇ ਪਤਾ ਇੱਕ ਹਮਿੰਗ ਜੀ ਇੱਕ ਹਮਿੰਗ ਹੁੰਦੀ ਹੈ ਰਾਜੇ ਜਿਹੜੀ ਮੈਗਨੇਟੋਸਟ੍ਰਿਕਸ਼ਨ ਕਰਕੇ ਹੁੰਦੀ ਹੈਗੀ ਇਹ ਹੈਗੀ ਆ ਹੀਜ਼ਿੰਗ ਨੋਇਸ ਪਤਾ ਸੱਪ ਦੀ ਆਵਾਜ਼ ਇਹੀ ਹੁੰਦੀ ਹੈ ਜਾਂ ਫਿਰ ਐਂ ਕਹ ਲਓ ਜਿਵੇਂ ਤੜਕਾ ਨਹੀਂ ਲੱਗਦਾ ਹੁੰਦਾ ਸਾਡੇ ਪੈਨ ਦੇ ਵਿੱਚ ਕਦੇ ਬਹੁਤ ਵੱਡੀ ਵਾਇਰ ਤੇ ਕਦੇ ਤਾਰ ਦੇ ਕੋਲੇ ਲੰਘ ਕੇ ਦੇਖਿਓ ਉਸੇ ਤੁਹਾਨੂੰ ਤੜ ਦੀ ਆਵਾਜ਼ ਆਊਗੀ ਉਹਨੂੰ ਅਸੀਂ ਹੀਜ਼ਿੰਗ ਨੋਇਸ ਕਹਿੰਦੇ ਆ ਇਨ ਵਿੱਚ ਹੀਜ਼ਿੰਗ ਨੋਇਸ ਇੱਕ ਤਾਂ ਦੂਜਾ ਵਿੱਚ ਵਾਇਲਟ ਕਲਰ ਦੀ ਲਾਈਟ ਗਲੋ ਹੁੰਦੀ ਹੈ ਵਾਇਲਟ ਗਲੋ ਲਾਈਟ ਐਂਡ ਤੀਜਾ ਬੱਚੇ ਇੱਥੇ ਨਾਲ ਹੀ ਨਾਲ ਓਜ਼ੋਨ ਗੈਸ ਵੀ ਪ੍ਰੋਡਿਊਸ ਹੁੰਦੀ ਹੈਗੀ ਓਜ਼ੋਨ ਗੈਸ ਪ੍ਰੋਡਿਊਸਡ ਹੁੰਦੀ ਹੈਗੀ ਇਨ ਆ ਬਹੁਤ ਜ਼ਰੂਰੀ ਆ ਹਾਈ ਵੋਲਟੇਜ ਕੰਡਕਟਰ ਕਹਿ ਲਓ ਜਾਂ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਕਹਿ ਲਓ ਇੱਕ ਹੀ ਗੱਲ ਆ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਦੇ ਵਿੱਚ ਕਹਿ ਲਓ ਕਿਤੇ ਮਰਜ਼ੀ ਕਹਿ ਲਓ ਹਾਈ ਵੋਲਟੇਜ ਕੰਡਕਟਰ ਜਾਂ ਹਾਈ ਵੋਲਟੇਜ ਟਰਾਂਸਮਿਸ਼ਨ ਲਾਈਨ ਉਸ ਵੈਕਟਰ ਨੂੰ ਕਿਹਾ ਜਾਂਦਾ ਰਾਜੇ ਕਰੋਨਾ ਆ ਦੇਖੋ ਆ ਜਿਹੜੀਆਂ ਲਾਈਟਾਂ ਨੇ ਆ ਦੇਖ ਰਹੇ ਹੋ ਬੱਚੇ ਆ ਦੇਖੋ ਆ ਜਿਹੜੀ ਲਾਈਨ ਆ ਕਿ ਲਾਈਨ ਪੂਰੀ ਦੀ ਪੂਰੀ ਵਾਇਲਟ ਕਲਰ ਦੀ ਆ ਦੇਖੋ ਸਾਨੂੰ ਨਜ਼ਰ ਆ ਰਹੀ ਹੈ ਜਾਂ ਫਿਰ ਆ ਤਾਂ ਬਹੁਤ ਕਾਮਨ ਆ ਬੱਚੇ ਜਿਹੜਾ ਆਹ ਨਹੀਂ ਹੁੰਦਾ ਹੈਗਾ
ਜਿਹੜੇ ਸਾਡੇ ਚ ਆ ਦੇਖੋ, ਆ ਜਿਹੜਾ ਦੇਖ ਰਹੇ ਹੋ, ਆ ਤਾਂ ਸਾਨੂੰ ਰਾਤ ਨੂੰ ਦਿਖਦਾ ਵੀ ਹੈਗਾ। ਤਾਂ ਨਾਰਮਲੀ ਜਿਹੜੇ ਵੀ ਸਾਡੇ ਆ ਗ੍ਰਿਡ ਹੁੰਦੇ ਨਾ 220 ਜਾਂ 400 ਕੇਵੀ ਦੇ ਗ੍ਰਿਡ ਨੇਗੇ, ਉੱਥੇ ਤੁਹਾਨੂੰ ਇਹ ਸਾਫ਼-ਸਾਫ਼ ਦਿਖਦਾ। ਜਿੱਥੇ ਵੀ ਆ ਤੁਹਾਡੇ ਐਜਿਸ ਨਹੀਂ ਹੁੰਦੇ ਹੈਗੇ, ਤੁਹਾਡੇ ਜਿਹੜੇ ਤੁਹਾਡੇ ਐਜਿਸ ਹੁੰਦੇ ਹੈਗੇ, ਆ ਦੇਖੋ ਜਿਹੜੇ ਆ ਐਜ ਨਹੀਂ ਹੈਗੇ, ਜਿਹੜੇ ਤੁਹਾਡੇ ਆਹ ਜਿਹੜੇ ਆ ਐਜ ਨੇਗੇ, ਆਹ ਦੇਖੋ ਜਿਹੜੇ ਤਿੱਖੇ ਐਜ ਨੇਗੇ, ਇਕੱਲੇ ਤਿੱਖੇ ਐਜਾਂ ਦੇ ਉੱਪਰ ਅਜੇ ਇੱਥੇ ਵੱਧ ਹੁੰਦਾ ਗਾ। ਆ ਦੇਖੋ ਇੱਥੇ ਘੱਟ ਹੈਗਾ ਨਾ, ਜਿੱਥੇ ਐਜ ਤੁਹਾਡੇ ਤਿੱਖੇ ਨੇਗੇ, ਆ ਦੇਖੋ ਇੱਥੇ, ਆ ਦੇਖੋ ਇੱਥੇ ਵੱਧ ਹੁੰਦਾ ਬੱਚੇ। ਕਲੀਅਰ ਹੋ ਗਈ ਬੱਚੇ ਗੱਲ? ਇਹਨੂੰ ਅਸੀਂ ਕਰੋਨਾ ਕਹਿੰਦੇ ਆਂਗੇ। ਇਹ ਟਰਾਂਸਮਿਸ਼ਨ ਲਾਈਨ ਦੇ ਵਿੱਚ ਵੀ ਹੋ ਸਕਦਾ ਗਾ ਇਹ, ਤੇ ਜਿਹੜੇ ਟਰਾਂਸਮਿਸ਼ਨ ਲਾਈਨ ਦੇ ਵਿੱਚ ਕੰਪੋਨੈਂਟ ਲੱਗੇ ਹੋਏ ਹੈਗੇ, ਉਹਨਾਂ ਕੰਪੋਨੈਂਟ ਦੇ ਆਲੇ ਦੁਆਲੇ ਵੀ ਹੋ ਸਕਦਾ ਗਾ। ਕਲੀਅਰ ਹੋ ਗਈ ਜੀ ਗੱਲ ਇਹ? ਸਾਡੇ ਕੋਲੇ ਬੱਚੇ ਦੋ ਤਰ੍ਹਾਂ ਦੇ ਕਨੈਕਟਰ ਹੁੰਦੇ ਨੇ, ਇੱਕ ਪੋਜ਼ਿਟਿਵ ਕਨੈਕਟਰ ਹੁੰਦਾ ਹੈਗਾ, ਇੱਕ ਨੈਗੇਟਿਵ ਕਨੈਕਟਰ ਹੁੰਦਾ ਹੈਗਾ। ਇੱਕ ਪੋਜ਼ਿਟਿਵ ਕਨੈਕਟਰ ਹੁੰਦਾ, ਇੱਕ ਨੈਗੇਟਿਵ ਕਨੈਕਟਰ ਹੁੰਦਾ। ਹਮੇਸ਼ਾ ਪੋਜ਼ਿਟਿਵ ਕਨੈਕਟਰ ਦੇ ਉੱਪਰ ਜਿਹੜਾ ਇਨਫਲੂਐਂਸ ਹੈਗਾ ਸਾਡਾ, ਉਹ ਜ਼ਿਆਦਾ ਹੋਏਗਾ ਕਰੋਨਾ ਦਾ, ਸਮੂਥ ਹੋਏਗਾ ਤੇ ਬ੍ਰਾਈਟ, ਇੱਥੇ ਬਹੁਤ ਜ਼ਿਆਦਾ ਬ੍ਰਾਈਟ ਹੋਏਗਾ ਰਾਜੇ। ਪੋਜ਼ਿਟਿਵ ਦੇ ਉੱਪਰ ਜ਼ਿਆਦਾ ਬ੍ਰਾਈਟ ਹੋਵੇਗਾ, ਬ੍ਰਾਈਟ ਗਲੋ ਹੋਵੇਗਾ, ਤੇ ਨੈਗੇਟਿਵ ਦੇ ਉੱਪਰ ਸਪੌਟੀ ਗਲੋ ਹੋਵੇਗਾ। ਠੀਕ ਹੈ ਜੀ? ਤਾਂ ਦੋਨੇ ਕਨੈਕਟਰ ਦੇ ਅਲੱਗ-ਅਲੱਗ ਹੋਏਗਾ। ਇਹਦੇ ਰਾਜੇ ਫੈਕਟਰਸ ਕਿਹੜੇ ਜਿਨ੍ਹਾਂ ਦੇ ਉੱਪਰ ਕਨੈਕਟਰ ਜਿਹੜਾ ਸਾਡਾ ਫੈਕਟਰਸ, ਇਹ ਇੰਪੋਰਟੈਂਟ ਨੇਗੇ। ਫੈਕਟਰਸ ਕਿਹੜੇ ਫੈਕਟਰਸ ਨੇਗੇ ਜਿਹੜੇ ਕਰੋਨਾ ਨੂੰ ਇਫੈਕਟ ਕਰਦੇ ਆ, ਕਰੋਨਾ ਨੂੰ ਇਫੈਕਟ ਕਰਦੇ ਹੈਗੇ, ਉਹਨਾਂ ਬਾਰੇ ਦੇਖਦੇ ਆਂਗੇ ਅਸੀਂ। ਸਭ ਤੋਂ ਪਹਿਲਾ ਜਿਹੜਾ ਫੈਕਟਰ ਰਾਜੇ ਉਹ ਹੈਗਾ ਗਾ ਸਾਡਾ ਜਿਹੜਾ ਮੋਸਟ ਇੰਪੋਰਟੈਂਟ ਆ ਜਿਹੜਾ ਸਾਡਾ, ਉਹ ਹੈ ਕੰਡਕਟਰ ਦੀ ਸ਼ੇਪ। ਕੰਡਕਟਰ ਦੀ ਸ਼ੇਪ ਹੁੰਦੀ ਹੈ ਜਿਹੜੀ ਸਾਡੀ। ਜਿੰਨਾ ਰਾਜੇ ਕੰਡਕਟਰ ਸਾਡਾ ਸਮੂਥ ਹੋਏਗਾ, ਓਨਾ ਜਿਹੜਾ ਕੰਡਕਟਰ ਦੇ ਆਲੇ ਦੁਆਲੇ ਜਿਹੜੀ ਲਾਈਟ ਗਲੋ ਹੋਏਗੀ, ਓਨੀ ਉਹ ਸਮੂਥ ਹੋਏਗੀ। ਤੇ ਜਿੰਨਾ ਸਾਡਾ ਇਰੈਗੂਲਰ ਹੋਏਗਾ, ਜਿੰਨਾ ਇਹ ਸਾਡਾ ਇਰੈਗੂਲਰ ਹੋਏਗਾ, ਓਨੇ ਸਾਡੇ ਕਾਰਨਰਸ ਜਿਹਦੇ ਨਿਕਲੇ ਹੋਣਗੇ ਜਿਹੜੇ ਕਨੈਕਟਰ ਦੇ, ਓਨਾ ਸਾਡਾ ਕਰੋਨਾ ਜਿਹੜਾ ਹੋਊਗਾ, ਉੱਥੇ ਕਰੋਨਾ ਵਿੱਚ ਕੀ ਹੋਏਗਾ, ਵੱਧ ਹੋਏਗਾ। ਤੁਹਾਨੂੰ ਇਹ ਸਟੈਂਡਰਡ ਕਨੈਕਟਰ ਪਤਾ ਕੀ ਹੁੰਦਾ? ਸਟੈਂਡ ਜਿਹੜੇ ਹੁੰਦੇ ਨੇਗੀਆਂ, ਜਿਹੜੇ ਛੋਟੇ ਕਨੈਕਟਰਾਂ ਤੋਂ ਮਿਲ ਕੇ ਸਾਡਾ ਕਨੈਕਟਰ ਬਣਦਾ ਹੈਗਾ, ਜਿਹੜਾ ਅਸੀਂ ACSR ਕਨੈਕਟਰ ਵੀ ਉਹਨੂੰ ਯੂਜ਼ ਕਰਦੇ, ਉਹਨੂੰ ਸਟੈਂਡਰਡ ਕਨੈਕਟਰ ਕਹਿੰਦੇ ਆ ਨਾ। ਇੱਕ ਸੋਲਿਡ ਕਨੈਕਟਰ ਜਿਹੜਾ ਸਾਰਾ ਸੋਲਿਡ ਹੈਗਾ ਗੋਲ। ਤਾਂ ਮੈਨੂੰ ਦੱਸ ਸਕਦੇ ਹੋਗੇ A ਹੈਗਾ, ਹਾਂ B ਆ, ਦੋਨਾਂ ਦੇ ਵਿੱਚੋਂ ਕਿਹਦੇ ਵਿੱਚ ਕਰੋਨਾ ਵੱਧ ਆ? ਇਹਦੇ ਹਿਸਾਬ ਨਾਲ ਕੰਡਕਟਰ ਦੀ ਸ਼ੇਪ ਦੇ ਹਿਸਾਬ ਨਾਲ ACSR ਦੇ ਵਿੱਚ ਵੱਧ ਹੁੰਦਾ ਹੈਗਾ ਜੀ। ਉਹਦਾ ਕਾਰਨ ਕੀ ਆ? ਜਿਹੜਾ ਸਾਡਾ ACSR ਆ, ਦੇਖੋ ਇੰਨੇ ਕੁ ਥਾਂ ਦੇ ਉੱਪਰ ਦੇਖੋ, ਜਿਹੜਾ ਆਹ ਨਹੀਂ ਹੈਗਾ ਏਦਾਂ, ਜਿਹੜੇ ਆ ਖੂੰਜੇ ਨੇ, ਜੇ ਆਪਾਂ ਵੈਸੇ ਸਰਫੇਸ ਦੀ ਗੱਲ ਕਰੀਏ, ਬਾਹਰਲੀ ਸਰਫੇਸ ਸਮੂਥ ਹੈਗੀ ਸਾਡੀ? ਬਿਲਕੁਲ ਨਹੀਂ ਸਮੂਥ ਹੈਗੀ ਰਾਜੇ। ਜੇ ਆਪਾਂ ਏਦਾਂ ਲਾਈਨ ਖਿੱਚਾਂਗੇ, ਦੇਖੋ ਇਹਦੇ ਆਲੇ ਦੁਆਲੇ ਕਿੱਦਾਂ ਗੋਲਾ ਮਾਰੀਏ, ਤਾਂ ਕਿਤੇ ਤਾਂ ਜੇ ਵੱਧ ਉੱਭਰਿਆ ਹੋਇਆ, ਕਿਤੇ ਨਹੀਂ ਹੈਗਾ, ਤੇ ਕਿਤੇ ਨੀਵਾਂ, ਕਿਤੇ ਉੱਭਰਿਆ ਹੋਇਆ। ਤਾਂ ਜਿਹੜੇ ਖੂੰਜੇ ਬਾਹਰ ਨੂੰ ਨਿਕਲੇ ਹੋਏ, ਜਿਹੜੇ ਆ ਕਾਰਨਰ ਬਾਹਰ ਨਿਕਲੇ ਹੋਏ, ਇੱਥੇ ਰਾਜੇ ਕਰੋਨਾ ਜਿਹੜਾ ਹੋਊਗਾ ਉਹ ਸਾਡਾ ਵੱਧ ਹੋਊਗਾ ਬੱਚੇ। ਇੱਥੇ ਸਾਡਾ ਕਰੋਨਾ ਇੱਥੇ ਹੋਊਗਾ, ਇੱਥੇ। ਤਾਂ ਜਿੱਥੇ ਵੀ ਕੋਈ ਖੂੰਜਾ ਹੁੰਦਾ ਗਾ ਬੱਚੇ, ਏਦਾਂ ਕਰਕੇ, ਤਾਂ ਉਹ ਇੱਧਰੋਂ ਵੀ ਵੋਲਟੇਜ ਦਾ ਇਨਫਲੂਐਂਸ ਹੁੰਦਾ, ਇੱਧਰੋਂ ਵੀ ਵੋਲਟੇਜ ਦਾ ਇਨਫਲੂਐਂਸ ਹੁੰਦਾ, ਤੇ ਇੱਥੇ ਸਾਡੇ ਕੋਲੇ ਕਰੋਨਾ ਵੱਧ ਹੁੰਦਾ ਹਮੇਸ਼ਾ। ਆਹ ਦੇਖੋ, ਤੁਹਾਨੂੰ ਡਾਇਗਰਾਮ ਦੇ ਵਿੱਚ ਵੀ ਸਾਫ਼ ਦਿਖ ਰਿਹਾ ਸੀਗਾ ਵੀ ਕਰੋਨਾ ਵੱਧ ਕਿੱਥੇ ਸੀਗਾ ਰਾਜੇ। ਆ ਧਿਆਨ ਨਾਲ ਦੇਖੋ, ਇੱਥੇ ਦਿਖ ਰਿਹਾ ਹੈਗਾ, ਆ ਕਰੋਨਾ ਵੱਧ ਬੱਚੇ ਆ ਖੂੰਜਿਆਂ ਦੇ ਉੱਪਰ ਵੱਧ ਸੀਗਾ ਇੱਥੇ। ਉਹ ਕਹਿੰਦਾ ਦੋ ਪਾਸਿਓਂ ਗਲੀ ਲੱਗਦੀ ਹੈ, ਜਿਵੇਂ ਆਪਾਂ ਕਹਿੰਦੇ ਹੁੰਦੇ ਆਂਗੇ। ਤਾਂ ਜਿਹੜਾ ਖੂੰਜਾ ਹੁੰਦਾ ਉਹਦੇ ਵਿੱਚ ਦੋ ਪਾਸਿਓਂ ਇੱਧਰੋਂ ਵੀ ਵੋਲਟੇਜ ਹੁੰਦੀ ਹੈ, ਇੱਧਰੋਂ ਵੀ ਵੋਲਟੇਜ ਹੁੰਦੀ ਹੈ, ਦੋਵੇਂ ਪਾਸੇ ਵੋਲਟੇਜ ਦਾ ਇਨਫਲੂਐਂਸ ਹੁੰਦਾ ਹੈਗਾ। ਤੇ ਇੱਥੇ ਜਿਹੜੇ ਕੰਡਕਟਰਸ ਹੁੰਦੇ ਨੇ, ਇੱਥੇ ਜਿਹੜੇ ਪਾਰਟੀਕਲਸ ਹੁੰਦੇ ਹੈਗੇ, ਉਹਨਾਂ ਦੀ ਆਇਓਨਾਈਜੇਸ਼ਨ ਹੋਣ ਦੀ ਜਿਹੜੀ ਸੰਭਾਵਨਾ ਹੈਗੀ, ਉਹ ਬਹੁਤ ਜ਼ਿਆਦਾ ਹੁੰਦੀ ਹੈ। ਕਲੀਅਰ ਹੋ ਗਈ ਜੀ ਗੱਲ ਇਹ? ਤਾਂ ਕੰਡਕਟਰ ਦੇ ਸਾਈਜ਼ ਦਾ, ਸ਼ੇਪ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ ਬੱਚੇ। ਦੂਜਾ ਬੱਚੇ ਇਹਦੇ ਵਿੱਚ ਹੈਗੀਆਂ ਐਟਮੋਸਫੇਰਿਕ ਕੰਡੀਸ਼ਨਸ। ਐਟਮੋਸਫੇਅਰ ਦਾ ਬਹੁਤ ਜ਼ਿਆਦਾ ਇਫੈਕਟ ਪੈਂਦਾ, ਕਿਉਂਕਿ ਕਰੋਨਾ ਹੁੰਦਾ ਕਾਹਦੇ ਨਾਲ ਹੈਗਾ? ਕਰੋਨਾ ਹੁੰਦਾ ਹੈਗਾ ਬੱਚੇ, ਜਿਹੜਾ ਸਾਡੇ ਬਾਹਰਲੇ ਪਾਸੇ ਜਿਹੜੇ ਸਾਡੇ ਪਾਰਟੀਕਲਸ ਪਏ ਨੇਗੇ, ਜਿੰਨੇ ਪਾਰਟੀਕਲ ਇਹਦੇ ਆਲੇ ਦੁਆਲੇ ਜ਼ਿਆਦਾ ਹੋਣਗੇ, ਉਨੀ ਆਇਓਨਾਈਜੇਸ਼ਨ ਵੱਧ ਹੋਊਗੀ। ਜਿੰਨੀ ਆਇਓਨਾਈਜੇਸ਼ਨ ਵੱਧ ਹੋਊਗੀ, ਓਨਾ ਕਰੋਨਾ ਸਾਡਾ ਵੱਧ ਹੋਊਗਾ।
ਤੇ ਜਿੰਨੀ ਰਾਜੇ ਸਾਡੀ ਆਇਓਨਾਈਜੇਸ਼ਨ ਘੱਟ ਹੋਊਗੀ, ਜੇ ਆਲੇ ਦੁਆਲੇ ਪਾਰਟੀਕਲ ਨਹੀਂ ਹੈਗੇ, ਹੁਣ ਸਾਡੇ ਕੋਲੇ ਮੰਨ ਲਓ ਇੱਕ ਐਟਮੋਸਫੇਅਰ ਹੈ ਜਿਹੜਾ ਸਾਡਾ, ਐਟਮੋਸਫੇਅਰ ਦੇ ਵਿੱਚ ਮੰਨ ਲਓ ਬਹੁਤ ਜ਼ਿਆਦਾ ਡਸਟ ਹੈਗੀ, ਤਾਂ ਜਿੰਨੇ ਵੀ ਸਾਡੇ ਡਸਟ ਦੇ ਪਾਰਟੀਕਲਸ ਨੇਗੇ ਉਹ ਸਾਰੇ ਡਸਟ ਦੇ ਪਾਰਟੀਕਲ ਜਦੋਂ ਆਇਓਨਾਈਜ਼ਡ ਹੋਣਗੇ ਉਹਨਾਂ ਦੇ ਵਿੱਚ ਕਰੋਨਾ ਇਫੈਕਟ ਪੈਦਾ ਹੋਊਗਾ। ਪਰ ਜੇ ਇੱਕ ਸਾਫ਼ ਮੌਸਮ ਹੈ, ਇੱਕ ਕਲੀਅਰ ਮੌਸਮ ਆ, ਮੀਂਹ ਪੈ ਕੇ ਹਟਿਆ ਹੋਇਆ ਹੈਗਾ, ਕੋਈ ਮੋਇਸਚਰ ਨਹੀਂ ਹੈਗਾ, ਮੋਇਸਚਰ ਕੰਟੈਂਟ ਘੱਟ ਹੈਗਾ, ਤਾਂ ਜੇ ਕਲੀਅਰ ਮੌਸਮ ਆ, ਕਲੀਅਰ ਮੌਸਮ ਦੇ ਕੇਸ ਦੇ ਵਿੱਚ ਸਾਡੇ ਕੋਲੇ ਕਰੋਨਾ ਜਿਹੜਾ ਹੋਊਗਾ ਬੱਚੇ ਉਹ ਬਹੁਤ ਜ਼ਿਆਦਾ ਘੱਟ ਹੋਊਗਾ। ਪਰ ਜੇ ਮੋਇਸਚਰ ਵਾਲਾ ਮੌਸਮ ਆ ਉੱਥੇ ਕਰੋਨਾ ਕੀ ਹੋਊਗਾ ਬੱਚੇ, ਉੱਥੇ ਵੱਧ ਹੋਊਗਾ। ਤਾਂ ਮੋਇਸਚਰ ਦੇ ਅਜੇ ਉੱਪਰ ਆਪਣੇ ਐਟਮੋਸਫੇਰਿਕ ਕੰਡੀਸ਼ਨ ਦੇ ਉੱਪਰ ਕਰੋਨਾ ਬਹੁਤ ਜ਼ਿਆਦਾ ਇਫੈਕਟ ਪਾਉਂਦਾ ਹੈਗਾ। ਕਲੀਅਰ ਹੋ ਗਈ ਬੱਚੇ ਗੱਲ ਇਹ। ਤੇ ਜੇ ਆਪਣੇ ਕੋਲੇ ਕਰੋਨਾ ਕਹਿੰਦਾ ਕੀ ਹੈਗਾ, ਬਹੁਤ ਜ਼ਿਆਦਾ ਘੱਟ ਵੋਲਟ ਦੇ ਉੱਪਰ ਹੋ ਜਾਊਗਾ ਜੇ ਸਾਡਾ ਮੌਸਮ ਖਰਾਬ ਹੈਗਾ। ਨੰਬਰ 3, ਸਪੇਸਿੰਗ ਬਿਟਵੀਨ ਕਨੈਕਟਰ। ਸਪੇਸਿੰਗ ਬਿਟਵੀਨ ਕਨੈਕਟਰ, ਇਹਦਾ ਕੀ ਮਤਲਬ ਆ ਬੱਚੇ? ਸਪੇਸਿੰਗ ਬਿਟਵੀਨ ਕਨੈਕਟਰ, ਜਿੰਨੀ ਸਪੇਸ ਸਾਡੀ ਦੂਰ ਹੋਊਗੀ ਇੱਕ ਕਨੈਕਟਰ ਦੀ ਦੂਜੇ ਕਨੈਕਟਰ ਤੋਂ, ਉਹਨੇ ਇਲੈਕਟ੍ਰੋਸਟੈਟਿਕ ਸਟ੍ਰੈਸ ਕੀ ਹੋਣਗੇ। ਜੇ ਦੋ ਕਨੈਕਟਰ ਆਪਸ ਦੇ ਵਿੱਚ ਬਹੁਤ ਦੂਰ ਪਏ ਨੇਗੇ, ਮੰਨ ਲਓ 220 kV ਵੋਲਟੇਜ ਹੈਗੀ, ਤਾਂ ਇਲੈਕਟ੍ਰੋਸਟੈਟਿਕ ਸਟ੍ਰੈਸ ਕੀ ਹੋਣਗੇ। ਇੱਕ ਰਾਜੇ ਇਹਨੂੰ ਨਾ ਐਗਜ਼ਾਮਪਲ ਮੰਨਿਆ ਕਰੋ, ਇਹਨੂੰ ਐਵੇਂ ਕਰਕੇ ਦੇਖਿਓ ਕਿੰਨੀ ਸੌਖੀ ਚੀਜ਼ ਨੂੰ ਤੁਸੀਂ ਕਿਵੇਂ ਔਖਾ ਬਣਾ ਰਹੇ ਹੋ। ਦੇਖੋ ਤੁਹਾਡੇ ਮੰਨ ਲਓ ਇੱਥੋਂ ਲੈ ਕੇ ਇੱਥੇ ਤੱਕ ਦੀ ਜਿਹੜੀ ਉਹ 22 ਫੁੱਟ ਦੀ ਦੂਰੀ ਹੈ, ਠੀਕ ਹੈ, 22 ਫੁੱਟ ਦੀ ਦੂਰੀ ਹੈ, ਤੇ ਵੋਲਟੇਜ ਕਿੰਨੀ ਹੈਗੀ, 220 kV ਹੈ। ਤਾਂ 1 ਫੁੱਟ ਦੇ ਵਿੱਚ ਕਿੰਨੇ kV ਆਉਂਦੀ ਹੈ? 1 ਫੁੱਟ ਦੇ ਵਿੱਚ 220 ਡਿਵਾਈਡ ਬਾਈ 22 ਕਿੰਨਾ ਆਉਂਦਾ ਰਾਜੇ? 10 kV ਆ ਰਹੀ ਹੈ। ਤੇ ਵੋਲਟੇਜ ਸੇਮ ਆ ਗਈ, ਤੁਸੀਂ ਹੁਣ ਇਹਨੂੰ 11 ਕਰ ਦਿਓ, ਜਿਹੜਾ ਆਪਸ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਤੁਸੀਂ 11 ਕਰਤਾ, ਤਾਂ 220 ਡਿਵਾਈਡ ਬਾਏ ਕਿੰਨੇ ਫੁੱਟ ਹੈਗਾ? 11 ਫੁੱਟ। ਤਾਂ ਕਿੰਨੀ ਆਊਗੀ ਬੱਚੇ? 20 kV ਆਊਗੀ ਨਾ ਪਰ ਫੁੱਟ। ਤਾਂ 1 ਫੁੱਟ ਦੇ ਵਿੱਚ ਜਿੰਨੇ ਨੰਬਰ ਆਫ ਜਿਹੜੇ ਆ ਪਾਰਟੀਕਲਸ ਹੁੰਦੇ ਹੈਗੇ, ਇੱਕ ਵਾਰੀ ਤਾਂ ਉਹਨਾਂ ਨੂੰ 10 kV ਬੱਚੇ ਉਹਨਾਂ ਨੂੰ ਆਇਓਨਾਈਜ਼ ਕਰ ਰਹੀ ਹੈਗੀ, ਇੱਕ ਵਾਰੀ ਉਹਨਾਂ ਨੂੰ 22 kV ਆਇਓਨਾਈਜ਼ ਕਰ ਰਹੀ ਹੈਗੀ, 20 kV ਆਇਓਨਾਈਜ਼ ਕਰ ਰਹੀ ਆ। ਆਹ ਵੱਧ ਕਰੂਗੀ, ਆਹ ਵੱਧ ਕਰੂਗੀ, ਆਹੀ ਵੱਧ ਕਰੂਗੀ। ਤਾਂ ਜਿੰਨਾ ਸਾਡਾ ਸਪੇਸ ਬੱਚੇ, ਸਪੇਸਿੰਗ ਬਿਟਵੀਨ ਕਨੈਕਟਰ ਜਿੰਨੀ ਵੱਧਦੀ ਹੈਗੀ, ਸਪੇਸ ਦੇ ਵਧਣ ਦੇ ਨਾਲ, ਸਪੇਸਿੰਗ ਬਿਟਵੀਨ ਕਨੈਕਟਰ ਦੇ ਵਧਣ ਦੇ ਨਾਲ ਜਿੰਨੀ ਸਪੇਸ ਵਧੇਗੀ ਉਹਨਾਂ ਸਾਡਾ ਕਰੋਨਾ ਜਿਹੜਾ ਹੋਏਗਾ ਉਹ ਕੀ ਹੋਏਗਾ? ਘਟੇਗਾ। ਇਹ ਤਾਂ ਅੱਜ ਵਾਲੇ ਤੁਸੀਂ ਦੇਖ ਲਓ ਜਿਹੜਾ ਹੁਣ ਕਰੋਨਾ ਚੱਲਦਾ ਪਿਆ ਹੈਗਾ, ਇਹ ਤਾਂ ਉਹਦੇ ਨਾਲ ਹੀ ਲਿੰਕ ਹੈਗਾ। ਜਿੰਨੀ ਸਪੇਸਿੰਗ 2 ਫੁੱਟ ਦੀ ਦੂਰੀ, 2 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਹੁੰਦੀ ਹੈ ਨਾ ਅਸੀਂ, ਤਾਂ ਜਿੰਨੀ ਮੀਟਰ ਦੂਰੀ, ਜਿੰਨੀ ਸਾਡੀ ਦੂਰੀ ਵੱਧ ਹੋਊਗੀ ਉਹਨਾਂ ਸਾਡਾ ਕਰੋਨਾ ਘੱਟ ਫੈਲੂਗਾ। ਠੀਕ ਹੈ। ਅਗਲੀ ਗੱਲ ਆ ਗਈ ਸਾਡੀ ਚੌਥੀ, ਲਾਈਨ ਵੋਲਟੇਜ ਦੀ। ਲਾਈਨ ਵੋਲਟੇਜ ਤਾਂ ਸਿੱਧੀ ਹੀ ਗੱਲ ਹੈਗੀ, ਪਤਾ ਹੀ ਹੋਊ ਸਾਰਿਆਂ ਨੂੰ ਕੀ ਹੋਇਆ ਜੀ। ਜਿੰਨੀ ਲਾਈਨ ਵੋਲਟੇਜ ਸਾਡੀ ਵੱਧ ਹੋਏਗੀ ਓਨਾ ਸਾਡਾ ਕਰੋਨਾ ਇਫੈਕਟ ਜਿਹੜਾ ਸਾਡਾ ਉਹ ਜ਼ਿਆਦਾ ਹੋਏਗਾ। ਲਾਈਨ ਵੋਲਟੇਜ ਜਿੰਨੀ ਜ਼ਿਆਦਾ ਓਨਾ ਕਰੋਨਾ ਵੱਧ। ਕਲੀਅਰ ਹੋ ਗਈ ਰਾਜੇ ਗੱਲ ਇਹ? ਸਪੇਸ ਦੱਸਿਆ ਰਹੇ, ਸਪੇਸ ਕਿਹਾ ਹੈਗਾ ਤੁਹਾਨੂੰ। ਸਪੇਸ ਦੇ ਵਿੱਚ ਸਪੇਸ, ਜਿੰਨੀ ਸਪੇਸ ਜ਼ਿਆਦਾ ਹੋਊਗੀ ਤਾਂ ਓਨੇ ਹੀ ਜਿਹੜੇ ਪਾਰਟੀਕਲਸ ਨੇ ਉਹ ਜ਼ਿਆਦਾ ਹੋਣਗੇ ਵੱਧ ਸਪੇਸ ਦੇ ਵਿੱਚ, ਤਾਂ ਪਰ ਪਾਰਟੀਕਲ ਜਿਹੜੀ ਵੋਲਟੇਜ ਹੋਏਗੀ ਉਹ ਘੱਟ ਆਏਗੀ। ਜਿੰਨੇ ਨੇੜੇ ਰੱਖਾਂਗੇ ਕਨੈਕਟਰ ਨੂੰ ਉਨੇ ਇਲੈਕਟ੍ਰੋਸਟੈਟਿਕ ਸਟ੍ਰੈਸ ਜ਼ਿਆਦਾ ਹੋਣਗੇ, ਜਿੰਨਾ ਦੂਰ ਰੱਖਾਂਗੇ ਉਨੇ ਘੱਟ ਹੋਣਗੇ ਇਲੈਕਟ੍ਰੋਸਟੈਟਿਕ ਸਟ੍ਰੈਸ। ਕਦੇ ਇਸ ਤੋਂ ਬਾਅਦ ਜਿਹੜੀਆਂ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਦੇਖਣੀਆਂ ਨੇਗੀਆਂ ਅਸੀਂ। ਐਡਵਾਂਟੇਜਸ ਐਂਡ ਡਿਸਐਡਵਾਂਟੇਜ। ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਦੇਖਣੀਆਂ ਨੇਗੀਆਂ ਅਸੀਂ, ਉਹ ਕੀ ਨੇਗੀਆਂ ਦੇਖੋ। ਪਹਿਲਾਂ ਅਸੀਂ ਪੜ੍ਹਦੇ ਹਾਂ ਇਹਦੀ ਕੋਈ ਐਡਵਾਂਟੇਜ ਵੀ ਹੋ ਸਕਦੀ ਹੈਗੀ। ਪਹਿਲਾਂ ਤਾਂ ਐਡਵਾਂਟੇਜ ਬਾਰੇ ਗੱਲ ਕਰਦੇ ਹਾਂ। ਐਡਵਾਂਟੇਜ ਬਾਰੇ ਗੱਲ ਕਰਦੇ ਹਾਂ ਪਹਿਲਾਂ ਤਾਂ। ਹੁਣ ਦੇਖੋ ਬੱਚੇ ਆਪਾਂ ਕੀ ਕਹਿੰਦੇ ਹੈਗੇ ਐਡਵਾਂਟੇਜ। ਪਹਿਲੀ ਐਡਵਾਂਟੇਜ ਕੀ ਹੈਗੀ ਇਹਦੀ, ਵੀ ਇਹਦਾ ਜਿਹੜਾ ਵਰਚੁਅਲ ਡਾਇਆ ਹੈਗਾ ਉਹ ਵੱਧ ਜਾਂਦਾ ਹੈਗਾ। ਵਰਚੁਅਲ ਡਾਇਆ ਵੱਧ ਜਾਂਦਾ, ਵਰਚੁਅਲ ਡਾਇਆਮੀਟਰ। ਹੁਣ ਮੰਨ ਲਓ ਇੱਕ ਸਾਡੇ ਕੋਲ ਕੰਡਕਟਰ ਸੀਗਾ ਪਹਿਲਾਂ,
ਉਹਦਾ ਡਾਇਆਮੀਟਰ ਸੀਗਾ ਇੰਨਾ, ਕਿਹੜਾ ਉਹ ਡੀ ਡਾਇਆਮੀਟਰ ਸੀਗਾ, ਠੀਕ ਹੈ। ਹੁਣ ਜਦੋਂ ਇਹਦੇ ਆਲੇ ਦੁਆਲੇ ਆਪਾਂ ਇੱਥੇ ਇਹਦੇ ਅੰਦਰ ਜਿਹੜੀ ਵੋਲਟੇਜ ਹੈਗੀ, ਵੋਲਟੇਜ ਜੇ ਸਾਡੀ ਬਹੁਤ ਜ਼ਿਆਦਾ ਹੋਵੇ ਤਾਂ ਬਹੁਤ ਜ਼ਿਆਦਾ ਵੋਲਟੇਜ ਕਰਕੇ ਇਹਦੇ ਆਲੇ ਦੁਆਲੇ ਵੀ ਜੀ ਸਾਡਾ ਜਿਹੜੇ ਆਹ ਆਇਓਨਾਈਜ਼ ਹੋ ਗਏ ਪਾਰਟੀਕਲ, ਇਹ ਕੰਡਕਟਿੰਗ ਪਾਰਟੀਕਲਸ ਨੇ ਨਾ ਸਾਡੇ, ਇਹ ਕੰਡਕਟਿੰਗ ਪਾਰਟੀਕਲਸ ਨੇਗੇ। ਤਾਂ ਜਿਹੜੇ ਇਹ ਕੰਡਕਟਿੰਗ ਪਾਰਟੀਕਲਸ ਨੇ ਇਹ ਕੰਡਕਟ ਕਰ ਰਹੇ ਨੇ ਨਾ, ਤਾਂ ਅਸੀਂ ਕਹਿ ਸਕਦੇ ਹਾਂ ਕਿ ਵੀ ਹੁਣ ਸਾਡਾ ਕੰਡਕਟਰ ਦਾ ਸਾਈਜ਼ ਇੰਨਾ ਹੋ ਗਿਆ ਬੱਚੇ, ਇੰਨਾ ਵੀ ਕੰਡਕਟਰ ਦਾ ਸਾਈਜ਼ ਸਾਡਾ ਵੱਧ ਗਿਆ। ਤਾਂ ਵਰਚੁਅਲ ਡਾਇਆ ਸਾਡਾ ਵੱਧ ਜਾਊਗਾ। ਪਰ ਹਾਂ ਇੱਕ ਗੱਲ ਯਾਦ ਰੱਖਿਓ, ਵਰਚੁਅਲ ਡਾਏ ਦੇ ਵਧਣ ਦੇ ਨਾਲ ਜਿਹੜੀ ਕਰੰਟ ਕੈਰਿੰਗ ਕੈਪੈਸਿਟੀ ਦੇ ਅੰਦਰ ਕਰੰਟ ਜਾ ਰਿਹਾ ਹੈਗਾ, ਉਹ ਕਰੰਟ ਕੈਰਿੰਗ ਕੈਪੈਸਿਟੀ ਨਹੀਂ ਵੱਧਦੀ ਹੈਗੀ, ਪਰ ਉਹਦੇ ਫਾਇਦੇ ਹੋਰ ਹੁੰਦੇ ਨੇ। ਉਹ ਤੁਹਾਨੂੰ ਦੱਸ ਦਿੰਦਾ ਮੈਂ ਕੀ ਹੁੰਦੇ ਨੇਗੇ, ਠੀਕ ਹੈ। ਉਹਦੇ ਫਾਇਦੇ ਹੋਰ ਹੁੰਦੇ ਨੇ, ਪਰ ਕਰੰਟ ਕੈਰਿੰਗ ਕੈਪੈਸਿਟੀ ਦੇ ਅੰਦਰ ਕਰੰਟ ਜਾ ਰਿਹਾ ਉਹ ਨਹੀਂ ਵੱਧਦਾ। ਵਰਚੁਅਲ ਡਾਇਆ ਵੱਧਦਾ, ਐਕਚੁਅਲ ਡਾਇਆ ਨਹੀਂ ਵੱਧਦਾ ਹੈਗਾ। ਵਰਚੁਅਲ ਡਾਇਆਮੀਟਰ ਵੱਧ ਜਾਂਦਾ ਹੈਗਾ, ਐਕਚੁਅਲ ਡਾਇਆ ਨਹੀਂ ਵੱਧਦਾ ਹੈਗਾ ਸਾਡਾ। ਕਲੀਅਰ ਹੋ ਗਈ ਬੱਚੇ ਗੱਲ ਇਹ? ਤਾਂ ਜਦੋਂ ਜੇ ਡਾਇਆਮੀਟਰ ਸਾਡਾ ਜੇ ਵੱਡਾ ਹੋ ਗਿਆ, ਜੇ ਡਾਇਆਮੀਟਰ ਵੱਡਾ ਹੋ ਗਿਆ, ਡਾਇਆਮੀਟਰ ਵੱਡੇ ਹੋਣ ਦੇ ਨਾਲ ਫਾਇਦਾ ਕੀ ਹੋਊਗਾ? ਡਾਇਆਮੀਟਰ ਜੇ ਇੰਕਰੀਜ਼ ਹੋਊਗਾ ਤਾਂ ਇਹਦਾ ਫਾਇਦਾ ਕੀ ਸੀਗਾ? ਤੁਹਾਨੂੰ ਦੱਸਿਆ ਸੀਗਾ ਕੀ ਚੀਜ਼ ਘਟ ਜਾਂਦੀ ਹੁੰਦੀ ਹੈਗੀ ਡਾਇਆਮੀਟਰ ਦੇ ਵਧਣ ਨਾਲ? ਬਿਲਕੁਲ ਜੀ, ਇਲੈਕਟ੍ਰੋਸਟੈਟਿਕ ਸਟ੍ਰੈਸ। ਇਲੈਕਟ੍ਰੋਸਟੈਟਿਕ ਸਟ੍ਰੈਸ ਰਾਜੇ ਸਾਡੇ ਘਟ ਜਾਣਗੇ। ਕਿਉਂ? ਕਿਉਂਕਿ ਰਾਜੇ ਜਿਹੜੀ ਇਹਦੇ ਅੰਦਰਲੇ ਪਾਸੇ ਹੁਣ ਵੋਲਟੇਜ ਸੀਗੀ ਨਾ, ਜਿੰਨੇ ਵੀ ਕੇ ਵੋਲਟੇਜ ਸੀ ਉਹ ਕੰਮ ਲੱਗ ਗਈ। ਉਹਨੇ ਕੀ ਕੀਤਾ? ਉਹਨੇ ਨਾਲ ਦੇ ਜਿਹੜੇ ਪਾਰਟੀਕਲ ਸੀ ਉਹਨਾਂ ਨੂੰ ਚਾਰਜ ਕਰਤਾ। ਇਹਦਾ ਮਤਲਬ ਕੁਛ ਨਾ ਕੁਛ ਜਿਹੜਾ ਵੋਲਟੇਜ ਦਾ ਬਾਹਰਲੇ ਪਾਸੇ ਇਨਫਲੂਐਂਸ ਨਿਕਲ ਰਿਹਾ ਸੀਗਾ, ਉਸ ਇਨਫਲੂਐਂਸ ਨੇ ਕੀ ਕੀਤਾ? ਆਇਓਨਾਈਜੇਸ਼ਨ ਕਰਨੀ ਸਟਾਰਟ ਕਰਤੀ। ਅਦਰਵਾਈਜ਼ ਜੇ ਇਹ ਆਇਓਨਾਈਜੇਸ਼ਨ ਨਾ ਕਰਦੀ ਫਿਰ ਕੀ ਹੋਣਾ ਸੀਗਾ? ਜਿਹੜਾ ਕੋਲੇ ਕਨੈਕਟਰ ਪਿਆ ਸੀਗਾ ਆਹ, ਇਹਦੇ ਨਾਲ ਇਹਨੇ ਸ਼ਾਰਟ ਸਰਕਟ ਹੋ ਜਾਣਾ ਸੀਗਾ। ਜਿਹੜਾ ਕੋਲੇ ਕਨੈਕਟਰ ਪਿਆ ਸੀ ਤਾਂ ਚਾਂਸਿਸ ਸੀਗੇ ਸਾਡੇ ਵੀ ਉਹ ਜਿਹੜੀ ਸਾਰੀ ਇੰਨੀ ਜ਼ਿਆਦਾ ਵੋਲਟੇਜ ਸੀਗੀ, ਇਹ ਵੋਲਟੇਜ ਇੱਕ ਦੂਜੇ ਦੇ ਉੱਪਰ ਪ੍ਰਭਾਵ ਪਾਉਂਦੀ। ਇਹ ਦੋਵੇਂ ਕਨੈਕਟਰ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਪ੍ਰਭਾਵ ਪਾਉਂਦੇ। ਜੇ ਦੋਵੇਂ ਕਨੈਕਟਰ ਇੱਕ ਦੂਜੇ ਦੇ ਉੱਪਰ ਪ੍ਰਭਾਵ ਪਾਉਂਦੇ ਤਾਂ ਉਹਨਾਂ ਦੇ ਨਾਲ ਕੀ ਹੋਣਾ ਸੀਗਾ? ਸਾਡੀ ਫਲੈਸ਼ ਓਵਰ ਹੋਣਾ ਸੀਗਾ। ਤਾਂ ਕਰੋਨਾ ਤੋਂ ਪਹਿਲਾਂ ਹੀ ਸਾਡੇ ਦੋਵੇਂ ਕਨੈਕਟਰਾਂ ਨੇ ਕੀ ਕਰਨਾ ਸੀਗਾ? ਆਪਸ ਦੇ ਵਿੱਚ ਸ਼ਾਰਟ ਹੋ ਸਕਦੇ ਸੀਗੇ। ਕਲੀਅਰ ਹੋ ਗਈ ਜੀ ਗੱਲ ਇਹ? ਵਰਚੁਅਲ ਡਾਇਆਮੀਟਰ ਵੱਧਦਾ, ਵਰਚੁਅਲ ਡਾਇਆਮੀਟਰ ਦੇ ਵਧਣ ਦੇ ਨਾਲ ਕੀ ਹੁੰਦੇ? ਸਾਡੇ ਇਲੈਕਟ੍ਰੋਸਟੈਟਿਕ ਸਟ੍ਰੈਸਿਸ ਘਟਦੇ ਹੈਗੇ, ਜਿਹੜੇ ਕੀ ਕਰਦੇ ਆ? ਪ੍ਰੋਬੇਬਿਲਿਟੀ ਨੂੰ ਰਿਡਿਊਸ ਕਰਦੇ ਹੈਗੇ। ਪ੍ਰੋਬੇਬਿਲਿਟੀ ਰਿਡਿਊਸ ਹੋ ਜਾਂਦੀ ਹੈ ਕਾਹਦੀ ਰਾਜੇ? ਫਲੈਸ਼ ਓਵਰ ਦੀ। ਫਲੈਸ਼ ਓਵਰ ਦੀ ਪ੍ਰੋਬੇਬਿਲਿਟੀ ਰਿਡਿਊਸ ਹੋ ਜਾਂਦੀ ਹੈ, ਠੀਕ ਹੈ ਜੀ। ਹੋਰ ਦੇਖੋ ਜੀ, ਹੋਰ ਕੀ ਹੋ ਸਕਦਾ ਹੈਗਾ? ਸਪੋਜ਼ ਕਰੋ ਇੱਕ ਕੰਡਕਟਰ ਹੈਗਾ ਜਿਹਦੇ ਆਲੇ ਦੁਆਲੇ ਨਾ ਆਹ, ਇਹਦਾ ਪਹਿਲਾਂ ਤਾਂ ਆਪਾਂ ਪੁਆਇੰਟ ਲਿਖਦੇ ਹਾਂ, ਇਟ ਅਟੈਨੂਏਟਸ ਦਾ ਲਾਈਟਨਿੰਗ ਸਰਜੇਸ। ਸਪੋਜ਼ ਕਰੋ ਇੱਕ ਕੰਡਕਟਰ ਆ, ਇਸ ਕੰਡਕਟਰ ਦੇ ਆਲੇ ਦੁਆਲੇ ਜੇ ਆਹ ਪਾਰਟੀਕਲ ਜਿਹੜੇ ਉਹ ਕੰਡਕਟਿੰਗ ਨੇਗੇ, ਆਲੇ ਦੁਆਲੇ ਨਾ ਕੰਡਕਟਿੰਗ ਪਾਰਟੀਕਲਸ ਪਏ ਨੇਗੇ, ਠੀਕ ਹੈ। ਤਾਂ ਇੱਕ ਬਿਜਲੀ ਜਦੋਂ ਲਸ਼ਕੇਗੀ ਰਾਜੇ ਕੋਈ ਵੀ ਆਸਮਾਨ ਦੇ ਵਿੱਚ, ਸਪੋਜ਼ ਕਰੋ ਕਿਸੇ ਕੰਡਕਟਰ ਤੇ ਗਿਰ ਗਈ, ਤਾਂ ਹੁਣ ਉਹਨੂੰ ਅੰਦਰ ਜਾਣ ਤੋਂ ਪਹਿਲਾਂ ਇੱਕ ਆਹ ਕਨੈਕਟਿੰਗ ਸਪੇਸ ਮਿਲੀ ਹੋਈ ਹੈ ਨਾ, ਤਾਂ ਉਹ ਟਰੈਵਲ ਕਰੂਗੀ ਆਹ ਕਨੈਕਟਿੰਗ ਸਪੇਸ ਦੇ ਵਿੱਚ, ਦੋਨੇ ਪਾਸੇ ਟਰੈਵਲ ਕਰੂਗੀ ਰਾਜੇ। ਉਹ ਇੱਧਰ ਨੂੰ ਵੀ ਟਰੈਵਲ ਕਰੂ, ਇੱਧਰ ਨੂੰ ਵੀ ਟਰੈਵਲ ਕਰੂ। ਤਾਂ ਜਿੱਥੇ ਵੀ ਇਹਨੂੰ ਅਰਥ ਲੱਭੂਗੀ ਉਹ ਅਰਥ ਦੇ ਵਿੱਚ ਚਲੀ ਜਾਊਗੀ। ਬਾਅਦ ਚੋਂ ਜਦੋਂ ਇਹ ਕਨੈਕਟਰ ਦੇ ਨਾਲ ਕਿਤੇ ਨਾ ਕਿਤੇ ਅਰਥਿੰਗ ਹੋਏਗੀ ਨਾ ਨੇੜੇ ਤੇੜੇ, ਤਾਂ ਉਹ ਅਰਥ ਦੇ ਵਿੱਚ ਚਲੀ ਜਾਏਗੀ ਰਾਜੇ। ਇਹਦਾ ਮਤਲਬ ਕੀ ਹੈ? ਅਦਰਵਾਈਜ਼ ਜੇ ਇਹਦੇ ਆਲੇ ਦੁਆਲੇ ਕਰੋਨਾ ਨਾ ਹੁੰਦਾ ਬੱਚੇ, ਤਾਂ ਜਦੋਂ ਬਿਜਲੀ ਨੇ ਗਿਰਨਾ ਸੀਗਾ ਆਲੇ ਦੁਆਲੇ ਤਾਂ ਇਹਦੇ ਕੋਈ ਹੈ ਹੀ ਨਹੀਂ ਨਾ ਕੰਡਕਟਿੰਗ ਪਾਥ, ਤਾਂ ਉਹਨੇ ਅੰਦਰ ਦੀ ਫਲੋ ਕਰਨਾ ਸੀਗਾ ਇੰਨੀ ਜ਼ਿਆਦਾ ਵੋਲਟੇਜ ਨੇ। ਇਟ ਮੀਨ ਦਾ ਆਪਾਂ ਅਟੈਨੂਏਟਸ ਦਾ ਮਤਲਬ ਹੁੰਦਾ ਘਟਾ ਦਿੰਦੀ ਹੈਗੀ। ਲਾਈਟਨਿੰਗ ਸਰਜ ਜਿਹੜੀ ਸਾਡੀ ਬਿਜਲੀ ਵਾਲੀਆਂ ਸਰਜਿਸ ਆਉਂਦੀਆਂ ਨੇਗੀਆਂ, ਉਹਨਾਂ ਦਾ ਇਫੈਕਟ ਘਟਾਉਂਦਾ ਹੈਗਾ ਬੱਚੇ ਕਰੋਨਾ। ਬੁੱਕ ਦੇ ਵਿੱਚ ਇੱਦਾਂ ਲਿਖਿਆ ਹੈਗਾ, ਇਟ ਅਟੈਨੂਏਟਸ, ਜਾਂ ਫਿਰ ਇਹ ਕਹਿੰਦਾ ਇਟ ਰਿਡਿਊਸਿਸ ਦਾ ਸਟੀਪਨੈਸ ਆਫ ਲਾਈਟਨਿੰਗ ਵੇਵਸ, ਜਾਂ ਫਿਰ ਸਵਿਚਿੰਗ ਵੇਵਸ। ਲਾਈਟਨਿੰਗ ਵੇਵਸ, ਲਾਈਟਨਿੰਗ ਵੇਵ ਦੀ ਸਟੀਪਨੈਸ ਹੁੰਦੀ ਹੈ ਰਾਜੇ ਤੀਬਰਤਾ ਨੂੰ ਘਟਾਉਂਦਾ ਹੈਗਾ। ਕਲੀਅਰ ਹੋ ਗਿਆ ਰਾਜੇ? ਕਰੋਨਾ ਦੀ ਇੱਕ ਇਹ ਫਾਇਦਾ ਹੈਗਾ। ਤਾਂ ਟ੍ਰਾਂਜ਼ੀਐਂਟ ਦਾ ਜਿਹੜਾ ਇਫੈਕਟ ਆਉਂਦਾ ਹੈਗਾ ਲਾਈਟਨਿੰਗ ਕਰਕੇ, ਟ੍ਰਾਂਜ਼ੀਐਂਟ ਇਫੈਕਟ ਜਿਹੜਾ ਹੁੰਦਾ ਉਹ ਘਟਾਉਂਦਾ ਹੈਗਾ ਜੀ। ਸਿਸਟਮ ਦੀ ਪ੍ਰੋਬੇਬਿਲਿਟੀ ਘਟ ਜਾਂਦੀ ਹੈ ਫਲੈਸ਼ ਓਵਰ ਹੋਣ ਦੀ। ਇਹ ਸਾਰੇ ਇਹਦੇ ਫਾਇਦੇ ਹੈਗੇ। ਜੇ ਹੁਣ ਅਸੀਂ ਨੁਕਸਾਨਾਂ ਦੀ ਗੱਲ ਕਰੀਏ ਵੀ ਇਹਦੇ ਨੁਕਸਾਨ ਕੀ ਹੈ, ਡਿਸਐਡਵਾਂਟੇਜ ਆ, ਤਾਂ ਡਿਸਐਡਵਾਂਟੇਜ ਪਹਿਲਾਂ ਤਾਂ ਹੈਗਾ ਜੀ ਕਰੋਨਾ ਲਾਸ।
ਲਾਸ ਕੀ ਹੈਗਾ ਰਾਜੇ? ਕਰੋਨਾ ਲਾਸ ਕੀ ਹੈਗਾ? ਕਰੋਨਾ ਲਾਸ ਹੈਗਾ ਸਾਡਾ ਵੀ ਅਸੀਂ ਆਪਾਂ ਕਹਿੰਦੇ ਵੀ ਇੱਕ ਲਾਈਟ ਪੈਦਾ ਹੁੰਦੀ ਹੈਗੀ, ਜਾਂ ਫਿਰ ਉੱਥੇ ਕੀ ਪੈਦਾ ਹੁੰਦੀ ਹੈ? ਸਾਊਂਡ ਪੈਦਾ ਹੁੰਦੀ ਆ। ਰਾਜੇ ਲਾਈਟ ਕੀ ਹੈ? ਇੱਕ ਕਿਹਦੀ ਫਾਰਮ ਆਗੀ? ਇਹ એનર્ਜੀ ਦੀ ਫਾਰਮ ਆ ਨਾ। ਸਾਊਂਡ ਵੀ ਕਾਹਦੀ ਫਾਰਮ ਆ? ਇੱਕ એનર્ਜੀ ਦੀ ਫਾਰਮ ਆ। ਇਹਦਾ ਮਤਲਬ ਜੇ ਇਹ એનર્ਜੀ ਪੈਦਾ ਹੋ ਰਹੀ ਹੈ, એનર્ਜੀ ਪੈਦਾ ਕਿਹਦੇ ਵਿੱਚੋਂ ਹੋ ਰਹੀ ਹੈ? ਸਾਡੇ ਉਸ ਕਨੈਕਟਰ ਦੇ ਵਿੱਚੋਂ ਹੋ ਰਹੀ ਹੈ, ਜਿਹੜੇ ਕਨੈਕਟਰ ਦੇ ਵਿੱਚ ਕੋਈ ਨਾ ਕੋਈ ਵੋਲਟੇਜ ਜਾ ਰਹੀ ਹੈ, ਕੋਈ ਨਾ ਕੋਈ ਪਾਵਰ ਜਾ ਰਹੀ ਹੈ। ਇਹਦਾ ਮਤਲਬ ਕੀ ਆ? ਇਹ ਪਾਵਰ ਜਿਹੜੀ એનર્ਜੀ ਪੈਦਾ ਹੋਈ ਹੈ, ਇਹ ਲੈਤੀ ਕਿੱਥੋਂ ਗਈ ਹੈ? ਇਹ ਤਾਂ ਉਹਦੇ ਵਿੱਚ ਹੀ ਲੈਤੀ ਗਈ ਹੈ ਨਾ, ਜਿਹੜਾ ਸਾਡਾ ਅੰਦਰ ਜਾ ਰਹੀ ਸੀਗੀ, ਪਾਵਰ ਜਾ ਰਹੀ ਸੀਗੀ ਜਿਹੜੀ। ਤਾਂ ਜਿਹੜੀ ਇਹ એનર્ਜੀ ਜਿਹੜੀ ਸਾਡੀ ਇਹ ਲਾਸ ਹੋ ਰਹੀ ਹੈਗੀ, ਇਹਨੂੰ ਅਸੀਂ ਕਹਿੰਦੇ ਆ ਕਰੋਨਾ ਕਰਕੇ ਹੋਣ ਵਾਲੇ ਲਾਸ। ਕਲੀਅਰ ਹੋ ਗਈ ਜੀ ਗੱਲ? ਇਹ ਦੂਜੀ ਗੱਲ ਹੈਗੀ ਆ ਰਾਜੇ ਕਰੋਜ਼ਨ। ਜਿਹੜੇ ਸਾਡੇ ਜਦੋਂ ਵੀ ਕਰੋਨਾ ਹੁੰਦਾ ਗਾ, ਕਰੋਨਾ ਕਰਕੇ ਵਿੱਚ ਓਜ਼ੋਨ ਗੈਸ ਪੈਦਾ ਹੁੰਦੀ ਆ। ਓਜ਼ੋਨ ਗੈਸ, ਤੇ ਜਿਹੜੀ ਓਜ਼ੋਨ ਗੈਸ ਹੁੰਦੀ ਆ, ਓਜ਼ੋਨ ਗੈਸ ਵਿੱਚ ਉਹਦੇ ਵਿੱਚ ਆਕਸੀਜਨ ਹੁੰਦੀ ਹੈਗੀ। O3 ਨੂੰ ਆਪਾਂ ਓਜ਼ੋਨ ਗੈਸ ਕਹਿੰਦੇ ਨਾ, ਆਕਸੀਜਨ। ਤੇ ਆਕਸੀਜਨ ਜਦੋਂ ਰਿਐਕਟ ਕਰਦੀ ਆ ਸਾਡੇ ਕੰਡਕਟਰ ਦੇ ਨਾਲ ਤੇ ਆਲੇ ਦੁਆਲੇ ਇਹਦੇ ਵਿੱਚ ਆਕਸਾਈਡ ਬਣਾਉਂਦੀ ਹੈਗੀ, ਤੇ ਇੱਕ ਲੇਅਰ ਬਣ ਜਾਂਦੀ ਹੈ ਬੱਚੇ ਕਾਲੀ ਕਾਲੀ, ਜਿਹੜੀ ਕੀ ਕਰਦੀ ਹੈਗੀ ਉਹ ਲੇਅਰ ਕੀ ਕਰਦੀ ਹੈ ਬੱਚੇ? ਸਾਨੂੰ ਕਰੋਜ਼ਨ ਪੈਦਾ ਕਰ ਦਿੰਦੇ ਸਾਡੇ ਕਨੈਕਟਰ ਦੇ ਵਿੱਚ, ਕਾਲਾ ਕਰ ਦਿੰਦੀ ਹੈ ਉਹਨਾਂ ਨੂੰ। ਠੀਕ ਹੈ ਜੀ? ਤਾਂ ਇਹ ਪ੍ਰੋਬਲਮ ਆ ਗਈ ਜੀ ਬੱਚੇ। ਲਾਸਟ ਰਾਜੇ ਮੋਸਟ ਇੰਪੋਰਟੈਂਟ ਪੁਆਇੰਟ, ਜਿਹੜਾ ਸਾਡਾ ਕਰੋਨਾ ਕਰਕੇ ਜਿਹੜਾ ਕਰੰਟ ਵਿੱਚ ਪੈਦਾ ਹੁੰਦਾ ਇਹਦੇ ਆਲੇ ਦੁਆਲੇ, ਉਹ ਕਰੰਟ ਨਾਨ ਸਿਨੋਸਾਇਡਲ ਹੁੰਦਾ ਹੈਗਾ। ਜਿਹੜਾ ਇਹ ਕਰੰਟ ਪੈਦਾ ਹੁੰਦਾ ਉਹ ਨਾਨ ਸਿਨੋਸੋਇਡਲ, ਨਾਨ ਸਾਈਨ ਵੇਵ ਹੁੰਦੀ ਹੈਗੀ ਇਹ। ਜੇ ਇਹ ਨਾਨ ਸਾਈਨ ਵੇਵ ਹੁੰਦੀ ਹੈ, ਇਹਦਾ ਮਤਲਬ ਕੀ ਕਰੂਗੀ ਇਹ ਰਾਜੇ? ਜਿਹੜਾ ਵੋਲਟੇਜ ਡ੍ਰੌਪ ਕਰਵਾਏਗੀ ਨਾ ਆਲੇ ਦੁਆਲੇ, ਉਹਦੇ ਕਰਕੇ ਕੀ ਹੋਏਗਾ? ਜਿਹੜੀਆਂ ਨੀਅਰ ਬਾਏ ਕਮਿਊਨੀਕੇਸ਼ਨ ਲਾਈਨ ਨੇ, ਨੇਗੀਆਂ, ਉਹਨਾਂ ਦੇ ਵਿੱਚ ਡਿਸਟੋਰਸ਼ਨ ਪੈਦਾ ਹੋ ਜੂਗੀ। ਇਹ ਗੱਲ ਯਾਦ ਰੱਖਣੀ ਆ। ਕਮਿਊਨੀਕੇਸ਼ਨ ਲਾਈਨ ਦੇ ਅੰਦਰਲੇ ਪਾਸੇ ਇੰਟਰਫੇਰੈਂਸ ਜਾਂ ਡਿਸਟੋਰਸ਼ਨ ਪੈਦਾ ਹੋ ਜੂਗੀ। ਤਾਂ ਇਹ ਸਾਰੇ ਪੁਆਇੰਟ ਸੀ ਰਾਜੇ ਕਰੋਨਾ ਦੇ। ਸਮਝ ਆ ਗਏ ਮੇਰੇ ਖਿਆਲ ਨਾਲ ਸਾਰੇ ਬੱਚੇ? ਹੁਣ ਦੱਸੋ। ਅਗਲਾ ਜਿਹੜਾ ਹੈਗਾ ਬੱਚੇ ਮੈਥਡਸ ਨੇਗੇ ਵੀ ਕਰੋਨਾ ਨੂੰ ਕਿਵੇਂ ਘਟਾਇਆ ਜਾ ਸਕਦਾ ਹੈਗਾ। ਮੈਥਡਸ ਆਫ ਰਿਡਿਊਸਿੰਗ ਕਰੋਨਾ, ਮੈਥਡਸ ਨੇਗੇ ਵੀ ਕਰੋਨਾ ਕਿਵੇਂ ਘਟ ਸਕਦਾ। ਸਭ ਤੋਂ ਪਹਿਲਾ ਹੈਗਾ ਰਾਜੇ ਸਾਡਾ ਬਾਏ ਇੰਕਰੀਜ਼ਿੰਗ ਕੰਡਕਟਰ ਸਾਈਜ਼। ਬੱਚੇ ਅਸੀਂ ਪਹਿਲਾਂ ਹੀ ਕਹਿ ਕੇ ਹਟਿਆ, ਜਿੰਨਾ ਕੰਡਕਟਰ ਦਾ ਸਾਈਜ਼ ਵੱਡਾ ਹੋਊਗਾ ਉਹਨਾਂ ਸਾਡਾ ਇਲੈਕਟ੍ਰੋਸਟੈਟਿਕ ਸਟ੍ਰੈਸ ਆ ਜਿਹੜਾ ਸਾਡਾ ਉਹ ਘੱਟ ਹੋਏਗਾ ਨਾ। ਜਿੰਨਾ ਇਲੈਕਟ੍ਰੋਸਟੈਟਿਕ ਸਟ੍ਰੈਸ ਘੱਟ ਆ ਸਾਡਾ, ਓਨਾ ਹੀ ਸਾਡਾ ਕਰੋਨਾ ਕੀ ਹੈਗਾ? ਘੱਟ ਆ ਬੱਚੇ। ਤਾਂ ਜਿੰਨਾ ਸਾਈਜ਼ ਵਧੇਗਾ ਓਨਾ ਕਰੋਨਾ ਸਾਡਾ ਘਟੇਗਾ। ਕਿਉਂਕਿ ਸਪੋਜ਼ ਕਰੋ, ਦੇਖੋ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੇਰੇ ਕੋਲ ਇੰਨਾ ਕਰੈਕਟਰ ਹੈਗਾ। ਇਹ ਯਾਦ ਰੱਖਣ ਦਾ ਤਰੀਕਾ ਵੀ ਇਹਦੇ ਆਲੇ ਦੁਆਲੇ ਦਾ ਆਹ ਕਰੋਨਾ ਹੋਇਆ ਸੀਗਾ, ਤੇ ਜੇ ਇਹਦਾ ਸਾਈਜ਼ ਵਧਾ ਦਈਏ ਅਸੀਂ, ਇਹਦਾ ਸਾਈਜ਼ ਵਧਾ ਕੇ ਇੰਨਾ ਕਰ ਦਈਏ ਸਪੋਜ਼ ਕਰੋ, ਤਾਂ ਇਹਦੇ ਅੰਦਰ ਹੀ ਨਹੀਂ ਸਮਾ ਗਿਆ ਕਰੋਨਾ ਦਾ ਸਾਰਾ। ਇਹਦਾ ਮਤਲਬ ਅੰਦਰ ਸਮਾ ਗਿਆ, ਮਤਲਬ ਖਤਮ ਹੋ ਗਿਆ। ਜਿਹਨੂੰ ਇਦਾਂ ਕਹਿ ਲਓ ਵੀ ਜਿੰਨਾ ਰਾਜੇ ਸਾਈਜ਼ ਵੱਡਾ ਹੋਊਗਾ ਉਹਨਾਂ ਇਲੈਕਟ੍ਰੋਸਟੈਟਿਕ ਸਟ੍ਰੈਸ ਜਿਹੜੇ ਹੋਣਗੇ ਘੱਟ ਹੋਣਗੇ, ਜਿੰਨੇ ਸਟ੍ਰੈਸ ਘੱਟ ਨੇਗੇ ਉਹਨਾਂ ਸਾਡੇ ਕੋਲ ਕਰੋਨਾ ਘੱਟ ਆ। ਕਿੱਦਾਂ ਮਰਜ਼ੀ ਯਾਦ ਕਰ ਲਓ ਜੀ। ਦੂਜਾ ਹੈਗਾ ਬਾਏ ਇੰਕਰੀਜ਼ਿੰਗ ਸਪੇਸਿੰਗ ਬਿਟਵੀਨ ਕੰਡਕਟਰਸ। ਜਿਹੜੇ ਦੋ ਕੰਡਕਟਰ ਹੈਗੇ ਉਹਨਾਂ ਵਿਚਕਾਰ ਆਪਾਂ ਸਪੇਸ ਨੂੰ ਵਧਾਵਾਂਗੇ। ਜਿੰਨਾ ਸਪੇਸ ਵਧਾ ਦਾਂਗੇ, ਸਪੇਸ ਕਿਵੇਂ ਵੱਧਦਾ ਹੁੰਦਾ ਬੱਚੇ? ਜੇ ਅਸੀਂ ਲੌਂਗਰ ਕ੍ਰਾਸ ਆਰਮਸ ਲਗਾਵਾਂਗੇ। ਪਰ ਇਹਦੇ ਨਾਲ ਕੀ ਹੋਊਗਾ? ਜਿਹੜੀ ਲਿਮਿਟ ਹੋਏਗੀ ਰਾਜੇ ਇਕਨੋਮਿਕ ਲਿਮਿਟ, ਉਹ ਬਦਲ ਜਾਏਗੀ ਸਾਡੀ। ਸਾਨੂੰ ਖਰਚਾ ਬਹੁਤ ਜ਼ਿਆਦਾ ਕਰਨਾ ਪਊਗਾ ਇਹਨਾਂ ਦੇ ਉੱਪਰ। ਤੇ ਜੇ ਏਡੀਆਂ ਲੰਬੀ ਆਪਾਂ ਕ੍ਰਾਸ ਆਰਮਸ ਲਗਾਵਾਂਗੇ ਵੀ, ਤਾਂ ਉਹਨਾਂ ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਆਏਗੀ ਰਾਜੇ। ਇੱਥੇ ਜਿਹੜਾ ਜ਼ੋਰ ਪਏਗਾ ਉਹ ਜ਼ਿਆਦਾ ਪਏਗਾ ਨਾ, ਟੁੱਟਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਏਗਾ। ਤਾਂ ਬੇਸ਼ੱਕ ਇਹ ਸਪੇਸ ਕਹਿ ਦਿੰਦੇ ਆ ਵੀ ਸਪੇਸ ਵਧਾ ਕੇ ਅਸੀਂ, ਵੈਸੇ ਇਹ ਗੱਲ ਤਾਂ ਹੈਗੀ ਆ ਵੀ ਜਿੰਨਾ ਸਪੇਸ ਜਿਹੜਾ ਦੋ ਕੰਡਕਟਰਾਂ ਦੇ ਵਿਚਕਾਰ ਦਾ ਵੱਧ ਹੋਊਗਾ ਉਹਨਾਂ ਸਾਡਾ ਕਰੋਨਾ ਘੱਟ ਹੋਊਗਾ। ਪਰ ਇਹ ਪ੍ਰੈਕਟੀਕਲ ਮੈਥਡ ਅਸੀਂ ਇਹ ਯੂਜ਼ ਨਹੀਂ ਕਰਦੇ ਹੈਗੇ।
ਯੂਜ਼ ਕੀ ਕਰਦੇ ਆਂਗੇ, ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਮੈਥਡ ਆ ਉਹ ਹੈਗਾ ਬੱਚੇ ਬੰਡਲ ਕਨੈਕਟਰ, ਆਹ ਯੂਜ਼ ਕਰਦੇ ਆ। ਬੰਡਲ ਕਨੈਕਟਰ ਦੇਖਿਆ ਜੀ ਕਿਸੇ ਨੇ, ਦੱਸੋ। ਆ ਦੇਖੋ ਬਾਈ, ਚਾਰ ਦੇਖੋ ਚਾਰ ਕਨੈਕਟਰ ਜਿਹੜੇ ਇਕੱਠੇ ਨਹੀਂ ਜਾ ਰਹੇ ਹੈਗੇ, ਆ 1 2 3 4 ਕਨੈਕਟਰ ਇਕੱਠੇ ਜਾ ਰਹੇ ਹੈਗੇ। ਆ ਦੇਖੋ, ਆਹ ਏਦਾਂ ਕਨੈਕਟਰ ਇਹ ਤੁਸੀਂ ਆਮ ਹੀ ਦੇਖੇ ਹੋਣਗੇ। ਦੇਖੋ ਚਾਰ ਕਨੈਕਟਰ ਨੇ ਜਿਹੜੇ ਆਹ 3 ਕਨੈਕਟਰ ਜਿਹੜੇ ਆਪਸ ਦੇ ਵਿੱਚ ਇਹਨਾਂ ਨੇ ਫੜ ਕੇ ਰੱਖਿਆ ਹੋਇਆ ਹੈ। ਥਰੂ ਆਊਟ ਦਾ ਲਾਈਨ ਏਦਾਂ ਹੀ ਜਾਂਦੇ ਨੇਗੇ, ਇਹਨਾਂ ਨੂੰ ਅਸੀਂ ਬੰਡਲ ਕਨੈਕਟਰ ਕਹਿੰਦੇ ਹੈਗੇ। ਆਹ ਦੇਖ ਲਓ ਇਮੇਜ ਦੇਖਣੀ ਹੈਗੀ ਤੁਸੀਂ। ਇਹ ਸਰ ਲੈਂਥ ਤਾਂ ਇੱਕੋ ਹੀ ਹੁੰਦੀ ਹੈ ਨਾ ਜੀ? ਬਿਲਕੁਲ ਅਜੇ ਫੇਸ ਇੱਕੋ ਹੀ ਹੁੰਦਾ ਹੈਗਾ ਇਹ। ਆ ਫੇਸ ਇੱਕੋ ਹੀ ਹੁੰਦਾ, ਆ ਵੀ ਆਰ ਫੇਸ, ਆ ਵੀ ਆਰ ਫੇਸ, ਆ ਵੀ ਆਰ ਫੇਸ, ਆ ਵੀ ਆਰ ਫੇਸ। ਜਿਹੜਾ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਵੀ ਤਾਂ ਰੱਖਣਾ, ਨਹੀਂ ਤਾਂ ਆਪਸ ਦੇ ਵਿੱਚ ਜਿਵੇਂ ਗੁਲਜਰਾਂ ਨਹੀਂ ਪੈਂਦੀਆਂ ਹੁੰਦੀਆਂ, ਗੁਲਜਰ ਹੀ ਪੈ ਜਾਣਗੀਆਂ। ਇਹ 4 ਬੰਡਲ ਕਨੈਕਟਰ ਨੇ, ਇੱਕ 4 ਸਬ ਕਨੈਕਟਰ, ਇਹਨੂੰ ਆਪਾਂ ਸਬ ਕਨੈਕਟਰ ਕਹਿੰਦੇ। 1 ਸਬ ਕਨੈਕਟਰ, 2 ਸਬ ਕਨੈਕਟਰ, 3 ਤੇ 4 ਸਬ ਕਨੈਕਟਰ। ਤੇ ਜਿਹੜਾ ਇਹਨਾਂ ਨੂੰ ਸਾਰੇ ਕਨੈਕਟਰ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਦਾ, ਇਹਨੂੰ ਅਸੀਂ ਕਹਿੰਦੇ ਆਂਗੇ ਜੀ ਸਪੇਸਰ। ਇਹਨੂੰ ਸਪੇਸਰ ਕਹਿੰਦੇ ਆਂਗੇ ਅਸੀਂ, ਠੀਕ ਹੈ ਜੀ। ਸੇਮ ਫੇਸ ਕਦੇ ਵੀ ਆਪਸ ਦੇ ਵਿੱਚ ਬੱਚੇ ਸ਼ਾਰਟ ਨਹੀਂ ਹੁੰਦਾ ਹੈਗਾ, ਤਾਂ ਇਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਵੀ ਇਹ ਸ਼ਾਰਟ ਹੋ ਜਾਏਗਾ ਜਾਂ ਕੁਝ ਹੋਰ ਹੋ ਜਾਏਗਾ। ਸੇਮ ਫੇਸ ਆ ਨਾ, ਸਾਰੇ ਫੇਸ ਸਾਡੇ ਸੇਮ ਆ। ਬੇਸ਼ੱਕ ਜਿਹੜੇ ਕਨੈਕਟਰ ਜਿਹੜੇ ਸਾਡੇ, ਉਹਨਾਂ ਦੀ ਟਾਈਪ ਕਿਹੜੀ ਹੈਗੀ, ਉਹਦੀ ਟਾਈਪ ਹੈਗੀ ਹੈ ACSR। ਦੇਖੋ ACSR ਦੇ ਕਨੈਕਟਰ ਨੇਗੇ, ਬਟ ਕਿਵੇਂ ਪਾਏ ਹੋਏ, ਇੱਕ ਤੋਂ ਵੱਧ ਨੂੰ ਜੋੜ ਕੇ ਪਾਏ ਹੋਏ, ਤੇ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ, ਬੰਡਲ ਕਨੈਕਟਰ। ਹੁਣ ਬੰਡਲ ਕਨੈਕਟਰ ਦੇ ਨਾਲ ਹੁੰਦਾ ਪਤਾ ਕੀ ਆ, ਬੰਡਲ ਕਨੈਕਟਰ ਦੇ ਨਾਲ ਰਾਜੇ ਜਿਹੜਾ ਸਾਡਾ ਏਰੀਆ ਰਹੇ, ਸਾਡਾ ਸਰਫੇਸ ਏਰੀਆ ਵੱਧ ਜਾਂਦਾ। ਜਿਹੜਾ ਸਾਡਾ ਏਰੀਆ ਹੁੰਦਾ ਨਾ ਉਹ ਵੱਧ ਜਾਂਦਾ ਹੈਗਾ। ਬੰਡਲ ਕਨੈਕਟਰ ਆ ਦੇਖੋ, ਆਹ ਹੈਗਾ, ਤੇ ਇਹਦਾ ਜਿਹੜਾ ਏਰੀਆ ਹੋਏਗਾ ਕੁੱਲ ਆਹ ਇਨਫਲੂਐਂਸ ਹੋਏਗਾ, ਕਿਉਂਕਿ ਇਹਦਾ ਸਰਫੇਸ, ਇਹਦਾ ਵੀ ਇਨਫਲੂਐਂਸ ਅੰਦਰ ਹੈ, ਇਹਦਾ ਵੀ ਇਨਫਲੂਐਂਸ ਅੰਦਰ ਹੈਗਾ। ਤਾਂ ਆਹ ਸਾਡੇ ਕੋਲੇ ਟੋਟਲ ਇੰਨਾ ਜ਼ਿਆਦਾ ਡਾਇਆਮੀਟਰ ਵੱਧ ਜਾਏਗਾ। ਅਦਰਵਾਈਜ਼ ਜੇ ਤਿੰਨਾਂ ਨੂੰ ਆਪਾਂ ਇਕੱਠੇ ਕਰਕੇ ਰੱਖਦੇ ਹੋ, ਇੱਥੇ ਰੱਖੇ ਜਾਣੇ ਸੀ, ਇੰਨਾ ਕੁ ਏਰੀਆ ਆਉਣਾ ਸੀਗਾ, ਜਦ ਕਿ ਹੁਣ ਸਾਡਾ ਏਰੀਆ ਇੰਨਾ ਹੋ ਗਿਆ। ਤਾਂ ਇਹ ਕ੍ਰਾਸ ਡਾਇਆਮੀਟਰ ਨਾਲ ਤਾਂ ਅਸੀਂ ਕਹਿੰਦੇ ਵੀ ਜਿਹੜਾ ਵਰਚੁਅਲ ਡਾਇਆਮੀਟਰ ਆ ਬੰਡਲ ਕਨੈਕਟਰ ਦੇ ਨਾਲ, ਵਰਚੁਅਲ ਡਾਇਆਮੀਟਰ ਕੀ ਹੋ ਗਿਆ ਸਾਡਾ, ਵਰਚੁਅਲ ਡਾਇਆ ਕੀ ਹੋ ਗਿਆ ਸਾਡਾ, ਵੱਧ ਗਿਆ। ਜੇ ਵਰਚੁਅਲ ਡਾਇਆ ਵੱਧ ਗਿਆ, ਸਾਡਾ ਕਰੋਨਾ ਕੀ ਹੋ ਗਿਆ ਬੱਚੇ, ਘਟ ਗਿਆ। ਠੀਕ ਹੈ ਜੀ, ਇਹ ਹੈਗਾ ਜੀ। ਤਾਂ ਬੰਡਲ ਕਨੈਕਟਰ ਸਾਡੀ ਬਹੁਤ ਹੈਲਪ ਕਰਦੇ ਆ। ਬੰਡਲ ਕਨੈਕਟਰ ਨਾ ਸਿਰਫ ਇਹ ਕਰੰਟ ਕੈਰਿੰਗ ਕੈਪੈਸਿਟੀ ਬਣਾਉਂਦੇ ਹੈਗੇ, ਨਾਲ ਹੀ ਨਾਲ ਸਾਡੇ ਕਰੋਨਾ ਲਾਸਿਸ ਨੂੰ ਵੀ, ਕਰੋਨਾ ਨੂੰ ਹੋਣ ਤੋਂ ਵੀ ਰੋਕਦੇ ਹੈਗੇ। ਕਲੀਅਰ ਹੋ ਗਈ ਬੱਚੇ ਗੱਲ ਇਹ? ਇਹ ਸਾਰਾ ਅੱਜ ਕਰੋਨਾ ਟੌਪਿਕ ਸੀਗਾ। ਪਰ ਬੰਡਲ ਦੇ ਵਿੱਚ ਬਸ ਪ੍ਰੋਬਲਮ ਸਿਰਫ ਇੱਕ ਹੀ ਆ ਗਈ, ਕਿਉਂਕਿ ਡਾਇਆ ਵੱਧ ਗਿਆ ਤਾਂ ਹੁਣ ਜਿਹੜਾ ਵਿੰਡ ਪ੍ਰੈਸ਼ਰ ਹੋਊਗਾ, ਵਿੰਡ ਪ੍ਰੈਸ਼ਰ ਵੀ ਵਧੇਗਾ ਰਾਜੇ। ਜੇ ਆਪਣਾ ਡਾਇਆ ਘੱਟ ਹੋਣਾ ਸੀਗਾ ਤਾਂ ਉਹਦਾ ਫਾਇਦਾ ਸੀਗਾ, ਬਟ ਇਹਦਾ ਹੁਣ ਵਿੰਡ ਪ੍ਰੈਸ਼ਰ ਵਧੇਗਾ, ਤਾਂ ਸਾਨੂੰ ਬਹੁਤ ਮਜ਼ਬੂਤੀ ਨਾਲ ਇਹਦੇ ਨਾਲ ਨਜਿੱਠਣਾ ਪਏਗਾ ਬੱਚੇ। ਲਓ ਰਾਜੇ, ਕੁਛ ਆਬਜੈਕਟਿਵ ਟਾਈਪ ਕੁਐਸਚਨਸ ਨੇਗੇ ਤੁਹਾਡੇ ਕੋਲ, ਜਿਹੜੇ ਅਸੀਂ ਕਰਨੇ ਹੈਗੇ ਪਾਵਰ ਸਿਸਟਮ ਦੇ, ਜਿਹੜੇ ਹੁਣ ਤੱਕ ਪੜ੍ਹੇ ਹੋਏ ਹੈਗੇ। ਕੁਛ ਪੁੱਛਣਾ ਤਾਂ ਨਹੀਂ ਪਿਛਲੇ ਦੇ ਵਿੱਚੋਂ? ਕੁਛ ਆਬਜੈਕਟਿਵ ਟਾਈਪ ਕੁਐਸਚਨ ਨੇਗੇ ਅੱਜ ਵਾਲੇ ਦੇ ਵਿੱਚੋਂ ਵੀ ਨੇਗੇ, ਤੇ ਕੱਲ ਵਾਲੇ ਦੇ ਜਿਹੜਾ ਆਪਾਂ ਪੜ੍ਹਿਆ ਸੀ, ਇਹਨਾਂ ਨੂੰ ਕਰਕੇ ਦੇਖਦੇ ਆ ਵੀ ਕੀ ਹੈਗੇ। ਦੇਖੋ ਕਰੀਏ ਸਟਾਰਟ। ਕੁਐਸਚਨ ਨੰਬਰ 71 ਤੋਂ ਸਟਾਰਟ ਕਰ ਦਿਆਂਗੇ। ਜੇ ਕਹਿੰਦਾ ਫ੍ਰੀਕੁਐਂਸੀ ਨੂੰ ਵਧਾ ਦਿੱਤਾ ਜਾਵੇ, 50 ਤੋਂ 100 ਕਰ ਦਿੱਤਾ ਜਾਵੇ, ਤਾਂ ਸਟ੍ਰਿੰਗ ਐਫੀਸ਼ੀਐਂਸੀ ਕੀ ਹੋਏਗੀ? ਫ੍ਰੀਕੁਐਂਸੀ ਦੇ ਵਧਾਉਣ ਦੇ ਜਾਂ ਘਟਾਉਣ ਦੇ ਨਾਲ ਵੋਲਟੇਜ ਦੇ ਉੱਪਰ ਕੋਈ ਫਰਕ ਪੈਂਦਾ ਹੈਗਾ ਬੱਚੇ? ਸ਼ੰਟ ਕੋਈ ਫਰਕ ਪਊਗਾ ਬੱਚੇ ਵੋਲਟੇਜ ਦੇ ਵਧਾਉਣ ਘਟਾਉਣ ਦੇ ਨਾਲ, ਫ੍ਰੀਕੁਐਂਸੀ ਦੇ ਵਧਾਉਣ ਘਟਾਉਣ ਨਾਲ? ਨਹੀਂ ਪੈਂਦਾ ਹੈਗਾ। ਤਾਂ ਫ੍ਰੀਕੁਐਂਸੀ ਚਾਹੇ ਤੁਸੀਂ ਵਧਾ ਦਿਓ ਚਾਹੇ ਘਟਾ ਦਿਓ ਬੱਚੇ, ਵੋਲਟੇਜ ਤੁਹਾਡੀ ਉਨੀ ਓ ਰਹੇਗੀ ਨਾ, ਤਾਂ ਕੋਈ ਚੇਂਜ ਨਹੀਂ ਆਉਂਦਾ ਹੈਗਾ। ਜਿਹੜੀ ਇਹ ਐਫੀਸ਼ੀਐਂਸੀ ਦਾ ਜਿਹੜਾ ਫਾਰਮੂਲਾ ਤੁਸੀਂ ਪੜ੍ਹਿਆ ਸੀ, ਉਹਦੇ ਵਿੱਚ ਕਿਤੇ ਉਹ ਹੈਗੀ ਸੀਗੀ, ਟੋਟਲ ਵੋਲਟੇਜ ਲਾਈਨ ਵੋਲਟੇਜ ਡਿਵਾਈਡ ਬਾਏ ਨੰਬਰ ਆਫ ਡਿਸਕ ਮਲਟੀਪਲਾਈ ਬਾਏ ਵੋਲਟੇਜ ਕ੍ਰਾਸ ਲੋਐਸਟ ਰਿਸਕ ਜੀ। ਬਿਲਕੁਲ ਜੀ। ਤੇ ਇੱਥੇ ਫ੍ਰੀਕੁਐਂਸੀ ਹੈਗੀ ਸੀ ਰਾਜੇ ਕਿਤੇ? ਨਹੀਂ ਸੀਗੀ। ਤੇਰਾ ਮਤਲਬ ਫ੍ਰੀਕੁਐਂਸੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਨਾਰਮਲੀ ਰਾਜੇ ਸਾਡੀ ਕਿੰਨੀ ਕੁ ਹੁੰਦੀ ਹੈਗੀ ਸਟ੍ਰਿੰਗ ਐਫੀਸ਼ੀਐਂਸੀ? 80% ਹੁੰਦੀ ਹੈ, ਤਾਂ ਯਾਦ ਕਰਨਾ ਹੈਗਾ। 100 ਹੋ ਨਹੀਂ ਸਕਦੀ ਹੈਗੀ, ਆਹ ਬਹੁਤ ਜ਼ਿਆਦਾ ਘੱਟ ਹੈਗੀ। 80% ਸਟ੍ਰਿੰਗ ਐਫੀਸ਼ੀਐਂਸੀ ਹੁੰਦੀ ਹੈਗੀ ਸਾਡੀ। ਕਹਿੰਦਾ ਇਨ ਸਸਪੈਂਸ਼ਨ ਟਾਈਪ ਇੰਸੂਲੇਟਰ ਸਟ੍ਰਿੰਗ ਐਫੀਸ਼ੀਐਂਸੀ ਕੈਨ ਬੀ ਇੰਪਰੂਵਡ ਹੈ। ਕਿਵੇਂ ਇੰਪਰੂਵ? ਲੌਂਗਰ ਕ੍ਰਾਸ ਸੈਕਸ਼ਨ ਆਰਮ ਨਾਲ ਹੋਊਗੀ। ਗਾਰਡ ਰਿੰਗ ਨਾਲ ਹੋਊਗੀ, ਬਿਲਕੁਲ ਹੋਊਗੀ। ਗ੍ਰੇਡਿੰਗ ਆਫ ਇੰਸੂਲੇਟਡ ਡਿਸਕ, ਗ੍ਰੇਡਿੰਗ ਕਰਨ ਦੇ ਨਾਲ ਵੀ ਇੱਕ ਹੇਠਲੀ ਡਿਸਕ ਵੱਡੀ ਪਾ ਦਈਏ, ਉੱਪਰਲੀ ਛੋਟੀ ਪਾ ਦਈਏ, ਇਹ ਨਾਲ ਫਾਇਦਾ ਹੋਊਗਾ, ਬਿਲਕੁਲ ਹੋਊਗਾ। ਰਿਡਿਊਸਿੰਗ ਦਾ ਕ੍ਰਾਸ ਆਰਮ ਲੈਂਥ, ਤਾਂ ਪੁੱਠਾ ਨਹੀਂ ਕਹਿਤਾ ਉਹਨੇ। ਤਾਂ ਕਿਹੜੇ ਪੁਆਇੰਟ ਸਹੀ ਆ? ਪਹਿਲਾ ਵੀ ਸਹੀ ਆ, ਦੂਜਾ ਵੀ ਸਹੀ ਆ, ਤੀਜਾ ਵੀ ਸਹੀ ਆ। ਕੀ ਚ ਲਿਖਿਆ ਹੋਇਆ ਏ ਦੇ ਵਿੱਚ?
ਠੀਕ ਹੈ ਜੀ। ਆਹ ਦੇਖੋ ਬੱਚੇ, ਆ ਤੁਹਾਨੂੰ ਸਪੈਸ਼ਲੀ ਮੈਂ ਇੱਥੇ ਲੈਤਾ ਹੈਗਾ ਤਾਂ ਕਿ ਤੁਹਾਨੂੰ ਕੁਝ ਚੀਜ਼ਾਂ ਕਲੀਅਰ ਹੋ ਜਾਣ। ਕੀ ਲਿਖਿਆ, ਰੇਸ਼ੋ ਆਫ ਪੰਕਚਰ ਵੋਲਟੇਜ ਟੂ ਦਾ ਫਲੈਸ਼ ਓਵਰ ਵੋਲਟੇਜ। ਦੇਖੋ ਰਾਜੇ ਪੰਕਚਰ ਵੋਲਟੇਜ ਕੀ ਹੁੰਦੀ ਹੈਗੀ, ਤੇ ਫਲੈਸ਼ ਓਵਰ ਵੋਲਟੇਜ ਕੀ ਹੁੰਦੀ ਹੈ। ਇੱਕ ਡਿਸਕ ਆ ਗਈ ਸਾਡੀ, ਇੱਥੇ ਕੋਈ ਕਨੈਕਟਰ ਜਾ ਰਿਹਾ, ਠੀਕ ਹੈ, ਡਿਸਕ ਦੇ ਵਿੱਚ। ਇਸ ਕੰਡਕਟਰ ਦੇ ਜਿਹੜੇ ਵਿੱਚ ਵੋਲਟੇਜ ਹੈ ਜਿਹੜੀ ਸਾਡੀ, ਜੇ ਉਹ ਵੋਲਟੇਜ ਹੈ ਜੀ ਇੱਕੋ ਲੱਖ ਸਪੋਜ਼ ਕਰੋ ਇੰਨੀ ਜ਼ਿਆਦਾ ਵੱਧ ਜੇ ਵੀ ਇਸ ਡਿਸਕ ਦੇ ਅੰਦਰ ਚੀਰਦੀ ਹੋਈ ਇਹਦੇ ਵਿੱਚ ਦੀ ਕਰੰਟ ਫਲੋ ਕਰਵਾਉਣ ਲੱਗ ਜੇ, ਇਹਦੇ ਅੰਦਰੋਂ ਚੀਰ ਹੀ ਦੇਵੇ ਅੰਦਰਲੇ ਪਾਸਿਓਂ, ਤਾਂ ਉਹਨੂੰ ਤੁਸੀਂ ਕਹਿੰਦੇ ਆ ਪੰਕਚਰ ਵੋਲਟੇਜ। ਵੀ ਪੰਕਚਰ ਕਰਤਾ ਸਾਡਾ ਕਨੈਕਟਰ ਜਿਹੜਾ ਅੰਦਰਲੇ ਪਾਸਿਓਂ ਚੀਰਦਾ ਹੋਇਆ ਅੰਦਰਲੇ ਪਾਸੇ ਦੀ ਵੋਲਟੇਜ ਜਿਹੜੀ ਜਾ ਕੇ ਸਾਡੇ ਜਿਹੜੇ ਸਾਡੇ ਚਾਰਜਿੰਗ ਕਰੰਟ ਆ ਉਹ ਇਹਦੇ ਅੰਦਰਲੇ ਪਾਸੇ ਅੰਦਰ ਦੀ ਚਲੇ ਗਏ। ਇੱਕ ਹੁੰਦਾ ਫਲੈਸ਼ ਓਵਰ। ਫਲੈਸ਼ ਓਵਰ ਕੀ ਹੁੰਦਾ ਵੀ ਸਾਡੀ ਮੰਨ ਲਓ ਆ ਡਿਸਕ ਆ ਗਈ ਬੱਚੇ, ਆ ਇੱਕ ਇੱਥੇ ਵੋਲਟੇਜ, ਇੱਕ ਆ ਸਾਡਾ ਕਨੈਕਟਿੰਗ ਮਟੀਰੀਅਲ ਹੈਗਾ। ਸਪੋਜ਼ ਕਰੋ ਉੱਪਰਲੇ ਪਾਸੇ ਕੁਛ ਨਾ ਕੁਛ ਕਣ ਆ ਗਏ ਸਾਡੇ ਮਿੱਟੀ ਦੇ, ਤਾਂ ਜਿਹੜੇ ਮਿੱਟੀ ਦੇ ਕਣ ਹੌਲੀ ਹੌਲੀ ਜਦੋਂ ਆਇਨਾਈਜ਼ ਹੋਣਗੇ ਆ ਵੋਲਟੇਜ ਕਰਕੇ ਜਿਹੜੀ ਇਸ ਕੰਡਕਟਰ ਦੇ ਵਿੱਚ ਪਈ ਹੈਗੀ, ਤਾਂ ਇੱਥੇ ਫਲੈਸ਼ ਵੱਜੇਗੀ। ਇੱਕ ਫਲੈਸ਼ ਜਿਹੜੀ ਇਹ ਫਲੈਸ਼ ਓਵਰ ਵੋਲਟੇਜ ਇਹ ਘੱਟ ਹੁੰਦੀ ਹੈਗੀ, ਜ਼ਿਆਦਾਤਰ ਤਾਂ ਫਲੈਸ਼ ਓਵਰ ਵੋਲਟੇਜ ਆਉਂਦੀ ਹੈਗੀ। ਇਹਦਾ ਮਤਲਬ ਮੰਨ ਲਓ ਕਿ ਟਰਾਂਸਮਿਸ਼ਨ ਲਾਈਨ ਦੇ ਵਿੱਚ 66 kV ਅਲਾਉਡ ਹੈਗੀ, ਕਿਸੇ ਵੀ ਕਾਰਨ ਕਰਕੇ ਇਸ 66 kV ਤੋਂ ਵੱਧ ਵੋਲਟੇਜ ਆ ਗਈ ਰਾਜੇ 67 68 70 ਵੋਲਟ 70 kV ਵੋਲਟ ਆ ਗਈ, ਤਾਂ 70 kV ਦੇ ਉੱਪਰ ਹੋ ਸਕਦਾ ਜਿਹੜੇ ਆਹ ਜਿਹੜੇ ਪਾਰਟੀਕਲਸ ਨੇ ਚਾਰਜ ਹੋ ਕੇ ਇੱਥੇ ਇੱਕ ਫਲੈਸ਼ ਜਾਂ ਬਰਬਾ ਦੇਣ ਤੇ ਇਹ ਖਤਮ ਹੋ ਜਾਣ। ਆਲੇ ਦੁਆਲੇ ਇੱਕ ਫਲੈਸ਼ ਜਾਂ ਵੱਜੇ, ਇੱਕ ਫਲੈਸ਼ ਤਾਂ ਸਮਝਦੇ ਹੋ ਨਾ, ਅੱਗ ਜੀ ਪੈਦਾ ਹੋਵੇ ਤੇ ਉਦੋਂ ਬਾਅਦ ਚੁੱਪ ਕਰ ਜੇ, ਉਦੋਂ ਬਾਅਦ ਜਦੋਂ ਆਹ ਸਾਰੇ ਪਾਰਟੀਕਲ ਖਤਮ ਹੋ ਗਏ ਉਦੋਂ ਬਾਅਦ ਹਟ ਜੇ ਫਲੈਸ਼। ਪਰ ਪੰਕਚਰ ਵੋਲਟੇਜ ਕੀ ਹੁੰਦੀ ਹੈ, ਪੰਕਚਰ ਵੋਲਟੇਜ ਵੀ ਇਹਨੂੰ ਚੀਰਦੀ ਹੋਈ ਜਾਏਗੀ ਰਾਜੇ ਇੱਧਰ ਦੀ, ਤਾਂ ਪੰਕਚਰ ਵੋਲਟੇਜ ਜ਼ਿਆਦਾ ਹੁੰਦੀ ਹੈ ਕਿ ਫਲੈਸ਼ ਓਵਰ ਵੋਲਟੇਜ ਤਾਂ ਥੋੜੀ ਵੋਲਟੇਜ ਤੇ ਹੀ ਹੋ ਜਾਂਦਾ, ਪੰਕਚਰ ਪਰ ਬਹੁਤ ਹਾਈ ਵੋਲਟੇਜ ਤੇ ਹੁੰਦਾ। ਤੇਰਾ ਮਤਲਬ ਇਹਦੀ ਵੈਲਿਊ ਕੀ ਆਊਗੀ ਰਾਜੇ, ਮੱਚ ਗ੍ਰੇਟਰ ਦੈਨ 1 ਆਊਗੀ, ਵੀ ਪੰਕਚਰ ਵੋਲਟੇਜ ਵੱਧ ਹੁੰਦੀ ਹੈਗੀ, ਆ ਤੁਹਾਡੀ ਘੱਟ ਹੁੰਦੀ ਹੈ। ਮੰਨ ਲਓ ਆ ਤਾਂ ਹੈਗੀ ਕਿਸੇ 66 kV ਲਾਈਨ ਦੀ ਹੈਗੀ ਰਾਜੇ, ਹੈਗੀ ਆ 75, ਪਰ ਫਲੈਸ਼ ਓਵਰ ਤਾਂ 66 ਦੀ ਥਾਂ ਤੇ 70 ਤੇ ਹੀ ਹੋ ਸਕਦਾ ਹੈ, ਤਾਂ 1 ਪੁਆਇੰਟ ਸਮਥਿੰਗ ਆ ਗਿਆ ਨਾ। ਕਲੀਅਰ ਹੋਈ ਬੱਚੇ ਗੱਲ ਇਹ। The purpose of guard ring in transmission line ਕਾਹਦੇ ਵਾਸਤੇ ਯੂਜ਼ ਕੀਤਾ ਹੈ, ਰਿਡਿਊਸ ਦਾ ਅਰਥ ਕਪੈਸਿਟੈਂਸ ਇਨ ਦਾ ਲੋਅਰ ਮੋਸਟ ਡਿਸਕ। ਠੀਕ ਹੈ ਜੀ, ਇੰਕਰੀਜ਼ ਦਾ ਅਰਥ ਕਪੈਸਿਟੈਂਸ, ਇੰਕਰੀਜ਼ ਥੋੜੋ ਕਰਨੀ ਹੈ ਕਪੈਸਿਟੈਂਸ ਅਸੀਂ, ਰਿਡਿਊਸ ਦਾ ਟ੍ਰਾਂਸਮਿਸ਼ਨ ਲਾਸਿਸ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਗਾਰਡਨਿੰਗ ਕਾਹਦੇ ਵਾਸਤੇ ਹੁੰਦਾ ਬੱਚੇ, ਅਰਥ ਕਪੈਸਿਟੈਂਸ ਜਿਹੜੀ ਲੋਅਰ ਮੋਸਟ ਡਿਸਕ ਦੀ ਉਹਨੂੰ ਆਪਾਂ ਘਟਾ ਦਿੰਦੇ ਹੈਗੇ। ਜ਼ਰੂਰੀ ਨਹੀਂ ਹੈ ਵੀ ਕੱਲੀ ਲੋਅਰ ਮੋਸਟ ਡਿਸਕ ਦੀ, ਸਾਰਿਆਂ ਦੀ ਜਿੰਨੇ ਵੀ ਡਿਸਕਾਂ ਹੁੰਦੀਆਂ ਸਭ ਦੀ ਆਪਾਂ ਅਰਥ ਕਪੈਸਿਟੈਂਸ ਘਟਾਉਣੇ ਆ, ਜਿਹਨੂੰ ਅਸੀਂ ਕਹਿੰਦੇ ਸੀਗੇ ਸ਼ੰਟ ਕਪੈਸਿਟੈਂਸ। ਗਾਰਡ ਰਿੰਗ ਕੀ ਕਰਦਾ ਹੈਗਾ, ਇਕੁਲਾਈਜ਼ ਦਾ ਵੋਲਟੇਜ ਡਿਵੀਜ਼ਨ ਬਿਟਵੀਨ ਦਾ ਡਿਸਕ, ਸਹੀ ਹੈਗਾ। ਇਜ਼ ਅਨਨੈਸੈਸਰੀ ਕੰਪਲੀਕੇਟ, ਇਹ ਥੋੜੋ ਹੈਗਾ, ਇਹ ਆਊਗਾ ਹਨਾ। ਆਹ ਦੱਸੋ ਰਾਜੇ ਕਰੋਨਾ, ਇਹ ਦੱਸੋ ਰਾਜੇ 83 ਨੰਬਰ ਕੁਐਸਚਨ, ਕਰੋਨਾ ਇਜ਼ ਪਾਰਸ਼ੀਅਲ ਬ੍ਰੇਕਡਾਊਨ ਆਫ 에ਅਰ, ਕੰਪਲੀਟ ਬ੍ਰੇਕਡਾਊਨ ਆਫ 에ਅਰ, ਸਪਾਰਕਿੰਗ ਬਿਟਵੀਨ ਲਾਈਨਸ। ਵਿੱਚ ਜੇ ਬ੍ਰੇਕਡਾਊਨ, ਕੰਪਲੀਟ ਬ੍ਰੇਕਡਾਊਨ, ਜੇ ਸਾਡੀ ਹਵਾ ਆਇਓਨਾਈਜ਼ਡ ਹੋਊਗੀ, ਜੇ ਆਇਓਨਾਈਜ਼ਡ ਹੋਊਗੀ ਤਾਂ ਹੀ ਉਹਦੇ ਅੰਦਰਲੇ ਪਾਸੇ ਕੋਈ ਨਾ ਕੋਈ ਰਾਜੇ ਆਵਾਜ਼ ਪੈਦਾ ਹੋਊਗੀ ਨਾ। ਜੇ ਹਜੇ ਹਵਾ ਆਇਓਨਾਈਜ਼ਡ ਹੋਈ ਹੋਣੀ ਹੈਗੀ, ਇਹਦਾ ਮਤਲਬ ਕੀ ਹੈਗਾ, ਹਜੇ ਹਵਾ ਹੀ ਨਹੀਂ ਆਇਓਨਾਈਜ਼ਡ ਹੋਈ, ਇਹਦਾ ਮਤਲਬ ਤਾਂ ਵੋਲਟੇਜ ਹਜੇ ਰਾਜੇ ਵਧੀ ਹੋਣੀ ਹੈਗੀ, ਸਾਡੀ ਵੋਲਟੇਜ ਘੱਟ ਹੀ ਹੋਊਗੀ ਨਾ ਜੇ ਸਾਡੀ ਹਵਾ ਚਾਰਜ ਨਹੀਂ ਹੋ ਰਹੀ ਹੈਗੀ। ਪਹਿਲੀ ਗੱਲ ਤਾਂ ਜੇ ਹਵਾ ਆਇਓਨਾਈਜ਼ਡ ਹੋ ਗਈ ਇਹਦਾ ਮਤਲਬ ਹਵਾ ਦੇ ਵਿੱਚ ਜਿਹੜੇ ਪਾਰਟੀਕਲਸ ਨੇ ਸਾਡੇ ਹਨਾ ਉਹ ਆਇਓਨਾਈਜ਼ਡ ਹੋ ਗਏ ਨਾ, ਇਹਦਾ ਮਤਲਬ ਸਾਡੀ ਵੋਲਟੇਜ ਕਿੱਧਰਲੇ ਪਾਸੇ ਲੱਗ ਗਈ ਸਾਰੀ। ਦੇਖੋ ਇੱਕ ਤਾਂ ਹੁੰਦਾ ਹੈਗਾ ਬ੍ਰੇਕਡਾਊਨ ਆਫ, ਇੱਕ ਤਾਂ ਹੁੰਦਾ ਹੈਗਾ ਅਗਲਾ ਕੁਐਸਚਨ ਤੇ ਇੱਥੋਂ ਤੁਹਾਨੂੰ ਰਾਜੇ ਕਲੀਅਰ ਹੋ ਜਾਊਗਾ, ਤੈਨੂੰ ਆਪਾਂ ਹੁਣੇ ਦੇਖ ਲੈਂਦੇ ਆਂਗੇ, ਆਪਾਂ ਇਹਨੂੰ ਕੁਐਸਚਨ ਨੂੰ ਇੱਕ ਵਾਰੀ ਛੱਡ ਕੇ ਅੱਗੇ ਪਹੁੰਚਦੇ ਆ। 84 ਦੇ ਵਿੱਚ ਕਹਿੰਦਾ ਕਰੋਨਾ ਟੇਕਸ ਪਲੇਸ ਐਟ ਦਾ ਵੋਲਟੇਜ ਲੋਅਰ ਦੈਨ ਦਾ ਬ੍ਰੇਕਡਾਊਨ ਵੋਲਟੇਜ, ਜਿਹੜੀ ਬ੍ਰੇਕਡਾਊਨ ਵੋਲਟੇਜ ਹੁੰਦੀ ਆ ਉਸ ਤੋਂ ਛੋਟੀ ਵੋਲਟੇਜ ਦੇ ਵਿੱਚ ਕਹਿੰਦਾ ਕਰੋਨਾ ਹੁੰਦਾ। ਹਾਇਰ ਬ੍ਰੇਕਡਾਊਨ ਵੋਲਟੇਜ ਤੋਂ ਵੱਧ ਵੋਲਟੇਜ ਵਾਸਤੇ ਇਹਦੇ ਕਰੰਟ ਫਿਨੋਮਨਾ, ਕਰੰਟ ਫਿਨੋਮਨਾ ਤਾਂ ਨਹੀਂ ਹੈਗਾ ਇਹ, ਕਰੋਨਾ ਨਹੀਂ ਹੈਗਾ, ਇਹ ਤਾਂ ਵੋਲਟੇਜ ਫਿਨੋਮਨਾ ਹੈਗਾ। ਇਟ ਇੰਕਰੀਜ਼ ਦਾ ਐਫੀਸ਼ੀਐਂਸੀ ਘਟਾਉਂਦਾ ਤਾਂ ਨਹੀਂ, ਵਧਾਉਂਦਾ ਤਾਂ ਨਹੀਂ, ਇਹ ਘਟਾਉਂਦਾ ਹੈਗਾ, ਆਹ ਤਾਂ ਗਲਤ ਹੋ ਗਿਆ। ਤਾਂ ਦੋ ਆਪਸ਼ਨ ਰਹਿ ਗਈਆਂ ਉੱਪਰਲੀਆਂ। ਇਹਦੇ ਵਿੱਚ ਹੁੰਦਾ ਹੈਗਾ ਰਾਜੇ ਜਿਹੜੀ ਸਾਡੀ ਬ੍ਰੇਕਡਾਊਨ, ਇੱਕ ਤਾਂ ਹੁੰਦੀ ਆ ਬੱਚੇ ਬ੍ਰੇਕਡਾਊਨ ਆਫ 에ਅਰ, ਇੱਕ ਹੁੰਦੀ ਆ ਬ੍ਰੇਕਡਾਊਨ ਵੋਲਟੇਜ। ਬ੍ਰੇਕਡਾਊਨ ਵੋਲਟੇਜ ਜਿਹੜੀ ਹੁੰਦੀ ਹੈਗੀ, ਬ੍ਰੇਕਡਾਊਨ ਵੋਲਟੇਜ ਹੁੰਦੀ ਹੈ ਜਿੱਥੇ ਰਾਜੇ ਸਾਡੀ ਸਪਾਰਕਿੰਗ ਹੋ ਜਾਂਦੀ ਹੈ, ਜਿੱਥੇ ਸਾਡੇ ਦੋ ਕਨੈਕਟਰ ਜਿਹੜੇ ਸਾਡੇ ਉਹ ਸ਼ਾਰਟ ਸਰਕਟ ਹੁੰਦੇ ਆ, ਤਾਂ ਬ੍ਰੇਕਡਾਊਨ ਵੋਲਟੇਜ ਉਹ ਵੋਲਟੇਜ ਹੁੰਦੀ ਹੈ। ਤੇ ਉਹ ਬ੍ਰੇਕਡਾਊਨ ਵੋਲਟੇਜ ਤਾਂ ਪਹਿਲਾਂ ਹੋ ਜਾਂਦੀ ਹੈ ਨਾ ਸਾਡੀ ਜਿਹੜੀ ਆ ਪੈਦਾ ਹੁੰਦੀ ਹੈ ਕਰੋਨਾ ਵਾਲੀ ਵੋਲਟੇਜ, ਘੱਟ ਵੋਲਟੇਜ ਜਿਹੜੀ ਇਦੋਂ ਘੱਟ ਵੋਲਟੇਜ ਦੇ ਉੱਪਰ ਪਹਿਲਾਂ ਵੋਲਟੇਜ, ਜੇ ਸਪੋਜ਼ ਕਰੋ ਸਾਡੇ ਕੋਲ ਇਹ 66 kV ਹੈਗੀ ਇੱਕ ਲਾਈਨ,
ਸਪੋਜ਼ ਕਰੇ ਜੇ ਬਾਈ ਚਾਂਸ 80 ਕੇਵੀ ਹੈ ਇਹਦੀ 80 ਕੇਵੀ ਦੇ ਉੱਪਰ ਜਾ ਕੇ ਇਹਦੀ ਸਪਾਰਕਿੰਗ ਇਹ ਖਤਮ ਹੋ ਜਾਂਦੀ ਹੈ ਲਾਈਨ। ਇਹ ਦੋ ਲਾਈਨਾਂ ਦੇ ਵਿਚਕਾਰ ਫਲੈਸ਼ ਵੱਜ ਜਾਂਦੀ ਹੈ ਤੇ ਉਹ ਸ਼ਾਰਟ ਸਰਕਟ ਹੋ ਜਾਂਦੀ ਹੈ 80 ਕੇਵੀ ਦੇ ਉੱਪਰ ਜਾ ਕੇ। ਜੇ ਬਾਈ ਚਾਂਸ ਰਾਜੇ 70 ਕੇਵੀ ਦੇ ਉੱਪਰ ਜਾਂ 75 ਕੇਵੀ ਦੇ ਉੱਪਰ ਪਹੁੰਚ ਕੇ ਸਾਡੇ ਕੋਲੇ ਆਲੇ ਦੁਆਲੇ ਸਾਡੀ ਜਿਹੜੀ ਲਾਈਨ ਦੀ ਜਿਹੜੀ ਏਅਰ ਹੈਗੀ ਉਹ ਬ੍ਰੇਕ ਡਾਊਨ ਹੋ ਗਈ, ਤਾਂ ਉਹਨਾਂ 80 ਕੇਵੀ ਥਾਂ ਤੇ ਰਾਜੇ ਜੇ ਇਹ ਨਾਰਮਲ ਸੀਗੀ, ਜੇ 80 ਕੇਵੀ ਥਾਂ ਤੇ ਉਹਨੇ 90 ਕੇਵੀ ਦੇ ਉੱਪਰ ਹੋਊਗਾ ਫਲੈਸ਼ ਓਵਰ, ਕਿਉਂਕਿ ਆਹ ਵੋਲਟੇਜ ਕੰਮ ਲੱਗ ਗਈ ਨਾ ਆਪਦੇ ਕੋਈ ਨਾ ਕੋਈ, ਤੇ ਇਹਦਾ ਇਨਫਲੂਐਂਸ ਆ ਜਿਹੜਾ ਸਾਡਾ ਵੰਡਿਆ ਗਿਆ। ਤਾਂ ਜੀ ਕੰਪਲੀਟ ਬ੍ਰੇਕਡਾਊਨ ਆਫ ਏਅਰ ਹੁੰਦਾ ਹੈਗਾ, ਪਰ ਬ੍ਰੇਕਡਾਊਨ ਵੋਲਟੇਜ ਜਿਹੜੀ ਹੁੰਦੀ ਉਹ ਹੁੰਦੀ ਹੈਗੀ ਫਲੈਸ਼ ਓਵਰ। ਹੁਣ ਤਾਂ ਜੇ ਪਾਰਸ਼ੀਅਲ ਬ੍ਰੇਕਡਾਊਨ ਆਫ ਏਅਰ ਹੋਵੇਗਾ, ਅੱਧਾ ਕੁ ਬ੍ਰੇਕਡਾਊਨ ਹੋਵੇਗਾ, ਤਾਂ ਉਹਦੇ ਨਾਲ ਸਾਡੇ ਕੋਲੇ ਕਰੋਨਾ ਨਹੀਂ ਹੋਵੇਗਾ। ਤਾਂ ਯਾਦ ਰੱਖਣਾ ਜੀ ਇਟ ਇਜ਼ ਏ ਕੰਪਲੀਟ ਬ੍ਰੇਕਡਾਊਨ ਆਫ ਏਅਰ ਹੁੰਦਾ ਹੈਗਾ ਕਰੋਨਾ। ਪਰ ਕਿੱਥੇ ਪੈਦਾ ਹੁੰਦਾ ਹੈਗਾ? ਲੋਅਰ ਵੋਲਟੇਜ ਦੈਨ ਦਾ ਬ੍ਰੇਕਡਾਊਨ ਵੋਲਟੇਜ। ਬ੍ਰੇਕਡਾਊਨ ਵੋਲਟੇਜ ਤੋਂ ਥੱਲੇ ਪੈਦਾ ਹੁੰਦਾ ਹੈਗਾ। ਓਕੇ ਜੀ। ਅੱਗੇ ਚੱਲੀਏ ਜੀ। ਕਹਿੰਦਾ ਵਿੱਚ ਆਫ ਦਾ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਦਾ ਕਰੋਨਾ ਇੰਟਰਫੇਰੈਂਸ ਪੈਦਾ ਕਰਦਾ ਕਰੋਨਾ ਜੀ, ਕਿਉਂਕਿ ਇਹਦੇ ਅੰਦਰ ਬਾਹਰਲੇ ਪਾਸੇ ਸਿਨੋਸਾਇਡਲ ਕਰੰਟਸ ਹੁੰਦੇ ਆ, ਕਰਦਾ ਹੈਗਾ। ਅਟੈਨੂਏਟਸ ਦਾ ਮਤਲਬ ਕੀ ਹੁੰਦਾ ਹੈਗਾ? ਲਾਈਟਰਿੰਗ ਸਰਜੀ। ਅਟੈਨੂਏਟਸ ਦਾ ਮਤਲਬ ਹੁੰਦਾ ਘਟਾਉਂਦਾ, ਲਾਈਟਰਿੰਗ ਸਰਜੀ ਨੂੰ ਘਟਾਉਂਦਾ ਰਾਜੇ, ਕਿਉਂਕਿ ਉਹ ਆਲੇ ਦੁਆਲੇ ਟਰੈਵਲ ਕਰਵਾ ਦਿੰਦਾ ਹੈਗਾ। ਤੇ ਤੀਜਾ ਬੱਚੇ ਇਟ ਕਾਜ਼ ਪਾਵਰ ਲਾਸ। ਤੇ ਚੌਥਾ ਇਟ ਇਜ਼ ਮੋਰ prevalent in middle connector of transmission line employing the flat connector configuration। ਜੇ ਕੋਈ ਇੱਥੇ ਕਨੈਕਟਰ ਪਿਆ ਹੋਵੇ ਤਾਂ ਠੀਕ ਹੈ ਰਾਜੀ। ਜੇ ਮੰਨ ਲਓ ਆ ਦੋ ਕਨੈਕਟਰ ਪਏ ਹੈਗੇ ਹਨਾ, ਆ ਦੋ ਕਨੈਕਟਰ ਪਏ ਆ, ਤਾਂ ਇਹਦਾ ਇਨਫਲੂਐਂਸ ਇੱਧਰ ਨੂੰ ਆ, ਇਹਦਾ ਇਨਫਲੂਐਂਸ ਇੱਧਰ ਨੂੰ ਆਗਾ ਹਨਾ, ਏਦਾਂ ਹੀ ਹੋਏਗਾ ਨਾ। ਤਾਂ ਜੇ ਦੋਨਾਂ ਦਾ ਇਨਫਲੂਐਂਸ ਇੱਕ ਦੂਜੇ ਪਾਸੇ ਇਨਫਲੂਐਂਸ ਹੈਗਾ, ਤਾਂ ਉਹਨਾਂ ਕੇਸ ਦੇ ਵਿੱਚ ਕੀ ਹੋਏਗਾ ਬੱਚੇ? ਤਾਂ ਇੱਥੇ ਸਾਡੇ ਕੋਲ ਇਲੈਕਟ੍ਰੋਸਟੈਟਿਕ ਸਟ੍ਰੈਸ ਜਿਹੜੇ ਹੋਣਗੇ ਇੱਥੇ ਵੱਧ ਹੋਣਗੇ ਨਾ, ਉਹ ਬਹੁਤ ਜ਼ਿਆਦਾ। ਤਾਂ ਜੇ ਕੋਈ ਇੱਥੇ ਕਨੈਕਟਰ ਪਿਆ ਹੋਇਆ, ਇਹਨੂੰ ਦੋਵੇਂ ਪਾਸੇ ਸਟ੍ਰੈਸ ਮਿਲੂਗਾ, ਤੇ ਇਹਦੇ ਵਿੱਚ ਕਨੈਕਟਰ ਦੇ ਵਿੱਚ ਕਹਿੰਦਾ ਕਰੋਨਾ ਜ਼ਿਆਦਾ ਹੋਊਗਾ। ਇਹਦਾ ਆਨਸਰ 30 ਹੀ ਆਏਗਾ, ਇਹ ਨਹੀਂ ਆਏਗਾ। ਇਹਨਾਂ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ, ਪਹਿਲੇ 4 ਦੇ ਵਿੱਚ ਤਾਂ, ਪਹਿਲੇ 3 ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਸੀਗਾ। ਇਹ ਤਾਂ ਪੱਕੇ ਪੜ੍ਹੇ ਹੋਏ ਹੈਗੇ। ਆ ਵੀ ਹੁਣ ਯਾਦ ਕਰ ਲਿਓ ਰਾਜੇ, ਆ ਵੀ ਇਹਦੇ ਵਿੱਚ ਹੀ ਆਉਂਦਾ। ਠੀਕ ਹੈ। ਕਰੋਨਾ ਇਜ਼ ਕੰਪੋਨੈਂਟ ਹੁੰਦਾ ਵੀ ਕਿਹਦੇ ਨਾਲ ਆਉਂਦਾ ਹੈਗਾ, ਕੀ ਹੁੰਦਾ ਹੈਗਾ, ਸਾਰਾ ਕੁਝ ਹੀ ਆਉਂਦਾ ਹਨਾ। ਰੇਡੀਓ ਇੰਟਰਫੇਰੈਂਸ ਵੀ ਆਉਂਦੀ ਹੈ, ਵਾਈਬ੍ਰੇਸ਼ਨ ਵੀ ਆਉਂਦੀ ਹੈ, ਹੀਟਿੰਗ ਨੋਇਜ਼ ਵੀ ਆਉਂਦੀ ਹੈ, ਪਾਵਰ ਲਾਸ ਵੀ ਹੁੰਦਾ। ਜੋਨਾ ਕਰੋ ਆਹ ਦੇਖੋ ਰਾਜੇ, ਮੋਸਟ ਇੰਪੋਰਟੈਂਟ ਆ, ਹਰੇਕ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੈਗਾ। ਇਹਨੂੰ ਦੱਸੋ ਜੀ। ਕਰੋਨਾ ਲਾਸ ਇੰਕਰੀਜ਼ ਵਿਦ, ਕਾਹਦੇ ਨਾਲ ਵੱਧਦਾ, ਕਾਹਦੇ ਨਾਲ ਘਟਦਾ ਗਾ? ਇੱਕ ਚੀਜ਼ ਰਹਿ ਗਈ ਰਾਜੇ ਸਾਡੀ ਕਰਨੀ, ਜਿਹੜਾ ਕਰੋਨਾ ਹੁੰਦਾ ਨਾ ਸਾਡਾ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਟੂ F+25 ਹੁੰਦਾ ਹੈਗਾ, ਵੇਅਰ F ਇਜ਼ ਇਕੁਅਲ ਟੂ ਕੀ ਹੈਗਾ? ਸਪਲਾਈ ਫ੍ਰੀਕੁਐਂਸੀ ਹੈ। ਇਹ ਗੱਲ ਯਾਦ ਰੱਖਿਓ। ਅੱਛਾ, ਇਹਦਾ ਮਤਲਬ ਕੀ ਆ ਰਾਜੇ? ਇਹਨੂੰ ਆਪਾਂ ਬਾਅਦ ਚ ਕਰਦੇ ਹਾਂ। ਕੁਐਸਚਨ ਨੂੰ ਪਹਿਲਾਂ ਦੇਖ ਲਓ ਵੀ ਜੇ ਆਪਾਂ AC ਤੇ DC ਦੀ ਗੱਲ ਕਰੀਏ, AC ਤੇ DC ਦੀ ਗੱਲ ਕਰੀਏ, ਤਾਂ ਕੀ DC ਦੇ ਵਿੱਚ ਕਰੋਨਾ ਹੁੰਦਾ ਹੈਗਾ ਬੱਚੇ? ਇਹ ਦੱਸੋ, DC ਚ ਕਰੋਨਾ ਹੁੰਦਾ ਬੱਚੇ? ਆਹ ਫਾਰਮੂਲਾ ਦੇਖੋ, DC ਚ ਹੋਏਗਾ ਕਰੋਨਾ? ਨਹੀਂ ਹੁੰਦਾ ਜੀ। ਫਿਰ ਮੈਂ ਕਹਿ ਰਿਹਾ ਤੁਸੀਂ ਫਾਰਮੂਲਾ ਦੇਖੋ, ਤੁਸੀਂ ਫਾਰਮੂਲਾ ਫੇਰ ਨਹੀਂ ਦੇਖ ਰਹੇ ਹੈਗੇ। ਸਰ ਫਾਰਮੂਲੇ ਦੇ ਵਿੱਚ ਫ੍ਰੀਕੁਐਂਸੀ ਹੈ ਜੀ, ਫਿਰ ਉਹਦੇ ਨਾਲ ਆਹ ਕੀ ਪਿਆ ਹੈਗਾ? +25। ਹਾਂ ਜੀ, F ਦੀ ਵੈਲਿਊ 0 ਭਰੋ, 0 + 25 ਹੋਊਗਾ ਜੀ, ਕਿ ਨਹੀਂ ਹੈਗਾ? ਹੋਏਗਾ ਜੀ। ਕਰੋਨਾ DC ਚ ਵੀ ਕਰੋਨਾ ਹੁੰਦਾ ਹੈਗਾ, ਯਾਦ ਰੱਖਿਓ ਤੁਸੀਂ ਇਹ ਗੱਲ। ਉਹ ਗੱਲ ਵੱਖਰੀ ਆ ਵੀ AC ਦੇ ਵਿੱਚ ਤਾਂ ਕਰੋਨਾ ਹੋਏਗਾ 50 + 25, ਇਹਦੇ ਵਿੱਚ 75, 25 ਇਹਦੇ ਵਿੱਚ 75 ਹੋਏਗਾ, ਇਹਦੇ ਵਿੱਚ 25 ਹੋਊਗਾ ਜੀ। ਤਾਂ ਕਰੋਨਾ AC ਦੇ ਵਿੱਚ ਵੱਧ ਹੁੰਦਾ ਹੈਗਾ ਤੇ DC ਦੇ ਵਿੱਚ ਕਰੋਨਾ ਘੱਟ ਹੁੰਦਾ ਹੈਗਾ, ਪਰ ਹੁੰਦਾ ਦੋਨਾਂ ਜਗ੍ਹਾ। ਤਾਂ ਫ੍ਰੀਕੁਐਂਸੀ ਦੇ ਵਧਣ ਦੇ ਨਾਲ ਕਰੋਨਾ ਕੀ ਹੁੰਦਾ ਹੈਗਾ? ਵੱਧਦਾ ਹੈਗਾ। ਮੈਂ ਕਰੋਨਾ ਲਾਸ ਕਹਿੰਦਾ ਇੰਕਰੀਜ਼ ਹੁੰਦੇ ਆ, ਕਾਹਦੇ ਨਾਲ? ਦੇਖੋ ਬੱਚੇ ਕਿਹੜਾ ਆਨਸਰ ਸਹੀ ਹੈ। ਇਹ ਸਹੀ ਆ। ਦੇਖੋ ਕਹਿੰਦਾ ਜਿੰਨਾ ਕੰਡਕਟਰ ਦਾ ਸਾਈਜ਼ ਅਸੀਂ ਘਟਾਵਾਂਗੇ ਉਹਨਾਂ ਕਰੋਨਾ ਕਹਿੰਦਾ ਵਧੂਗਾ। ਸਹੀ ਗੱਲ ਹੈਗੀ। ਸਾਈਜ਼ ਜਿੰਨਾ ਬੱਚੇ ਘੱਟ ਹੋਊਗਾ ਉਹਨੇ ਇਲੈਕਟ੍ਰੋਸਟੈਟਿਕ ਸਟ੍ਰੈਸ ਬਾਹਰਲੇ ਪਾਸੇ ਜ਼ਿਆਦਾ ਹੋਣਗੇ ਨਾ, ਜਿੰਨੇ ਸਟ੍ਰੈਸ ਜ਼ਿਆਦਾ ਨੇ ਉਹਨਾਂ ਕਰੋਨਾ ਵੱਧਦਾ ਹੈਗਾ। ਤੇ ਕਹਿੰਦਾ ਸਪਲਾਈ ਫ੍ਰੀਕੁਐਂਸੀ ਵਧਣ ਦੇ ਨਾਲ ਸਾਡੇ ਕੋਲੇ ਕਰੋਨਾ ਵੱਧਦਾ ਹੈਗਾ। ਸਹੀ ਗੱਲ ਆ, ਤਾਂ ਇਹ ਆਨਸਰ ਸਹੀ ਹੈ ਬੱਚੇ, ਯਾਦ ਕਰ ਲਿਓ, ਪੇਪਰ 'ਚ ਬਹੁਤ ਵਾਰੀ ਆਇਆ ਹੋਇਆ ਕੁਐਸਚਨ ਹੈਗਾ ਇਹ, ਇੰਪੋਰਟੈਂਟ ਕੁਐਸਚਨ ਹੈਗਾ, ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ।
ਗੁੱਡ ਇਫੈਕਟ ਆਫ ਕਰੋਨਾ ਔਨ ਓਵਰਹੈਡ ਲਾਈਨ ਕੀ ਹੋਊਗਾ ਰਾਜੇ ਗੁੱਡ ਇਫੈਕਟ increase the line carrying capacity due to conducting ionized, increase the power factor due to corona loss, reduce the radio interference, reduce ਤਾਂ ਨਹੀਂ ਕਰਦਾ, reduce the steepness of the ਸਰ ਹਾਂਜੀ ਸਟੀਫਨੈਸ ਆਫ ਸਰਜਸ ਠੀਕ ਹੈ ਜੀ ਕੰਪੇਅਰ ਟੂ ਅ ਸੋਲਿਡ ਕਨੈਕਟਰ ਆਫ ਦਾ ਸੇਮ ਰੇਡੀਅਸ ਸੋਲਿਡ ਕਨੈਕਟਰ ਸਟੈਂਡਰਡ ਦੇ ਵਿੱਚ ਕਹਿੰਦਾ ਘੱਟ ਵੋਲਟੇਜ ਦੇ ਉੱਪਰ ਹੋ ਜਾਂਦਾ ਕਰੋਨਾ ਸਟੈਂਡਰਡ ਕਨੈਕਟਰ ਦੇ ਵਿੱਚ ਕਹਿੰਦਾ ਲੋਅਰ ਵੋਲਟੇਜ ਦੇ ਉੱਪਰ ਹੋ ਜਾਂਦਾ ਜਦਕਿ ਸੋਲਿਡ ਕਨੈਕਟਰ ਦੇ ਵਿੱਚ ਵੱਧ ਵੋਲਟੇਜ ਦੇ ਉੱਪਰ ਹੁੰਦਾ ਕਾਰਨ ਕੀ ਇਹਦਾ ਸਰਫੇਸ ਏਰੀਆ ਇਹਦਾ ਰੈਗੂਲਰ ਤੇ ਰੈਗੂਲਰ ਹਾਂ ਰਾਜੀ ਦਾ ਸਰਫੇਸ ਏਰੀਆ ਕਹਿ ਲਓ ਜਾਂ ਫਿਰ ਐਂ ਕਹਿ ਲਓ ਇੱਕ ਤਾਂ ਆਹ ਬੱਚੇ ਰੇਡੀਅਸ ਇਹਦਾ ਇਹ ਕਿਹੜੇ ਛੋਟੇ ਛੋਟੇ ਕਨੈਕਟਰ ਨੇਗੇ ਤਾਂ ਹਰ ਕਨੈਕਟਰ ਵਾਸਤੇ ਜਿਹੜੀ ਇਹਦਾ ਰੇਡੀਅਸ ਆ ਉਹ ਬਹੁਤ ਜ਼ਿਆਦਾ ਘੱਟ ਆ ਨਾ ਹਰੇਕ ਕਨੈਕਟਰ ਦਾ ਜਿਹੜੇ ਛੋਟੇ ਛੋਟੇ ਕਨੈਕਟਰ ਆ ਜਿਨ੍ਹਾਂ ਦਾ ਰੇਡੀਅਸ ਘੱਟ ਆ ਰਾਜੇ ਰੇਡੀਅਸ ਘੱਟ ਹੋਣ ਦੇ ਕਰਕੇ ਇਹਦੇ ਕੋਲ ਜਿਹੜਾ ਕਰੋਨਾ ਕੀ ਹੋਊਗਾ ਵੱਧ ਹੋਊਗਾ ਤਾਂ ਇਹ ਕੀ ਕਰਦਾ ਪ੍ਰੋਡਿਊਸ ਸਰਫੇਸਿਸ ਆਫ ਸਮਾਲਰ ਰੇਡੀਅਸ ਜਿੰਨੇ ਸਮਾਲ ਰੇਡੀਅਸ ਜਿੰਨਾ ਸਮਾਲ ਹੋਈ ਜਾਂਦਾ ਹੁੰਦਾਗਾ ਉਹਨੇ ਸਾਡਾ ਕਰੋਨਾ ਵਧੀ ਜਾਂਦਾ ਹੁੰਦਾ ਰਾਜੇ ਡੀ ਆਨਸਰ ਆਊਗਾ ਬੱਚੇ ਦਾ ਸਮੂਥ ਸਿਲੰਡਰੀਕਲ ਕਨੈਕਟਰ ਦੇ ਵਿੱਚ ਕਹਿੰਦਾ ਕਿੰਨੇ ਦੇ ਉੱਪਰ ਜਾ ਕੇ ਕਿੰਨੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇ ਵਿੱਚ ਜਾ ਕੇ ਸਾਡੇ ਕੋਲੇ ਸਰਫੇਸ ਦੇ ਉੱਪਰ ਜਾ ਕੇ ਕਰੋਨਾ ਹੋਣ ਲੱਗ ਜਾਂਦਾ ਹੈਗਾ ਇਹ ਰਾਜੇ ਇਹ ਵੈਲਿਊ ਹੈਗੀ ਇਹ ਫਿਕਸ ਵੈਲਿਊ ਹੈਗੀ ਇਹਨੂੰ ਤੁਸੀਂ ਯਾਦ ਕਰਨਾ ਇਹਨੂੰ ਤੁਸੀਂ ਰੱਟਾ ਮਾਰਨਾਗਾ ਠੀਕ ਹੈ ਇਹਦਾ ਆਨਸਰ ਜਿਹੜਾ ਹੁੰਦਾ ਉਹ 21 ਆਊਗਾ ਬੱਚੇ 21.1 kV RMS ਪਰ ਸੈਂਟੀਮੀਟਰ ਆਹੋ ਜੇ ਇਹ ਤੋਂ ਵੱਧ ਗਿਆ ਰਾਜੇ ਸਾਡੇ ਕੋਲੇ ਵੋਲਟੇਜ ਦਾ ਇਨਫਲੂਐਂਸ ਤਾਂ ਉਸ ਤੋਂ ਬਾਅਦ ਸਾਡੇ ਕੋਲੇ ਕਰੋਨਾ ਹੋਏਗਾ ਠੀਕ ਹੈ ਜੀ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਹੁੰਦੀ ਹੈਗੀ ਜਿੰਨਾ ਪ੍ਰੈਸ਼ਰ ਹਵਾ ਦੇ ਵਿੱਚ ਜ਼ਿਆਦਾ ਹੋਊਗਾ ਉਨੀ ਡਾਇਲੈਕਟ੍ਰਿਕ ਸਟਰੈਂਥ ਤੁਹਾਡੀ ਵੱਧ ਹੋਏਗੀ ਠੀਕ ਹੈ ਜੀ ਇੱਕ ਹੁੰਦੀ ਆ ਵਿਜ਼ੂਅਲ ਕ੍ਰਿਟੀਕਲ ਵੋਲਟੇਜ ਇੱਕ ਹੁੰਦੀ ਆ ਡਿਸਟਰਪਟਿਵ ਵੋਲਟੇਜ ਇਹਨਾਂ ਦੋਨਾਂ ਦੇ ਵਿੱਚ ਦੇਖੋ ਰਾਜੇ ਕੀ ਫਰਕ ਹੈਗਾ ਪਹਿਲਾਂ ਬੱਚੇ ਇੱਕ ਤਾਂ ਹੁੰਦੀ ਡਿਸਟਰਪਟਿਵ ਕ੍ਰਿਟੀਕਲ ਵੋਲਟੇਜ ਇੱਕ ਹੁੰਦੀ ਆ ਵਿਜ਼ੂਅਲ ਪਹਿਲਾਂ ਬੱਚੇ ਸਾਡੀ ਹੀਜ਼ਿੰਗ ਨੋਇਸ ਪੈਦਾ ਹੁੰਦੀ ਆ ਉਸ ਤੋਂ ਬਾਅਦ ਜਾ ਕੇ ਫੇਰ ਕਿਤੇ ਜਾ ਕੇ ਰਾਜੇ ਲਾਈਟ ਪੈਦਾ ਹੁੰਦੀ ਆ ਆਹ ਹਵਾ ਜਿਹੜੀ ਹੀਜ਼ਿੰਗ ਨੋਇਸ ਆ ਜੇ ਇਹ ਇੱਕ 400 kV ਦੀ ਲਾਈਨ ਆ ਮੰਨ ਲਓ ਇਹ 412 kV ਦੇ ਉੱਪਰ ਹੋਣ ਲੱਗ ਗਈ ਪਰ 412 kV ਦੇ ਉੱਪਰ ਲਾਈਟ ਨਹੀਂ ਪੈਦਾ ਹੋਏਗੀ ਇਹ 400 ਘੱਟੋ ਘੱਟ 444 kV ਦੇ ਉੱਪਰ ਜਾ ਕੇ ਲਾਈਟ ਪੈਦਾ ਹੋਏਗੀ ਵਿਜ਼ੂਅਲ ਆਵਾਜ਼ ਜਿਹੜੀ ਦਿਖਦੀ ਹੈਗੀ ਜਦੋਂ ਦਿਖਣ ਲੱਗ ਜਾਂਦੀ ਹੈ ਕ੍ਰਿਟੀਕਲ ਵੋਲਟੇਜ ਉਹ ਸਾਡੀ ਵੋਲਟੇਜ ਜ਼ਿਆਦਾ ਹੁੰਦੀ ਹੈਗੀ ਐਜ਼ ਕੰਪੇਅਰ ਟੂ ਡਿਸਟਰਪਟਿਵ ਕ੍ਰਿਟੀਕਲ ਵੋਲਟੇਜ ਕਲੀਅਰ ਹੋ ਗਈ ਜੀ ਗੱਲ ਇਹ ਪਹਿਲਾਂ ਹੀਜ਼ਿੰਗ ਨੋਇਸ ਆਉਂਦੀ ਹੈਗੀ ਜਿਹੜੀ ਵਿਜ਼ੂਅਲ ਲਾਈਟ ਹੈਗੀ ਜਿਹੜੀ ਲਾਈਟ ਵਾਲੀ ਵੋਲਟੇਜ ਹੈਗੀ ਉਹ ਤਾਂ ਸਾਡੀ ਵੱਧ ਹੁੰਦੀ ਹੈ ਉਹ ਵੱਧ ਵੋਲਟੇਜ ਦੇ ਉੱਪਰ ਹੁੰਦੀ ਹੈ ਇਹ ਚੀਜ਼ ਸਰ ਜਿਹੜੀ ਲਾਈਟ ਵਾਲੀ ਹੋਊਗੀ ਉਹ ਵਿਜ਼ੂਅਲ ਕ੍ਰਿਟੀਕਲ ਹੋਗੀ ਤੇ ਦੂਸਰੀ ਹਾਂ ਵੀ ਕਿੱਥੇ ਜਾ ਕੇ ਕਿਹੜੀ ਵੋਲਟੇਜ ਹੈਗੀ ਜਿੱਥੇ ਜਾ ਕੇ ਸਾਡੇ ਕੋਲੇ ਆਵਾਜ਼ ਪੈਦਾ ਹੁੰਦੀ ਉਹ ਹੈਗੀ ਡਿਸਟਰਪਟਿਵ ਵੋਲਟੇਜ ਉਹ ਕਿਹੜੀ ਵੋਲਟੇਜ ਜਿੱਥੇ ਜਾ ਕੇ ਸਾਨੂੰ ਦਿਖਣ ਲੱਗ ਜਾਂਦਾ ਕਰੋਨਾ ਉਹ ਹੈਗੀ ਵਿਜ਼ੂਅਲ ਹਾਂਜੀ ਅਗਲਾ ਹੈਗਾ ਜੇ ਕ੍ਰਿਟੀਕਲ ਵੋਲਟੇਜ ਲਿਮਿਟ ਆਫ ਦਾ ਟਰਾਂਸਮਿਸ਼ਨ ਲਾਈਨ ਇਜ਼ ਇਨਕਰੀਜ਼ਡ ਬਾਏ ਅਸੀਂ ਵਧਾਉਣਾ ਚਾਹੁੰਦੇ ਹਾਂਗੇ ਕ੍ਰਿਟੀਕਲ ਵੋਲਟੇਜ ਨੂੰ ਵਧਾਉਣਾ ਚਾਹੁੰਦੇ ਇਹਦਾ ਮਤਲਬ ਕੀ ਹੈਗਾ ਬਹੁਤ ਜ਼ਿਆਦਾ ਹਾਈ ਵੋਲਟੇਜ ਦੇ ਉੱਪਰ ਜਾ ਕੇ ਸਾਡੀ ਵੋਲਟੇਜ ਹੋਵੇ ਆ ਬਹੁਤ ਜ਼ਿਆਦਾ ਹਾਈ ਇਹਦਾ ਮਤਲਬ ਕੀ ਹੈ ਕਰੋਨਾ ਨੂੰ ਕੀ ਕਰਾਉਣਾ ਚਾਹੁੰਦੇ ਹਾਂ ਅਸੀਂ ਘਟਾਉਣਾ ਚਾਹੁੰਦੇ ਹਾਂ ਰਾਜੇ ਘਟਾਉਣਾ ਚਾਹੁੰਦੇ ਹਾਂ ਨਾ ਕਰੋਨਾ ਨੂੰ ਅਸੀਂ ਤਾਂ ਕਿਵੇਂ ਘਟਾਇਆ ਜਾ ਸਕਦਾ ਇੰਕਰੀਜ਼ਿੰਗ ਦਾ ਰੇਡੀਅਸ ਆਫ ਕਨੈਕਟਰ ਹੈਗੀ ਇਹ ਗੱਲ ਸਹੀ ਹੈ ਦੇਖੋ ਕ੍ਰਿਟੀਕਲ ਵੋਲਟੇਜ ਨੂੰ ਵਧਾਉਣਾਗਾ ਮਤਲਬ 444 ਥਾਂ ਤੇ 450 ਦੇ ਉੱਪਰ ਹੋਵੇ ਇਹਦਾ ਮਤਲਬ ਕਰੋਨਾ ਅਸੀਂ ਘਟਾਉਣਾਗਾ ਨਾ ਕਰੋਨਾ ਕਿਵੇਂ ਘਟੂਗਾ ਜੇ ਸਾਡਾ ਕੀ ਹੋਊਗਾ ਇੰਕਰੀਜ਼ਿੰਗ ਦਾ ਰੇਡੀਅਸ ਆਫ ਕਨੈਕਟਰ ਜੇ ਬਹੁਤ ਜ਼ਿਆਦਾ ਵੱਧ ਹੋਊਗਾ ਰੇਡੀਅਸ ਇਹਦਾ ਬਾਕੀ ਆਪਸ਼ਨਾਂ ਹੀ ਪੜ੍ਹ ਕੇ ਦੇਖ ਲੈਣੇ ਹੈਗੇ ਆਪਾਂ ਇੰਕਰੀਜ਼ਿੰਗ ਦਾ ਸਪੇਸਿੰਗ ਬਿਟਵੀਨ ਕਨੈਕਟਰ ਰਿਡਿਊਸਿੰਗ ਦਾ ਸਪੇਸਿੰਗ ਬਿਟਵੀਨ ਕਨੈਕਟਰ ਦਾ ਜਮੀ ਗਲਤ ਹੈਗਾ ਰਿਡਿਊਸਿੰਗ ਦਾ ਆ ਵੀ ਜਮੀ ਗਲਤ ਆ ਦੋ ਸੀਗੇ ਦੋਨਾਂ ਦੇ ਵਿੱਚੋਂ ਆ ਸਾਡਾ ਪ੍ਰੈਕਟੀਕਲ ਮੈਥਡ ਨਹੀਂ ਹੈਗਾ ਪ੍ਰੈਕਟੀਕਲ ਕਿਉਂਕਿ ਜਿਹੜੇ ਬੰਡਲ ਕਨੈਕਟਰ ਯੂਜ਼ ਕਰਦੇ ਇਹੀ ਹੁੰਦੇ ਹੈਗੇ ਠੀਕ ਹੈ ਜੀ ਕਰੋਨਾ ਲਾਸਿਸ ਆਰ ਮਿਨੀਮਾਈਜ਼ਡ ਵੈਨ ਕਦੋਂ ਘੱਟ ਹੁੰਦੇ ਆ ਰਾਜੇ ਜਦੋਂ ਸਮੂਥ ਹੁੰਦਾ ਕਨੈਕਟਰ ਜਾਂ ਸਾਈਜ਼ ਘੱਟ ਹੁੰਦਾ ਜਦੋਂ ਕਹਿੰਦਾ ਕੰਡਕਟਰ ਦਾ ਸਾਈਜ਼ ਘੱਟ ਹੁੰਦਾ ਉਦੋਂ ਕਰੋਨਾ ਘੱਟ ਹੁੰਦੇ ਆ ਗਲਤ ਸਮੂਥ ਹੁੰਦੇ ਇਹਨੂੰ ਰੱਖ ਲੈਂਦੇ ਹੋਲਡ ਇਹਨੂੰ ਰੱਖ ਲੈਂਦੇ ਆ ਸ਼ਾਰਪ ਪ੍ਰੋਵਾਈਡਡ ਆ ਵੀ ਗਲਤ ਹੈਗਾ ਕਰੰਟ ਡੈਂਸਿਟੀ ਇਨ ਕਨੈਕਟਰ ਇਜ਼ ਰਿਡਿਊਸਡ ਕਰੰਟ ਡੈਂਸਿਟੀ ਨਾਲ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਲਾਸਟ ਕੁਐਸਚਨ ਬੱਚੇ ਆ ਦੇਖੋ ਹੁਣ
ਕਹਿੰਦਾ ਕਰੋਨਾ ਲਾਸ ਇਨ ਅ ਪਾਰਟੀਕੂਲਰ ਸਿਸਟਮ 50 ਹਰਟਜ਼ ਦੇ ਉੱਪਰ 1 ਕਿਲੋਵਾਟ ਪਰ ਕਿਲੋਮੀਟਰ ਨੇਗੇ, ਬਟ ਇਹਦਾ ਕਰੋਨਾ ਲਾਸ ਐਟ 60। ਇਹਦਾ ਉਹੀ ਫਾਰਮੂਲਾ ਰਾਜੇ, 50 ਪਲੱਸ 25 ਹੈਗੇ ਜਦੋਂ, ਉਦੋਂ ਕਿੰਨੇ ਹੈਗੇ ਬੱਚੇ 1 ਕਿਲੋਵਾਟ ਆ, ਮਤਲਬ 1000 ਵਾਟ ਆ। ਜਦੋਂ 60 ਪਲੱਸ 25 ਹੋਊਗਾ ਉਦੋਂ ਕਿੰਨੇ ਹੋਣਗੇ, ਐਕਸ ਕੱਢ ਕੇ ਦੇਖ ਲਓ ਇਹਦਾ, ਐਕਸ ਦੀ ਵੈਲਿਊ ਕਿੰਨੀ ਆਊਗੀ 1000, ਆਹ 60 ਪਲੱਸ 25 ਕਿੰਨਾ ਹੁੰਦਾ ਗਾ ਬੱਚੇ 85, ਹੇਠਲੇ ਪਾਸੇ ਆ ਕਿੰਨਾ ਗਾ ਸਾਡਾ 75, ਇਹੀ ਆ ਨਾ 75 ਹੈ ਨਾ। ਹਾਂਜੀ ਤਾਂ ਦੇਖ ਲਓ ਜੀ ਕੱਢ ਕੇ ਇਹਨੂੰ, ਆ ਗਿਆ 3 ਤੇ ਆ ਗਿਆ 40 ਤੇ, ਤਾਂ 85 40 ਡਿਵਾਈਡ ਬਾਈ 3 ਕਿੰਨਾ ਹੁੰਦਾ, ਦਿੱਤੀ ਯਾਰ 1133 ਆ ਰਿਹਾ ਜੀ ਇਹ। ਤੇ ਪਹਿਲਾਂ ਨਾਲੋਂ ਵਾਟ ਹੀ ਵੱਧ ਗਈ ਨਾ ਸਾਡੀ, 1133 ਦੇਖੋ ਕਿੱਥੇ ਹੈਗਾ, ਸੀ ਦੇ ਵਿੱਚ ਪਿਆ 1.13 ਸੀ ਆ ਗਏ। ਜਮਾ ਸੀ 110 ਸੀਗਾ, ਇਹਦਾ ਆਨਸਰ ਚੈੱਕ ਕਰ ਲੈਂਦੇ ਹਾਂ, ਸੀ ਹੋਇਆ ਜੀ, ਠੀਕ ਹੈ। ਪਤਾ ਲੱਗ ਗਿਆ ਜੀ, ਇਦਾਂ ਕੱਢਦੇ ਹੁੰਦੇ ਆ ਆਪਾਂ। ਤਾਂ ਇਹ ਟੌਪਿਕ ਮੇਰੇ ਵੱਲੋਂ ਖਤਮ ਆ ਰਾਜੇ ਕਰੋਨਾ ਦਾ।